नमस्कार, आदाब, सत श्री अकाल। हमदर्द टीवी देखने वाले सारे दर्शकों का बहुत बहुत स्वागत है प्रोग्राम हमदर्द न्यूज़ एंड व्यूज़ विच मैं हाँ तरनजीत कौर घुम्मण हाज़र हाँ जी लैके हुण तक दीआं खास खबरां जो तुहाडे रूबरू करांगे। कोई खबर है तुहाडे कोल या कोई जानकारी है साडे नाल साझी करना चाहुंदे हो, साडे दर्शकों तक पहुंचाना चाहुंदे हो, सानू अज दे लाइव प्रोग्राम विच कॉल कर सकते हो। अज जिहड़ियां खबरां ते विचार करांगे उहदे विचों प्रमुख खबरां दी गल करिए तां बचपन विच वितकरे दा सामना करन वाले जज महमूद जमाल कैनेडा दी सुप्रीम कोर्ट दे जज दी नॉमिनेशन दी नामजद होए ने। इन्हां दे बारे गल करांगे, इन्हां दी लाइफ दे बारे विच गल करांगे, इन्हां दीआं अचीवमेंट्स दे बारे गल करांगे। इस तों इलावा टैक्सास विच हुण शरेआम लैके घुम्मो बंदूकां, सरकार नूं नहीं है कोई परवाह। अमेरिका में इन्ने ज्यादा फायरिंग के किस्से हो रहे हैं, इसके बावजूद सरकार की कर रही है, गलबात करांगे। इस तो इलावा भारत नूं कोरोना ने काफी नुकसान पहुंचाया, चीन करे हुण कोरोना करके हुए नुकसान की भरपाई। ट्रंप साहब नूं इस वक्त भारत की काफी ज्यादा फिकर सता रही है, उन्होंने यह शब्द आखे ने। इस तो इलावा गलबात करांगे मापियां वल्लों नवजन्मी बच्ची नूं सुੱਟਿਆ ਗਿਆ नहर दे विच, एक किश्ती वाले ने बचाई बच्ची दी जान। ਤੇ ਐਨਡੀਪੀ ਵੱਲੋਂ ਲਿਆਂਦਾ ਡੈਂਟਲ ਕੇਅਰ ਮੋਸ਼ਨ ਲਿਬਰਲ ਐਮਪੀਸ ਵੱਲੋਂ ਰੱਦ। ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਖਬਰਾਂ ਨੇ, ਪਰ ਸਭ ਤੋਂ ਪਹਿਲਾਂ ਸ਼ੁਰੂਆਤ ਵਿੱਚ ਜੋੜ ਲੈਂਦੇ ਹਾਂ ਜੀ ਮੇਰੇ ਸਹਿਯੋਗੀ ਮਰਗਿੰਦਰ ਨਾਚੀ ਨੂੰ। ਸਵਾਗਤ ਹੈ ਸਰ। ਤੁਹਾਨੂੰ ਸਾਰੇ ਪਰਿਵਾਰ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਯੂਰੋ ਕੱਪ ਅੱਜ 3 ਮੈਚ ਹੋਏ ਨੇ। ਓਕੇ, ਇੱਕ ਸੀਗਾ ਯੂਕਰੇਨ ਤੇ ਨਾਰਥ ਮੈਸੇਡੋਨੀਆ ਦੇ ਵਿੱਚ, ਜਿਹਦੇ ਚ ਕਿ ਯੂਕਰੇਨ 2-1 ਦੇ ਨਾਲ ਜਿੱਤ ਗਿਆ। ਦੂਸਰਾ ਡੈਨਮਾਰਕ ਐਂਡ ਬੈਲਜੀਅਮ ਚ ਸੀਗਾ, ਬੈਲਜੀਅਮ 2-1 ਦੇ ਨਾਲ ਜਿੱਤ ਗਿਆ ਜੀ। ਤੇ ਇੱਕ ਨੈਦਰਲੈਂਡਸ ਐਂਡ ਆਸਟਰੀਆ ਦਾ ਸੀਗਾ, ਇਹ ਨੈਦਰਲੈਂਡਸ 2-0 ਤੇ ਜਿੱਤ ਗਿਆ ਜੀ। ਤੇ ਕੱਲ ਨੂੰ ਜਿਹੜੇ ਰਿਜ਼ਲਟ ਆਉਣੇ ਕੱਲ ਨੂੰ ਫਿਰ ਆਪਾਂ ਦੱਸਾਂਗੇ। ਅਜੇ ਮਾਰੋ ਮਾਰ ਹੋ ਰਹੀ ਹੈ ਜੀ, ਮਾਰੋ ਮਾਰ ਹੋ ਰਹੀ ਹੈ। ਪ੍ਰੈਸ ਕਾਨਫਰੰਸਿਸ ਹੋ ਰਹੇ ਨੇ, ਪ੍ਰੈਸ ਕਾਨਫਰੰਸ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਕੰਪਨੀਆਂ ਨੂੰ ਨੁਕਸਾਨ ਹੋ ਰਹੇ ਨੇ। ਅੱਜ ਫੀਫਾ ਨੇ ਇੱਕ ਤਰ੍ਹਾਂ ਦੀ ਵਾਰਨਿੰਗ ਦਿੱਤੀ ਹੈ ਕਿ ਜਿਹੜੇ ਸਪਾਂਸਰਸ ਆ ਉਹਨਾਂ ਦਾ ਖਿਆਲ ਰੱਖਿਆ ਜਾਵੇ, ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੈਸਾ ਇਨਵੈਸਟ ਕੀਤਾ ਹੈ, ਜਿਹਦੇ ਕਰਕੇ ਇਹੋ ਜਿਹਾ ਕੁਝ ਚੱਲਦਾ ਹੈਗਾ। ਸਾਰੀਆਂ ਜੋ ਕੁਝ ਵੀ ਚੱਲਦਾ ਸਪਾਂਸਰਸ਼ਿਪ ਦੇ ਨਾਲ ਚੱਲਦਾ। ਇਹ ਗੱਲ ਵੱਖਰੀ ਹੈ ਕਿ ਤੁਸੀਂ ਨਹੀਂ ਸਹਿਮਤ ਹੋ, ਜਿਹਨਾਂ ਨਹੀਂ ਸਹਿਮਤ ਹੈ ਕਿ ਤੁਸੀਂ ਨਾ ਵਰਤੋ। ਬਿਲਕੁਲ ਠੀਕ ਹੈ ਨਾ। ਤੁਸੀਂ ਜਿਹੜੀ ਚੀਜ਼ ਨਾਲ ਤੁਸੀਂ ਸਹਿਮਤ ਹੋ ਤੁਸੀਂ ਕਰ ਲਓ। ਜਿਹੜੀ ਸਪਾਂਸਰਸ਼ਿਪ ਹੈਗੀ ਆ ਉਹ ਤਾਂ ਹੁਣ ਰਹੇਗੀ, ਜੇ ਸਪਾਂਸਰਸ਼ਿਪ ਨਹੀਂ ਹੋਏਗੀ ਕਿੱਥੋਂ ਐਂਡ ਕੱਪਸ ਹੋਣੇ ਨੇ ਫਿਰ ਤਾਂ ਅਜਿਹਾ ਕੁਝ ਕਰਨਾ ਬੜਾ ਮੁਸ਼ਕਲ ਹੋ ਜਾਏਗਾ। ਸੋ ਅੱਜ ਫੀਫਾ ਨੇ ਇਹ ਗੱਲ ਕਹੀ ਹੈ ਕਿ ਭਾਈ ਜਿਹੜੇ ਸਪਾਂਸਰਸ ਨੇ ਉਹਨਾਂ ਦਾ ਖਿਆਲ ਜ਼ਰੂਰ ਰੱਖਿਆ ਜਾਵੇ, ਤੇ ਹੁਣ ਪਲੇਅਰਸ ਕਿੰਨਾ ਕੁ ਰੱਖਦੇ ਹੈਗੇ ਆ ਇਹ ਦੇਖਾਂਗੇ। ਬਿਲਕੁਲ, ਪਲੇਅਰਸ ਹੁਣ ਲੈਟਸ ਸੀ ਕੀ ਬਣਦਾ ਆ। ਬਟ ਉਧਰੋਂ ਦੀ ਕ੍ਰਿਕਟ ਵੀ ਸ਼ੁਰੂ ਹੋ ਚੁੱਕਿਆ ਜੀ, ਟੈਸਟ ਮੈਚ ਜਿਹੜਾ ਨਿਊਜ਼ੀਲੈਂਡ ਦਾ, ਤੇ ਇਹ ਪਹਿਲੀ ਵਾਰੀ ਹੈ ਇਹ ਜਿਹੜਾ ਜਿਹਨੂੰ ਕਿ ਟੈਸਟ ਦਾ ਕੱਪ ਜੀ, ਵਰਲਡ ਕੱਪ। ਹਾਂ, ਹੁਣ ਤੱਕ ਤਰਨ ਟੈਸਟ ਮੈਚ ਖੇਡੀ ਜਾਂਦੇ ਹੁੰਦੇ ਸੀਗੇ, ਕੋਈ ਫਾਈਨਲ ਫੋਰ ਆਉਂਦਾ ਨਹੀਂ ਸੀ ਹੁੰਦਾ, ਆਪਸ ਵਿੱਚ ਖੇਡੇ ਗਏ। ਠੀਕ ਹੈ ਜੀ, ਤੁਸੀਂ ਦੇਖੋ ਮਤਲਬ ਕਿ ਕਿੰਨੀਆਂ ਫਾਰਮਸ ਆ ਚੁੱਕੀਆਂ ਨੇ। ਜਦੋਂ ਟੈਸਟ ਮੈਚ ਸੀ ਉਸ ਤੋਂ ਬਾਅਦ ਕਿਹਾ ਗਿਆ ਕਿ ਵਨਡੇ ਕ੍ਰਿਕਟ ਨੂੰ ਕੋਈ ਲੋਕੀ ਦੇਖਣਗੇ ਜਾਂ ਨਹੀਂ ਦੇਖਣਗੇ, ਉਹਨਾਂ ਜ਼ਿਆਦਾ ਪਪੂਲਰ ਹੋਇਆ। ਵਨਡੇ ਕ੍ਰਿਕਟ ਤੋਂ ਬਾਅਦ ਹੁਣ 2020 ਆ ਗਿਆ, ਕਹਿੰਦੇ ਕਿ 20 ਓਵਰਸ ਦਾ ਕੀ ਮੈਚ ਹੋਣਾ, ਕੀ ਮਜ਼ਾ ਹੋਣਾ, ਉਹ ਉਸ ਤੋਂ ਜ਼ਿਆਦਾ ਰੋਮਾਂਚਕ ਹੋ ਗਿਆ। ਸੋ ਟੈਸਟ ਮੈਚ ਹਜੇ ਵੀ ਹਾਲਾਂਕਿ ਹੋ ਰਹੇ ਨੇ, ਪਰ ਸਿਰ 5-5 ਦਿਨ ਲੋਕੀ ਬਹਿ ਕੇ ਦੇਖਦੇ ਆ, ਬਾਅਦ ਚ ਡਰਾ ਹੋ ਜਾਂਦਾ, ਕੋਈ ਨਤੀਜਾ ਨਹੀਂ ਨਿਕਲਦਾ। ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਬੜੀ ਵਧੀਆ ਗੱਲ ਕੀਤੀ ਹੈ, ਪਰ ਹੁਣ ਫਰਕ ਪੈ ਗਿਆ ਕਿਉਂਕਿ ਜਿਹੜੇ ਦੂਜੇ 2 ਫਾਰਮੈਟਸ ਆ ਗਏ ਨੇ। ਤੁਹਾਨੂੰ ਸ਼ਾਇਦ ਪਤਾ ਹੋਵੇ ਜਿਹੜਾ ਪਹਿਲਾ ਵਨਡੇ ਮੈਚ ਫਾਰਮੈਟ ਸ਼ੁਰੂ ਹੋਇਆ ਸੀ ਨਾ, ਉਹ 60 ਮੈਚਸ ਹੁੰਦੇ ਸੀ, ਸੌਰੀ 60 ਓਵਰਸ ਹੁੰਦੇ ਸੀ। ਹਾਂਜੀ, ਤੇ ਉਸ ਤੋਂ ਮੋਰ ਓਵਰ 50 ਓਵਰਸ ਤੇ ਲਿਆਂਦਾ ਗਿਆ ਹੈਗਾ। ਤੇ ਜਦੋਂ ਦਾ ਇਹ 2020 ਆਇਆ, 20 ਕਿਉਂ ਆਇਆ? ਜਿਹੜੀਆਂ ਬਹੁਤੀਆਂ ਖੇਡਾਂ ਨੇ ਉਹ ਜਿਹੜੇ ਲੋਕ ਦੇਖਣ ਵਾਲੇ ਦਰਸ਼ਕ ਹੈਗੇ ਆ, ਉਹ 2-3 ਘੰਟੇ ਤੋਂ ਬਾਅਦ ਦੇਖਣਾ ਬਹੁਤ ਔਖਾ ਹੈ। ਸਾਡੇ ਜਿਹੜੀਆਂ ਇੱਥੇ ਦੀ ਹਾਕੀ ਆ ਉਹਨੂੰ ਇੰਨਾ ਟਾਈਮ ਲੱਗ ਜਾਂਦਾ। ਸੋ ਲੋਕੀ ਉਸ ਨੂੰ ਗਿੱਜੇ ਹੋਏ ਨੇ। ਸਾਡੀ ਬੇਸਬਾਲ ਦੀ ਗੇਮ ਹੈ, ਉਹ ਤਕਰੀਬਨ 2.5 ਘੰਟੇ ਦੀ ਹੁੰਦੀ ਹੈ, ਲੋਕੀ ਇਹਨਾਂ ਦੇਖਣ ਗਿੱਜੇ ਹੋਏ। ਤਾਂ ਉਹਦੇ ਬਰਾਬਰ ਫਾਰਮੈਟ ਲਿਆਉਣ ਵਾਸਤੇ ਇਹ T20 ਸ਼ੁਰੂ ਕੀਤਾ ਗਿਆ ਵੀ ਇਹ ਵੀ 2.5-3 ਘੰਟੇ ਦੇ ਵਿੱਚ ਇਹ ਗੇਮ ਪੂਰੀ ਹੋ ਜਾਂਦੀ ਹੈ। ਲੋਕਾਂ ਕੋਲ ਇੰਨਾ ਹਾਜ਼ਮਾ ਹੈਗਾ ਇਹਨੂੰ ਦੇਖਣ ਦਾ। ਜਿਹੜਾ ਹੁਣ ਹੈਗਾ ਟੈਸਟ ਮੈਚ ਆ, ਹੁਣ ਟੈਸਟ ਮੈਚ ਦੇ ਵੀ ਰਿਜ਼ਲਟ ਆਉਣ ਲੱਗ ਪਏ ਨੇ। ਕਿਉਂ? ਹੁਣ ਜਿਹੜੀ ਬੈਟਿੰਗ ਹੈ ਉਹ ਬਹੁਤ ਅਗਰੈਸਿਵ ਹੋ ਗਈ ਹੈ, ਔਰ ਇੱਕ ਟੀਮ ਇਸ ਵੇਲੇ ਕੈਪੇਬਲ ਹੈ ਕਿ ਅਖੀਰਲੇ ਦਿਨ ਜਿਹੜਾ 5ਵਾਂ ਦਿਨ ਹੈ ਉਹ ਦਿਨ 400 ਰਨ ਬਣਾ ਸਕਦੀ ਹੈ। ਸੋ ਕਿਸੇ ਦੀ ਵੀ ਗੇਮ ਹੈਗੀ ਇਸ ਵੇਲੇ, ਐਸੀ ਗੱਲ ਹੈ ਨਹੀਂ। ਔਰ ਕਈਆਂ ਟੀਮਾਂ ਨੇ ਚੇਜ਼ ਕੀਤਾ 400 ਰਨ, ਇਸ ਕਰਕੇ ਉਹ ਜ਼ਿਆਦਾ ਰੋਮਾਂਚਕ ਹੋ ਗਿਆ। ਤੇ ਹੁਣ ਆ ਜਿਹੜਾ ਦੇਖੋ ਨਿਊਜ਼ੀਲੈਂਡ ਤੇ ਇੰਡੀਆ ਇਹ ਟੌਪ ਤੇ ਆਏ ਨੇ, ਤੇ ਇਹਨਾਂ ਦਾ ਟੈਸਟ ਸ਼ੁਰੂ ਹੋ ਰਿਹਾ ਜੀ, ਤੇ ਦੇਖੋ ਕੀ ਰਿਜ਼ਲਟ ਆਏਗਾ। ਬਿਲਕੁਲ ਸਰ, ਤੁਸੀਂ ਇਹ ਦੇਖੋ ਕਿ 5-5 ਦਿਨ ਨਾ ਮੈਚ ਖੇਡਣਾ, ਨਾ ਤਾਂ ਬੈਟਸਮੈਨ ਲਈ ਇੰਨਾ ਜ਼ਿਆਦਾ ਮਤਲਬ ਸਟੈਮਿਨਾ ਬਹੁਤ ਚਾਹੀਦਾ, ਬੋਲਰ ਲਈ ਉਸ ਤੋਂ ਜ਼ਿਆਦਾ ਸਟੈਮਿਨਾ ਚਾਹੀਦਾ ਆ। ਪਲੇਅਰ ਬਾਕੀਆਂ ਨੂੰ ਵੀ ਚਾਹੀਦਾ ਜਿਹੜੇ ਧੁੱਪੇ ਖੜੇ ਆ। ਬਿਲਕੁਲ
ਮੈਂ ਇੱਥੇ ਗੱਲ ਕਰਨ ਲੱਗੀ ਸੀ ਕਿ ਦੇਖੋ ਵੀ ਜਿਵੇਂ ਹਨਾ ਕ੍ਰਿਕਟ ਦੀ ਗੱਲ ਕਰੀਏ ਜ਼ਿਆਦਾਤਰ ਲੋਕੀ ਬੈਟਸਮੈਨ ਨੂੰ ਲਾਈਕ ਕਰਦੇ ਆ ਕਿ ਚੌਕੇ ਮਾਰਦੇ ਆ ਜਦੋਂ ਛੱਕੇ ਮਾਰਦੇ ਆ ਜ਼ਿਆਦਾ ਹੀਰੋ ਹਮੇਸ਼ਾ ਮੈਚ ਦੇ ਉਹ ਰਹਿੰਦੇ ਆ ਬੋਲਰਸ ਨੂੰ ਬਹੁਤ ਘੱਟ ਹੁੰਦਾ ਹੈ ਕਿ ਜਦੋਂ ਕਦੇ ਮੈਨ ਆਫ ਦਾ ਮੈਚ ਬੋਲਰ ਨੂੰ ਮਿਲਿਆ ਹੋਵੇ ਜ਼ਿਆਦਾਤਰ ਵੈਸੇ ਉਹਨਾਂ ਨੂੰ ਹੀ ਮਿਲਦਾ ਹੈ ਬੈਟਸਮੈਨ ਨੂੰ ਜਸਟ ਲਾਈਕ ਜਿਵੇਂ ਮੂਵੀਜ਼ 'ਚ ਗੱਲ ਕਰ ਲਈਏ ਕਿ ਹੀਰੋ ਨੂੰ ਜ਼ਿਆਦਾ ਲੋਕੀ ਪਸੰਦ ਕਰਦੇ ਆ ਵਿਲਨ ਨੂੰ ਘੱਟ ਪਸੰਦ ਕਰਦੇ ਆ ਬਹੁਤ ਘੱਟ ਹੁੰਦਾ ਕਿ ਜਦੋਂ ਕਿਸੇ ਮੈਚ ਦੇ ਵਿੱਚ ਕਿਸੇ ਬੋਲਰ ਨੂੰ ਜ਼ਿਆਦਾ ਹਾਈਲਾਈਟ ਕੀਤਾ ਹੋਵੇ ਜਦ ਤੱਕ ਤੁਸੀਂ 4-5 ਵਿਕਟਾਂ ਨਹੀਂ ਲੈ ਲੈਂਦੇ ਉਨੀ ਦੇਰ ਤੱਕ ਬੋਲਰ ਦੀ ਬੱਲੇ ਬੱਲੇ ਨਹੀਂ ਹੁੰਦੀ ਪੱਕੀ ਗੱਲ ਹੈ ਕਿਉਂਕਿ ਜਿਹੜੇ ਬੋਲਰਸ ਆ ਹੁਣ ਜਿਹੜਾ 5 ਵਿਕਟ ਹਾਲ ਲੈ ਕੇ ਜਾਂਦਾ ਹੈ ਉਦੋਂ ਤਾਂ ਗੱਲ ਬਣ ਜਾਂਦੀ ਹੈ ਤੇ ਇੱਕ ਜਦੋਂ ਲਾਸਟ ਓਵਰ ਤੇ ਮੈਚ ਫਸਦਾ ਨਾ ਉਦੋਂ ਬੋਲਰ ਦੀ ਸਪੋਰਟ ਹੁੰਦੀ ਹੈ ਇਹ T20 ਦੇ ਵਿੱਚ ਬਹੁਤ ਜ਼ਿਆਦਾ ਹੈਗੀ ਹੈ T20 ਨੇ ਐਕਚੁਅਲੀ ਬੋਲਿੰਗ ਦਾ ਪਾਰਡਨ ਮਾਈ ਲੈਂਗੁਏਜ ਨਾਸ ਮਾਰਤਾ ਕਿਉਂਕਿ ਹਰ ਬਾਲ ਤੇ ਬੈਟ ਘਮਾਉਣਾ ਡਾਟ ਬਾਲ ਬਹੁਤ ਘੱਟ ਜਾਂਦੀਆਂ ਹੈਗੀਆਂ ਨੇ ਜਿਹੜਾ ਕਿ ਬੜੀ ਬੋਲਰ ਵਾਸਤੇ ਬੜੀ ਜੀਤ ਪਰ ਇਹਦੇ ਚ ਇੱਕ ਐਡਵਾਂਟੇਜ ਹੋਰ ਆ ਗਿਆ ਕਿ ਜਿਹਨੂੰ ਹੈਟ੍ਰਿਕ ਕਹਿੰਦੇ ਆ ਹੈਟ੍ਰਿਕ T20 ਚ ਆਉਣ ਲੱਗ ਪਏ ਨੇ ਕਿਉਂਕਿ ਇਹ ਚਾਂਸ ਹੈਗੇ ਆ ਕਿ 3 ਲਗਾਤਾਰ ਬਾਲਾਂ ਦੇ ਉੱਤੇ 3 ਬੈਟਸਮੈਨ ਆਊਟ ਹੋ ਜਾਂਦੇ ਕੋਈ ਰਨ ਬਾਉਂਡ ਜਦੋਂ ਚੇਜ਼ ਕਰਨੇ ਹੈਗਾ ਤੇ ਬੋਲਰ ਉਸ ਵੇਲੇ ਡੋਮੀਨੇਟ ਕਰ ਰਿਹਾ ਤੇ ਹੈਟ੍ਰਿਕਸ ਹੈਗੇ ਨੇ ਕ੍ਰਿਕਟ ਦੇ ਵਿੱਚ ਜਿਹੜੇ ਹੈਗਾ ਆਪਣਾ ਫਾਰਮੈਟ ਹੈਗਾ ਟੈਸਟ ਮੈਚ ਵਾਲਾ ਉਹ ਚ ਹੈਟ੍ਰਿਕਸ ਹੈਗੇ ਨੇ ਪਰ ਇੰਨੇ ਨਹੀਂ ਹੈਗੇ ਚਲੋ ਦੇਖਦੇ ਹਾਂ ਜੀ ਅੱਜ ਕੋਹਲੀ ਨੇ ਪਾਈ ਹੋਈ ਸੀ ਸਾਰੀ ਟੀਮ ਦੀ ਸਾਰੀ ਮੈਨੇਜਮੈਂਟ ਦੇ ਨਾਲ ਪਿਕਚਰ ਤੇ ਉਮੀਦ ਕਰਦੇ ਹਾਂ ਕੱਪ ਲੈ ਕੇ ਵਾਪਸ ਆਉਣ ਸੋ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਟੈਕਸਸ ਤੋਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਟੈਕਸਸ ਵਾਲਿਓ ਜਿਵੇਂ ਮਰਜ਼ੀ ਗੰਨਾ ਲੈ ਕੇ ਘੁੰਮੋ ਹੁਣ ਸਰਕਾਰ ਨੂੰ ਕੋਈ ਪਰਵਾਹ ਨਹੀਂ ਹੈਗੀ ਸੋ ਇੱਕ ਜਿਹੜਾ ਗਵਰਨਰ ਵੱਲੋਂ ਬਿੱਲ ਪੇਸ਼ ਕੀਤਾ ਗਿਆ ਸੀ ਵਿਵਾਦਾਂ ਵਿੱਚ ਰਿਹਾ ਕਾਫੀ ਜ਼ਿਆਦਾ ਤੇ ਇਹ ਹੁਣ ਵਾਪਸ ਲੈ ਲਿਆ ਗਿਆ ਸਰ ਲਾਇਸੈਂਸ ਉੱਥੇ ਦੇਖ ਰਹੇ ਹਾਂ ਅਸੀਂ ਕਿ ਇੰਨਾ ਜ਼ਿਆਦਾ ਘਟਨਾਵਾਂ ਹੋ ਰਹੀਆਂ ਸ਼ੂਟਿੰਗ ਦੀਆਂ ਘਟਨਾਵਾਂ ਹੋ ਰਹੀਆਂ ਨੇ ਇਹਦੇ ਬਾਵਜੂਦ ਵੀ ਬਿੱਲ ਦੀ ਜਦੋਂ ਗੱਲ ਆਉਂਦੀ ਆ ਉਦੋਂ ਸਰਕਾਰ ਕਿਉਂ ਨਹੀਂ ਕੋਈ ਵੱਡਾ ਸਖਤ ਕਦਮ ਚੁੱਕਦੀ ਕੱਲ ਤਰਨ ਜਿਹੜਾ ਇਹ ਬਿੱਲ ਪਾਸ ਕੀਤਾ ਗਿਆ ਜੀ ਜਿਹੜੀ ਸੈਨੇਟ ਤੇ ਲੋਅਰ ਹਾਊਸ ਜਿਹੜਾ ਟੈਕਸਸ ਦੇ ਆ ਉਹਦੇ ਵਿੱਚ ਪਹਿਲਾਂ ਪਾਸ ਹੋ ਚੁੱਕਿਆ ਸੀ ਗਵਰਨਰ ਨੇ ਸਾਈਨ ਕਰਨੇ ਸੀ ਜੀ ਅੱਜ ਗਵਰਨਰ ਨੇ ਸਾਈਨ ਕਰ ਦਿੱਤੇ ਆ ਇਹ 'ਚ ਇੱਕ ਜਗ੍ਹਾ ਤੇ ਪਹਿਲਾਂ ਤਾਂ ਕੋਈ ਤਰ੍ਹਾਂ ਬਣਦੀਆਂ ਨਹੀਂ ਸੀਗੀਆਂ ਉਹ 'ਚ ਹੁਣ ਥੋੜਾ ਜਿਹਾ ਕੁਛ ਰਾਜਨਾਮਾ ਹੋ ਗਿਆ ਵੀ ਤੁਸੀਂ ਕੋਈ ਗੱਲ ਨਹੀਂ ਅਲਾਓ ਕਰ ਦਿੱਤਾ ਜਾਵੇ ਪਰ ਮੈਂ ਅੱਗੇ ਵੀ ਜਿਹੜੇ ਸਾਡੇ US 'ਚ ਦਰਸ਼ਕ ਹੈਗੇ ਉਹਨਾਂ ਨੂੰ ਇਹ ਸਵਾਲ ਕਰਾਂ ਤੁਹਾਨੂੰ ਇੰਨੀ ਕਿੰਨੀ ਕੁ ਸਿਕਿਉਰਿਟੀ ਨਹੀਂ ਦੇ ਸਕਦੀ ਸਰਕਾਰ ਕਿ ਤੁਸੀਂ ਸਾਰੇ ਜਾਣੇ ਗਨਸ ਚੱਕੀ ਫਿਰਦੇ ਹੈਗੇ ਹੁਣ ਇਹ ਜਿਹੜਾ ਗਨ ਹੈਗਾ ਸਿਰਫ ਜਿਹੜੇ ਜਿਨ੍ਹਾਂ ਨੇ ਪਹਿਲਾਂ ਕੋਈ ਦੋਸ਼ ਹੋਏਗਾ ਕਿਸੇ ਕਿਸਮ ਦਾ ਉਹਨਾਂ ਨੂੰ ਨਹੀਂ ਅਲਾਉਡ ਹੈਗਾ ਅਦਰਵਾਈਜ਼ ਤੁਸੀਂ ਕੋਈ ਵੀ ਜਿਹੜਾ ਐਡਲਟ ਹੈਗਾ ਜੀ ਆਪਦੀ ਖੀਸੇ 'ਚ ਤਾਂ ਐਕਚੁਅਲੀ ਬੈਕ ਪਾਕਟ 'ਚ ਪਾ ਕੇ ਵੀ ਤੁਸੀਂ ਜਿੱਥੇ ਮਰਜੀ ਤੁਸੀਂ ਫਿਰ ਸਕਦੇ ਹੋ ਔਰ ਇਹਦੇ ਨਾਲ ਮੈਨੂੰ ਤਾਂ ਲੱਗਦਾ ਹੈ ਕਿ ਕ੍ਰਾਈਮ ਘਟਣੇ ਦਾ ਕ੍ਰਾਈਮ ਵਧੇਗਾ ਇਹਦੇ ਨਾਲ ਕਈ ਗਲਤ ਆਰਗੂਮੈਂਟ ਦੇ ਉੱਤੇ ਕਈ ਮੌਤਾਂ ਜ਼ਰੂਰ ਹੋਣਗੀਆਂ ਦੋਨਾਂ ਦੇ ਕੋਲੇ ਹਥਿਆਰ ਹੈਗਾ ਹਰ ਕੋਈ ਕਹਿੰਦਾ ਮੇਰੇ ਕੋਲ ਹਥਿਆਰ ਆ ਤੇ ਮੈਂ ਦੂਸਰੇ ਨਾਲ ਕੋਈ ਵੀ ਆਰਗੂਮੈਂਟ ਕਰ ਸਕਦਾ ਮੇਰਾ ਨਹੀਂ ਖਿਆਲ ਮੈਂ ਬਹੁਤਾ ਹੱਕ 'ਚ ਨਹੀਂ ਹੈ ਜਿਹੜੇ ਹਥਿਆਰ ਚੱਕ ਕੇ ਤੁਰੇ ਫਿਰਨਾ ਜਦ ਤੁਹਾਨੂੰ ਸਰਕਾਰ ਇਹ ਗਰੰਟੀ ਦਿੰਦੀ ਹੈ ਕਿ ਤੁਹਾਨੂੰ ਤੁਸੀਂ ਰਹਿ ਸਕਦੇ ਹੋ ਤੁਹਾਡੀ ਸੇਫਟੀ ਹੈਗੀ ਹੈ ਤਾਂ ਆਮ ਇੰਡੀਵਿਜੂਅਲ ਨੂੰ ਗਨ ਦੀ ਕੀ ਲੋੜ ਹੈ ਗਨਸ ਨਾਲ ਇੰਨੇ US 'ਚ ਇੰਨੇ ਐਕਸੀਡੈਂਟਸ ਹੁੰਦੇ ਨੇ ਬੱਚਿਆਂ ਤੋਂ ਗਨਸ ਚੱਲੀਆਂ ਨੇ ਖੇਡਦਿਆਂ ਤੋਂ ਗਨਸ ਚੱਲੀਆਂ ਨੇ ਮੈਂ ਅਗਲੀ ਗੱਲ ਮੈਂ ਇੱਥੇ ਆਉਣਾ ਕਿ ਜਿਹੜੇ ਸਕੂਲ 'ਚ ਕਿੰਨੀਆਂ ਸ਼ੂਟਿੰਗਸ ਹੋਈਆਂ ਨੇ ਥੀਏਟਰਸ ਕਿੰਨੀਆਂ ਸ਼ੂਟਿੰਗ ਹੋਈਆਂ ਨੇ ਆਮ ਇਹ ਗੱਲ ਹੈਗੀ ਆ ਹਰ ਰੋਜ਼ ਗਨ ਦੇ ਨਾਲ ਮੌਤਾਂ ਹੁੰਦੀਆਂ ਫਿਰ ਵੀ ਉਹ ਉੱਥੋਂ ਦਾ ਗਨ ਕਲਚਰ ਐਸਾ ਬਣ ਚੁੱਕਿਆ ਨੈਸ਼ਨਲ ਰਾਈਫਲ ਐਸੋਸੀਏਸ਼ਨ ਇੰਨੀ ਜ਼ਿਆਦਾ ਡੋਮੀਨੇਟ ਕਰਦੀ ਹੈ ਕਿ ਉਹਦੇ ਨਾਲ ਸਰਕਾਰ ਵੀ ਹਿਲਦੀ ਹੈ ਈਵਨ ਸਾਡੀ ਫੈਡਰਲ ਸਰਕਾਰ ਵੀ ਹੈਗੀ ਉਹ ਵੀ ਹਿਲ ਜਾਂਦੀਆਂ ਨੇ ਪਤਾ ਨਹੀਂ ਇਹ ਕਦੋਂ ਜਾ ਕੇ ਰੁਕੇਗਾ ਮੈਨੂੰ ਤਾਂ ਲੱਗਦਾ ਰੁਕਣ ਵਾਲਾ ਕੁਝ ਲੱਗਦਾ ਨਹੀਂ ਤੂੰ ਰਾਹ ਨਹੀਂ ਲੱਗਦਾ ਤੈਨੂੰ ਬਿਲਕੁਲ ਇਹ ਗੱਲ ਇਹ ਜੀ ਕਿ ਜਿਹੜੀ ਵੀ ਪਾਰਟੀ ਇਹਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦੀ ਹੈ ਹੱਥ ਲੱਗਦਾ ਕੁਝ ਨਹੀਂ ਹੈਗਾ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੋਸ਼ਨ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪਾਸ ਅਜੇ ਕਦੇ ਵੀ ਨਹੀਂ ਹੁੰਦੇ ਹੈਗੇ ਤਰਨ ਇਹਨੂੰ ਇੰਗਲਿਸ਼ 'ਚ ਹੌਟ ਪੋਟੈਟੋ ਕਹਿੰਦੇ ਆ ਇਹ ਐਸੀ ਚੀਜ਼ ਆ ਕੋਈ ਵੀ ਇਹਨੂੰ ਹੱਥ ਨਹੀਂ ਲਾਉਣਾ ਚਾਹੁੰਦਾ ਜਿਹਦੇ ਹੱਥ ਆ ਉਹ ਦੂਸਰੇ ਨੂੰ ਫੜਾਉਂਦਾ ਮੇਰਾ ਹੱਥ ਨਾ ਸੜ ਜੇ ਸੋ ਇਸ ਚੀਜ਼ ਨੂੰ ਲੋਕੀ ਡਰਦੇ ਹੀ ਨਹੀਂ ਕਰਦੇ ਹੈ ਔਰ ਇਸ ਆੜ ਦੇ ਵਿੱਚ ਨੈਸ਼ਨਲ ਔਰ ਮੋਸਟਲੀ ਇੱਕ ਹੋਰ ਗੱਲ ਸੋਚਣ ਵਾਲੀ ਹੈ ਤੁਹਾਡੇ US ਦੇ ਵਿੱਚ ਜਿੱਥੇ ਰਿਪਬਲਿਕਨਸ ਡੋਮੀਨੇਟ ਜ਼ਿਆਦਾ ਕਰਦੇ ਨੇ ਉੱਥੇ ਇਹ ਕਲਚਰ ਜ਼ਿਆਦਾ ਜਿੱਥੇ ਡੈਮੋਕ੍ਰੇਟਸ ਕਰਦੇ ਨੇ ਉੱਥੇ ਵੀ ਹੈਗਾ ਪਰ ਉੱਥੇ ਇੰਨਾ ਨਹੀਂ ਹੈਗਾ ਹਾਲਾਂਕਿ ਜਿਹੜਾ ਨੈਸ਼ਨਲ ਰਾਈਫਲ ਐਸੋਸੀਏਸ਼ਨ ਆ ਉਹਨਾਂ ਦਾ ਜਿਹੜਾ ਹੈਡ ਆਫਿਸ ਸੀ ਅਮਰੀਕਾ ਨਿਊਯਾਰਕ ਦੇ ਵਿੱਚ ਸੀਗਾ ਉਹਨਾਂ ਨੂੰ ਮੂਵ ਕਰਕੇ ਉੱਥੋਂ ਲੈ ਕੇ ਜਾਣਾ ਪਿਆ ਉੱਥੇ ਕੇਸ ਵੀ ਕਰ ਦਿੱਤਾ ਸੀਗਾ ਉਹਨਾਂ ਨੂੰ ਉੱਥੋਂ ਮੂਵ ਕਰਕੇ ਉਹ ਉੱਥੇ ਲੈ ਕੇ ਗਏ ਨੇ ਜਿੱਥੇ ਉਹਨਾਂ ਨੂੰ ਅਲਾਉਡ ਹੈਗਾ ਸੋ ਪਤਾ ਨਹੀਂ ਕਿਹੜੇ ਪਾਸੇ ਨੂੰ ਦੇਸ਼ ਜਾ ਰਿਹਾ ਜੀ ਤੁਹਾਨੂੰ ਇੰਨੀ ਜ਼ਰੂਰਤ ਹੈਗੀ ਹੈ ਹਥਿਆਰਾਂ ਦੀ ਸਾਡੇ ਨਹੀਂ ਜੀ ਲੋੜ ਹੈ ਸਾਨੂੰ ਅਲਾਉਡ ਨਹੀਂ ਅਸੀਂ ਜੇ ਗਨ ਕੈਰੀ ਵੀ ਕਰਨੀ ਹੈ ਤਾਂ ਸਾਨੂੰ ਜਿਹੜੀ ਅਥਾਰਟੀ ਹੈ ਪੁਲਿਸ ਨੂੰ ਦੱਸਣਾ ਪੈਂਦਾ ਕਿ ਮੈਂ ਇਸ ਜਗ੍ਹਾ ਤੋਂ ਇਸ ਜਗ੍ਹਾ ਤੱਕ ਆਹ ਰੂਟ ਤੇ
ਗਨ ਨਾਲ ਲੈ ਕੇ ਜਾ ਰਹੇ ਹਾਂ, ਹੋਰ ਉਰੇ ਪਰੇ ਨਹੀਂ ਕੀਤਾ ਜਾ ਸਕਦਾ, ਬਟ ਇਟਸ ਡਿਫਰੈਂਟ ਇਨ ਯੂਐਸ ਜੀ। ਬਿਲਕੁਲ, ਪਰ ਯੂਐਸ ਦੇ ਲੋਕ ਕੀ ਸੋਚਦੇ ਨੇ ਕਿ ਇਹਨਾਂ ਦੇ ਕੋਲ ਗਨ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ। ਮੈਜੋਰਟੀ ਦੀ ਗੱਲ ਕੀਤੀ ਜਾਵੇ, ਗਨ, ਹਾਲਾਂਕਿ ਇਨਸੀਡੈਂਟਸ ਬਹੁਤ ਹੋ ਰਹੇ ਨੇ, ਘਟਨਾਵਾਂ ਬਹੁਤ ਹੋ ਰਹੀਆਂ ਨੇ, ਪਰ ਫਿਰ ਵੀ ਸਾਰੇ ਇਹੋ ਜਿਹੇ ਨਹੀਂ ਹੈਗੇ ਜਿਨ੍ਹਾਂ ਕੋਲ ਗਨਸ ਹੋਣਗੀਆਂ। ਮੈਜੋਰਟੀ ਲੋਕਾਂ ਦਾ ਕੀ ਕਹਿਣਾ ਹੈ ਕਿ ਉਹ ਸਰਕਾਰ ਦੇ ਨਾਲ ਸਹਿਮਤ ਨੇ ਇਸ ਗੱਲ ਤੇ ਕਿ ਗਨ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ? ਉਹ ਸਾਰੇ ਨਹੀਂ, ਬਟ ਉਹ ਜਿਹੜੇ ਅਮਰੀਕਨਸ ਦੇ ਇੱਕ ਕਨਸਟੀਟਿਊਸ਼ਨਲ ਰਾਈਟ ਬੜਾ ਹੈ ਮਨ ਦੇ ਵਿੱਚ ਵੀ ਸਾਡੀ ਸਾਨੂੰ ਹੱਕ ਹੈ ਹਥਿਆਰ ਚੱਕਣ ਦਾ। ਅਸਲ ਜਿਹੜੀ ਇਹ ਗੱਲ ਹੈਗੀ ਹੈ ਤਰਨ, ਹਥਿਆਰ ਚੱਕਣ ਦਾ ਅਲਾਓ ਕਦੋਂ ਕੀਤਾ ਗਿਆ ਸੀ? ਜਦੋਂ ਮਲੇਸ਼ੀਆ ਸੀਗੇ, ਇਸ ਹਲੇ ਦੇਸ਼ ਪੂਰਾ ਬਣਿਆ ਨਹੀਂ ਸੀਗਾ, ਪ੍ਰੋਪਰਲੀ ਸਾਰਾ ਐਸਟੈਬਲਿਸ਼ ਨਹੀਂ ਸੀ ਹੋਇਆ, ਉਦੋਂ ਹੀ ਹੋ ਸੀਗਾ ਵੀ ਅੱਡ ਅੱਡ ਪਾਰਟੀਆਂ, ਬਹੁਤ ਲੋਕੀ ਆਪਦੇ ਗਰੁੱਪ ਬਣਾਈ ਫਿਰਦੇ ਸੀ, ਉਹਨਾਂ ਕੋਲੇ ਹਥਿਆਰ ਸੀਗੇ, ਹਥਿਆਰਾਂ ਨਾਲ ਹੋਇਆ ਜਾਂ ਕੁਝ ਕਰਦੇ ਸੀ। ਔਰ ਉਦੋਂ ਦੀ ਜਿਹੜੀ ਕਨਸਟੀਟਿਊਸ਼ਨ 'ਚ ਅਮੈਂਡਮੈਂਟਸ ਕੀਤੀਆਂ ਹੋਈਆਂ ਨੇ ਉਹ ਵਿੱਚ ਹੈਗੀਆਂ ਨੇ। ਉਹ ਲੋਕ, ਉਹ ਸਮਾਂ ਬਦਲ ਗਿਆ ਜਦੋਂ ਹਥਿਆਰਾਂ ਦੀ ਜ਼ਰੂਰਤ ਸੀਗੀ, ਜੋ ਦੇਸ਼ ਦੇ ਐਸਟੈਬਲਿਸ਼ ਨਹੀਂ ਸੀ ਹੋਇਆ, ਉਹ ਸਮਾਂ ਹੁਣ ਬਦਲ ਗਿਆ, ਦੇਸ਼ ਐਸਟੈਬਲਿਸ਼ ਹੋਇਆ ਹੈ, ਲੋਕੀ ਭਰਮਾਨਸੀ ਨਾਲ ਰਹਿੰਦੇ ਆ। ਹੁਣ ਮੈਨੂੰ ਇਹ ਨਹੀਂ ਗੱਲ ਸਮਝੀ ਜਦੇ ਉਹ ਜਿਹੜੀ ਕਨਸਟੀਟਿਊਸ਼ਨ ਰਾਈਟਸ ਮੂਹਰੇ ਲੈ ਆ ਜਾਂਦੇ ਨੇ ਕਿ ਨਹੀਂ ਸਾਨੂੰ ਤਾਂ ਹੱਕ ਹੈ ਇਹ ਹਥਿਆਰ ਰੱਖਣ ਦਾ, ਵਿਚ ਇਜ਼ ਇਟਸ ਨਾਟ ਅ ਗੁੱਡ ਟ੍ਰੈਂਡ, ਬਟ who are we to tell Americans? ਸਿਆਣੇ ਨੇ ਉਹ ਆਪ। ਬਿਲਕੁਲ, ਤੇ ਉੱਥੇ ਜੇ ਆਪਾਂ ਇੱਥੇ ਗੱਲ ਕਰ ਰਹੇ ਹਾਂ ਸੁਰੱਖਿਆ ਦੀ, ਤਾਂ ਕੈਨੇਡਾ ਦੀ ਵੀ ਗੱਲ ਕਰ ਲਈਏ। ਡਿਫੈਂਸ ਮਿਨਿਸਟਰ ਇਸ ਵਕਤ ਸਵਾਲਾਂ ਦੇ ਘੇਰੇ ਵਿੱਚ ਨੇ। ਹਰਜੀਤ ਸਿੰਘ ਸੱਜਣ ਜੀ ਦੀ ਗੱਲ ਕਰ ਰਹੇ ਹਾਂ ਤੇ ਇਸ ਵੇਲੇ ਕਾਫੀ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਉਹ। ਤੇ ਕੱਲ ਵੀ ਗੱਲ ਕਰੀਏ, ਕੰਜ਼ਰਵੇਟਿਵਸ ਵੱਲੋਂ ਕਿਹਾ ਗਿਆ ਸੀ ਕੈਨੇਡੀਅਨਸ ਨੂੰ ਕਿ ਅਗਲੀ ਵਾਰੀ ਜਦੋਂ ਮਿਸਟਰ ਸੱਜਣ ਵੋਟਾਂ ਵਿੱਚ ਖੜਦੇ ਨੇ, ਇਹਨਾਂ ਨੂੰ ਵੋਟਾਂ ਨਾ ਪਾਈਆਂ ਜਾਣ। ਮਾਮਲਾ ਜ਼ਿਆਦਾ ਗਰਮਾ ਚੁੱਕਿਆ ਆ ਆਰਮੀ ਦੇ ਵਿੱਚ, ਕੈਨੇਡਾ ਦੀ ਫੌਜ ਦੇ ਵਿੱਚ ਜਿਹੜੇ ਉੱਚ ਅਧਿਕਾਰੀਆਂ ਵੱਲੋਂ ਸੈਕਸ਼ੂਅਲ ਅਸੌਲਟ ਦੇ ਮਾਮਲੇ ਸਾਹਮਣੇ ਆਏ ਨੇ ਤੇ ਉਹਨਾਂ ਮਾਮਲਿਆਂ ਤੇ ਕਿਹਾ ਜਾ ਰਿਹਾ ਕਿ ਮਿਸਟਰ ਸੱਜਣ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਮਾਮਲੇ ਜਾਣਨ ਦੇ ਬਾਵਜੂਦ ਵੀ। ਸਰਨ ਗੱਲ ਇਹ ਹੈਗੀ ਹੈ ਕਿ ਜਿਹੜੀ ਮਿਲਟਰੀ ਹੈ ਇਸ ਗੱਲੋਂ ਬਦਨਾਮ ਹੋਈ ਆ, ਇਕੱਲੀ ਹੁਣ ਦੀ ਨਹੀਂ, ਇਹ ਤੋਂ ਪਹਿਲਾਂ ਵੀ ਬਹੁਤ ਦੇਰ ਦੀ ਬਦਨਾਮ ਹੋਈ ਹੈ। ਜਿਹੜੇ ਹੁਣ ਕੇਸਿਸ ਬਾਹਰ ਆ ਰਹੇ ਨੇ ਉਹ ਉਸ ਤੋਂ ਪਹਿਲਾਂ ਦੇ ਵੀ ਆ ਰਹੇ ਨੇ। ਮੈਂ ਆਮ ਨਾਟ ਡਿਫੈਂਡਿੰਗ ਮਿਸਟਰ ਸੱਜਣ, ਪਰ ਮਿਸਟਰ ਸੱਜਣ ਨੂੰ ਜਿਹੜਾ ਕੁਝ ਕਰਨਾ ਚਾਹੀਦਾ ਸੀਗਾ ਉਹਨਾਂ ਨੇ ਉਹ ਨਹੀਂ ਕੀਤਾ। ਇਹਨਾਂ ਨੇ ਜਦੋਂ ਆਏ ਸੀਗੇ, ਇਹਨਾਂ ਨੇ ਵਾਗਡੋਰ ਸੰਭਾਲੀ ਸੀ ਡਿਫੈਂਸ ਮਹਿਕਮੇ ਦੀ, ਉਦੋਂ ਕਿਹਾ ਸੀਗਾ ਮੈਂ ਇਹਨੂੰ ਸਾਫ਼ ਕਰਾਂਗਾ, ਕੁਝ ਵੀ ਕਰਾਂਗਾ। ਹੁਣ ਜਿਹੜੇ ਸੈਕਸ਼ੂਅਲ ਅਸੌਲਟ ਦੇ ਜਿਹੜੇ ਇਹ ਇੰਨੇ ਵੱਡੇ ਦੋਸ਼ ਚੀਫਸ ਦੇ ਉੱਤੇ ਲੱਗੇ, ਡਿਫੈਂਸ ਦੇ ਚੀਫ ਦੇ ਉੱਤੇ ਲੱਗਿਆ ਹੈ, ਉਹਦੇ ਇੱਕ ਨੂੰ ਬਦਲਣਾ ਪੈ ਗਿਆ ਜਿੱਤੇ ਕੇਸ ਚੱਲ ਰਿਹਾ, ਜਿਹੜਾ ਦੂਜਾ ਲੈ ਕੇ ਆਂਦਾ ਉਹਦੇ ਉੱਤੇ ਵੀ ਇਹੀ ਕੇਸ ਹੈਗਾ। ਔਨ ਟਾਪ ਆਫ ਦੈਟ ਜਿਹੜਾ ਸਾਡਾ ਐਡਮਿਰਲ ਹੈਗਾ ਤੇ ਇੱਕ ਹੋਰ ਟਾਪ ਦਾ ਆਫੀਸ਼ੀਅਲ, ਜਿਹੜੇ ਬੈਂਸ ਦੇ ਉੱਤੇ ਕੇਸ ਚੱਲ ਰਿਹਾ, ਇਹ ਤਿੰਨੇ ਜਾਣੇ ਗੋਲਫ ਖੇਡਣ ਗਏ ਨੇ। ਇੱਕ ਵਾਰੀ ਦਾ ਪਤਾ ਲੱਗਿਆ, ਅਰੇ ਨਹੀਂ ਪਤਾ ਇਦੋਂ ਕਿਤੇ ਵੱਧ ਵਾਰੀ ਵੀ ਗਿਆ ਹੁਣ। ਸੋ ਇਹ everything should be in the notice of Minister of Defense। ਜੇ ਨਹੀਂ ਹੈਗੀ ਤਾਂ ਤੁਸੀਂ ਸਹੀ ਕੰਮ ਨਹੀਂ ਕਰ ਰਹੇ, ਜੇ ਹੈਗੀ ਹੈ ਤਾਂ ਤੁਸੀਂ ਬਾਹਰ ਕਿਉਂ ਨਹੀਂ ਕਰ ਰਹੇ? ਇਹ ਬੜੀ ਵੱਡੀ ਗੱਲ ਆ ਰਹੀ ਹੈ। ਔਰ ਮਿਸਟਰ ਜਿਹੜੇ ਸੱਜਣ ਹੈਗੇ ਨੇ ਉਹ ਇਸ ਵੇਲੇ ਬਹੁਤ ਵੱਡੀ ਪ੍ਰੋਬਲਮ 'ਚ ਨੇ। ਔਰ ਇਹ ਐਸੀ ਗੱਲ ਨਹੀਂ ਹੈ ਕਿ ਜਿਹੜੇ ਮਿਸਟਰ ਟਰੂਡੋ ਆ ਉਹਨਾਂ ਦਾ ਅਸਤੀਫਾ ਲੈਣਗੇ, ਕਿਉਂਕਿ ਅੱਗੇ ਜੋ ਆ ਰਿਹਾ ਹੈ ਉਸ 'ਚ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਤੋਂ ਅਸਤੀਫਾ ਲਾਇਆ ਜਾਏਗਾ। ਹਾਲਾਂਕਿ ਇਹਨਾਂ ਦਾ ਆਪ ਦਾ ਕਸੂਰ ਨਹੀਂ ਹੈ, ਪਰ ਦ ਵੇ ਹੀ ਹੈਜ਼ ਰਨ ਦ ਡਿਫੈਂਸ ਡਿਪਾਰਟਮੈਂਟ, ਇਹ ਕਸੂਰ ਇਹਨਾਂ ਦੇ ਜ਼ਰੂਰ ਆਉਂਦਾ। ਕੱਲ੍ਹ ਨੂੰ ਵੋਟ ਹੋ ਰਹੀ ਹੈ ਜੀ ਪਾਰਲੀਮੈਂਟ ਦੇ ਵਿੱਚ, ਉਹ ਵੋਟ ਇਹ ਹੋ ਰਹੀ ਹੈ ਕਿ ਇਹਨਾਂ ਨੂੰ ਝਾੜ ਪਾਈ ਜਾਣੀ ਹੈ। ਸਿੰਪਲ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹ ਇਮੋਸ਼ਨ ਲੈ ਕੇ ਆ ਰਹੀ ਹੈ ਕਿ ਡਿਫੈਂਸ ਮਿਨਿਸਟਰ ਨੂੰ ਅਸੀਂ ਝਾੜ ਪਾਉਣੀ ਹੈ, ਇਸ ਨੂੰ ਅਸੀਂ ਬੇਸ਼ਰਮ ਕਰਨਾ, ਇਸ ਨੂੰ ਅਸੀਂ ਇਹੋ ਜਿਹੀ ਗੱਲ ਕਰਨੀ ਹੈ। ਔਰ ਉਹ ਚਾਂਸਸ ਇਹ ਹੈ ਕਿ ਉਹ ਵੋਟ ਦੇ ਹੱਕ ਵਿੱਚ ਬਾਕੀ ਵੀ ਵੋਟ ਪਾਉਣਗੇ। ਯੂ ਨੈਵਰ ਨੋ, ਇਟਸ ਗੋਇੰ ਟੂ ਬੀ ਅ ਵੈਰੀ ਕਲੋਜ਼ ਵੋਟ। ਕਿਉਂਕਿ ਲਿਬਰਲਸ ਨੇ ਨਹੀਂ ਪਾਉਣੀ, ਦੂਸਰੀਆਂ ਪਾਰਟੀਆਂ ਸਾਰੀਆਂ ਰਲ ਜਾਂਦੀਆਂ ਨੇ ਤਾਂ ਲਿਬਰਲਸ ਨਾਲੋਂ ਵੱਧ ਨੇ ਉਹ। ਹੁਣ ਇਹ ਕਿੰਨੇ ਕੁ ਉਹਦੇ ਵਿੱਚ ਆਉਣਗੇ ਵੋਟ ਪਾਉਣ ਵਾਸਤੇ, ਦੈਟਸ ਗੋਇੰ ਟੂ ਬੀ ਅ ਡਿਫਰੈਂਟ ਸਟੋਰੀ। ਪਰ ਇਹ ਬਾਈਂਡਿੰਗ ਵੋਟ ਨਹੀਂ ਹੈ। ਇਹ ਵੋਟ ਦੇ ਨਾਲ ਇਉਂ ਨਹੀਂ ਹੈ ਕਿ ਜੇ ਵੋਟ ਪੈਂਦੀ ਹੈ ਤੇ ਕੱਲ੍ਹ ਨੂੰ ਜਿਹੜੇ ਡਿਫੈਂਸ ਮਿਨਿਸਟਰ ਆ ਉਹਨਾਂ ਨੂੰ, ਜੇ ਕਿਉਂਕਿ ਮਿਨੋਰਟੀ ਗਵਰਨਮੈਂਟ ਹੈ, ਜੇ ਪਾਸ ਹੋ ਜਾਂਦਾ ਵੀ ਇਹਨੂੰ ਫਾਇਰ ਕੀਤਾ ਜਾਵੇ ਤਾਂ ਫਾਇਰ ਹੋ ਜਾਣਗੇ, ਕਰਨਾ ਪਵੇਗਾ। ਹਾਊਸ ਦੇ ਵਿੱਚ ਇਹ ਗੱਲ ਕੀਤੀ ਹੋਈ ਹੈਗੀ, ਪਰ ਲੱਗਦਾ ਨਹੀਂ ਹੈ ਇਹ ਔਨ ਟਾਪ ਆਫ ਦਾ ਇਟਸ ਨਾਟ ਅ ਬਾਈਂਡਿੰਗ ਵੋਟ। ਪਰ ਇਹ ਇੱਕ ਤਰ੍ਹਾਂ ਦਾ ਇਹਨਾਂ ਦੇ ਖਾਤੇ ਦੇ ਵਿੱਚ ਇੱਕ ਬੜੀ ਵੱਡੀ ਗਲਤੀ ਆ ਜਾਏਗੀ। ਇਲੈਕਸ਼ਨ ਦੇ ਚਾਂਸਸ ਬਹੁਤ ਜ਼ਿਆਦਾ ਨੇ। ਅਸੀਂ ਅੱਗੇ ਆ ਕੇ ਵੀ ਗੱਲ ਕਰਾਂਗੇ ਤੇ ਔਰ ਉਹਦੇ ਨਾਲ ਇਹਨਾਂ ਨੂੰ ਆਪਦੀ ਜਿੱਥੇ ਰਾਈਡਿੰਗ ਹੈ ਉੱਥੇ ਵੀ ਪ੍ਰੋਬਲਮ ਆਏਗੀ। ਔਨ ਟਾਪ ਆਫ ਦੈਟ ਟਰੂਡੋ ਗਵਰਨਮੈਂਟ ਨੂੰ ਇਲੈਕਸ਼ਨ ਦੇ ਵਿੱਚ ਜਦੋਂ ਆਉਣਗੇ ਇਹ ਸਵਾਲ ਬਹੁਤ ਥਾਵਾਂ ਤੇ ਕੀਤਾ ਜਾਵੇਗਾ। ਬਿਲਕੁਲ ਸਰ, ਹੁਣ ਜੇ ਇਲੈਕਸ਼ਨਸ ਦੀ ਜਿਵੇਂ ਕਾਲ ਆਉਂਦੀ ਵੀ ਆ ਤਾਂ ਇਸ ਵਕਤ ਟਰੂਡੋ ਗਵਰਨਮੈਂਟ ਦੇ ਉੱਤੇ ਕਾਫੀ ਜ਼ਿਆਦਾ ਅਜਿਹੇ ਮੈਟਰਸ ਹੋ ਚੁੱਕੇ ਨੇ ਜਿਹੜੇ ਕਿ ਲੋਕੀ ਕੱਲ ਨੂੰ ਸਵਾਲ ਕਰ ਸਕਦੇ ਆ, ਚਾਹੇ ਉਹ ਇੰਡੀਜੀਨੀਅਸ ਦਾ ਹੋਵੇ। ਹੁਣ ਇੱਥੇ ਅਟੈਕਸ ਹੋਣ ਲੱਗੇ ਨੇ, ਹੇਟ ਕ੍ਰਾਈਮ ਵੱਧ ਚੁੱਕਿਆ ਵਾ। ਉਤੋਂ ਦੀ ਉਹਨਾਂ ਦੀ ਕੈਬਨਿਟ ਦੇ ਵਿੱਚ ਵੀ ਚਾਹੇ ਅਲੱਗ-ਅਲੱਗ ਮਿਨਿਸਟਰਸ ਹੋਣ, ਉਹਨਾਂ ਦੇ ਉੱਤੇ ਕਈ ਵਾਰੀ ਅਜਿਹੇ ਦੋਸ਼ ਲੱਗਦੇ ਆ ਰਹੇ ਨੇ। ਹੁਣ ਮਿਸਟਰ ਸੱਜਣ ਦਾ ਨਵਾਂ ਦੋਸ਼ ਲੱਗ ਚੁੱਕਿਆ ਵਾ। ਸੋ ਅਜਿਹੇ ਵਿੱਚ ਜੇ ਕਾਲ ਵੀ ਕਰਦੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਸਹੀ ਸਮਾਂ ਹੋਏਗਾ। ਹੁਣ ਦੇਖ ਕੇ ਮਾਮਲੇ ਰਫਾ ਦਫਾ ਕਰਕੇ ਉਸ ਤੋਂ ਬਾਅਦ ਹੀ
ਹੀ ਉਹ ਕਾਲ ਕਰਨਗੇ। ਪਰ ਅੱਜ ਜਿਹੜੀਆਂ ਆਏ ਨੀਆਂ ਪੋਲਸ ਆਈਆਂ ਨੇ, ਜਿਹੜੀਆਂ ਪੋਲਸ ਆਈਆਂ ਨੇ ਅੱਜ ਤਕਰੀਬਨ ਸਾਰੀਆਂ 3 ਪੋਲਸ ਆਈਆਂ ਨੇ, ਕਿਸੇ 'ਚ 35% ਤੇ ਨੇ ਲਿਬਰਲਸ, ਕਿਤੇ 37% ਨੇ। ਤਕਰੀਬਨ 7-8 ਤੋਂ ਲੈ ਕੇ 10-12 ਪੁਆਇੰਟਸ ਦਾ ਫਰਕ ਹੈ ਕੰਜ਼ਰਵੇਟਿਵਸ ਐਂਡ ਲਿਬਰਲਸ ਦਾ। ਜਿਹੜੇ ਐਨਡੀਪੀ ਟ੍ਰੈਡੀਸ਼ਨਲੀ ਉੱਥੇ 17 ਦੇ ਨੇੜੇ ਤੇੜੇ ਹੈਗੇ ਨੇ, ਉਹੀ 6% ਦੇ ਉੱਤੇ ਬਲੈਕ ਬੁੱਕ, ਪਰ ਬਲੈਕ ਬੁੱਕ 6 ਹੈਗਾ ਤਾਂ ਉਹਦੀ ਸੀਟਾਂ ਬੜੀਆਂ ਲੈ ਜਾਂਦੇ ਕਿਉਂਕਿ ਇੱਕ ਸੂਬੇ ਦੇ ਵਿੱਚ ਸੀਮਤ ਹੈਗੇ ਨੇ। ਗ੍ਰੀਨ ਪਾਰਟੀ ਤਕਰੀਬਨ ਉੱਥੇ ਖੜੀ ਹੈ, ਜਿਹੜੀ ਇੱਕ ਪੀਪੀ ਇੱਕ ਹੋਰ ਨਵੀਂ ਪਾਰਟੀ ਬਣੀ ਸੀ, ਉਹ ਤਾਂ ਤਕਰੀਬਨ 3 ਜਾਂ 4% ਦੇ, ਜਿਹਦੇ ਕੋਲ ਸੀਟ ਕੋਈ ਆਉਣੀ ਦੇ ਚਾਂਸ ਹੈਨਗੇ। ਤਰਨ ਇੰਨਾ ਕੁਛ ਹੋਣ ਦੇ ਬਾਵਜੂਦ ਸਟਿਲ ਟਰੂਡੋ ਦੀ ਪੋਪੂਲੈਰਿਟੀ 35-37% ਹੈਗੀ, 2% ਹੋਰ ਚਾਹੀਦੇ ਮੈਜੋਰਟੀ ਵਾਸਤੇ। ਜੇ ਇਸੇ ਤੇ ਵੀ ਜੇ ਇਲੈਕਸ਼ਨ ਹੋ ਜਾਂਦੀ ਹੈ ਤਾਂ ਵੀ ਮਿਨੋਰਿਟੀ ਗਵਰਨਮੈਂਟ ਫਿਰ ਵੀ ਜਿਹੜੀ ਬਣਦੀ ਹੈ ਉਹ ਲਿਬਰਲ ਸਰਕਾਰ ਹੋਈ ਬਣਦੀ ਹੈ, ਦੂਸਰੀ ਸਰਕਾਰ ਬਣਦੀ ਨਹੀਂ ਹੈਗੀ ਹੈ। ਇਹ ਤਾਂ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਹਨੂੰ ਤੇ ਐਨਡੀਪੀ ਨੂੰ ਬਹੁਤ ਵੱਡਾ ਹੰਭਲਾ ਹੋਰ ਮਾਰਨਾ ਪਵੇਗਾ ਕਿ ਜੇ ਉਹ ਜਿਹੜਾ ਲਿਬਰਲਸ ਦਾ ਗੜ ਹੈਗਾ ਉਹ 'ਚ ਹੋਰ ਜੇ ਸੀਟਾਂ ਖੋਲ ਲੈਂਦੇ ਆ ਦੈਨ ਇਟਸ ਗੋਇੰ ਟੂ ਬੀ ਡਿਫਰੈਂਟ ਸਟੋਰੀ। ਬਿਲਕੁਲ ਸਰ, ਹੁਣ ਦੇਖਦੇ ਹਾਂ ਕਿ ਕੀ ਬਣਦਾ ਹੈ। ਵੈਸੇ ਇਸ ਵਕਤ ਜਿਹੜੇ ਪੋਲਸ ਆ ਰਹੇ ਨੇ, ਸਾਹਮਣੇ ਆ ਰਹੇ ਨੇ, ਤੇ ਉਹਦੇ ਵਿੱਚ ਤਾਂ ਲਿਬਰਲਸ ਹੀ ਅੱਗੇ ਜਾ ਰਹੇ ਨੇ, ਕਾਫੀ ਲੀਡ ਲੈ ਕੇ ਜਾ ਰਹੇ ਨੇ। 37.7% ਦੇ ਅਰਾਊਂਡ ਜਿਹੜੀ ਇਹਨਾਂ ਦੀ ਜਾ ਰਹੀ ਹੈ। ਐਨਡੀਪੀ ਵੀ ਠੀਕ ਠਾਕ ਚੱਲ ਰਹੀ ਹੈ, ਜਿੰਨੇ ਤੇ ਸੀ ਉਹਨਾਂ ਕਮ ਸੇ ਕਮ ਬਰਕਰਾਰ ਰੱਖਿਆ ਵਾ। ਹਾਲਾਂਕਿ ਜਗਮੀਤ ਸਿੰਘ ਜਿਹੜੇ ਲੇਟੈਸਟ ਮੁੱਦੇ ਲੈ ਕੇ ਆਉਂਦੇ ਨੇ, ਬਾਹਲਾ ਕੋਈ ਉਹਦਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈਗਾ। ਬਸ ਪ੍ਰੋਬਲਮ ਪਤਾ ਕੀ ਆ ਜਾਂਦੀ ਹੈ, ਜਿਹੜੀ ਐਨਡੀਪੀ ਹੈ ਉਹ ਉਸ ਲੈਵਲ ਤੱਕ ਸੀਮਤ ਹੈ। ਐਨਡੀਪੀ ਦੀ ਸਪੋਰਟ ਇੱਕ ਵਾਰੀ ਬਹੁਤ ਜ਼ਿਆਦਾ ਗਈ ਸੀਗੇ ਜੈਕ ਲੇਟਨ ਵੇਲੇ, ਉਸ ਵੇਲੇ ਕੁਝ ਲੱਗਦਾ ਸੀਗਾ ਕਿ ਇਹ ਕੁਝ ਕਰ ਦਿਖਾਏਗੀ, ਪਰ ਨਹੀਂ, ਉਦੋਂ ਵੀ ਕੋਈ ਗੱਲ ਨਹੀਂ ਬਣੀ ਹੈਗੀ ਆ। ਉਦੋਂ ਪਹਿਲਾਂ ਮਿਸਟਰ ਬ੍ਰੌਡਬੈਂਟ ਹੁੰਦੇ ਸੀਗੇ, ਵੈਰੀ ਪੋਪੂਲਰ, ਬਹੁਤ ਸਿਆਣਾ ਲੀਡਰ ਸੀਗਾ ਉਹ, ਪੋਪੂਲਰ ਬੜਾ ਸੀਗਾ, ਪਰ ਸਰਕਾਰ ਉਹ ਤੋਂ ਨਹੀਂ ਸੀ ਬਣੀ। ਐਨਡੀਪੀ ਦੀ ਸਰਟਨ ਪ੍ਰੋਬਲਮ ਇਹ ਆ ਜਾਂਦੀ ਹੈ ਹਰ ਥਾਂ ਤੇ, ਜਦੋਂ ਐਨਡੀਪੀ ਐਂਡ ਲਿਬਰਲਸ ਤਕਰੀਬਨ ਸੇਮ ਇਹਨਾਂ ਦੀ ਹੈਗੀ ਆ ਵਿਊਜ਼ ਹੈਗੇ ਨੇ। ਐਨਡੀਪੀ ਥੋੜੀ ਜ਼ਿਆਦਾ ਲੈਫਟ ਨੂੰ ਹੈ, ਉਹ ਥੋੜੀ ਸੈਂਟਰਿਸਟ ਹੈਗੀ ਆ, ਪਰ ਅਖੀਰ ਜਦੋਂ ਲੋਕੀ ਦੇਖਣ ਲੱਗ ਜਾਂਦੇ ਕਹਿੰਦੇ ਐਨਡੀਪੀ ਨੂੰ ਕੋਈ ਵੋਟ ਪਾਣੀ ਆ, ਕਈ ਬਾਕੀ ਲਿਬਰਲਸ ਸਮਝਾਉਣ ਲੱਗ ਜਾਂਦੇ ਆ ਵੀ ਤੁਹਾਡੀ ਵੋਟ ਵੇਸਟ ਹੋਊਗੀ, ਕਿਉਂ ਨਾ ਤੁਸੀਂ ਸਾਨੂੰ ਪਾਓ, ਅਸੀਂ ਸਰਕਾਰ ਬਣਾ ਲੈਂਦੇ ਆ, ਕੁਛ ਇਸ ਤਰ੍ਹਾਂ ਦੀਆਂ ਗੱਲਾਂ ਨੇ। ਇਸੇ ਕਰਕੇ ਐਨਡੀਪੀ ਵਿਚਾਰੀ ਉੱਥੇ ਰਹਿ ਜਾਂਦੀ ਹੈ। ਪਰ ਜੋ ਵੀ ਹੈ ਇਸ ਵਕਤ ਐਮਪੀਸ ਦਾ ਥੋੜਾ ਜਿਹਾ ਮਾੜਾ ਹਾਲ ਚੱਲ ਰਿਹਾ ਇੱਥੇ। ਐਨਡੀਪੀ ਦੇ ਹੀ ਐਮਪੀ ਦੀ ਗੱਲ ਕਰ ਲੈਂਦੇ ਹਾਂ ਜੀ। ਐਨਡੀਪੀ ਦੀ ਇੱਕ ਐਮਪੀ ਹੈ ਨੂਨਾਵੋਤ ਤੋਂ, ਜਿਨ੍ਹਾਂ ਦਾ ਨਾਮ ਹੈ ਜੀ ਮੋਮਿਲਾਕ, ਤੇ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਆ। ਉਹਨਾਂ ਦਾ ਕਹਿਣਾ ਹੈ ਕਿ ਪਾਰਲੀਮੈਂਟ ਵਿੱਚ ਜਾਂਦੇ ਸੀ ਤਾਂ ਵਿਤਕਰਾ ਕੀਤਾ ਜਾਂਦਾ ਸੀ ਉਹਨਾਂ ਦੇ ਨਾਲ। ਹਾਲਾਂਕਿ ਉਹਨਾਂ ਨੇ ਆਖਿਆ ਹੈ ਕਿ ਇਹ ਉਹਨਾਂ ਦਾ ਅੰਤ ਨਹੀਂ ਹੈ, ਹਜੇ ਇੱਥੇ ਉਹਨਾਂ ਦਾ ਖਤਮ ਨਹੀਂ ਹੋਇਆ ਕੁਝ ਵੀ। ਸੋ ਸਰ, ਐਮਪੀਸ ਨਾਲ ਅਜਿਹੇ ਹਾਲਾਤ ਪੈਦਾ ਹੋ ਰਹੇ ਨੇ। ਜਾਂ ਮੋਮਿਲਾਕ ਕਕਾਕ ਇਹਨਾਂ ਦਾ ਨਾਮ ਹੈ, ਇਹ ਆਪਣਾ ਨੇਟਿਵ ਇੰਡੀਅਨ ਹੈ, ਅਗਲਾ ਸਾਡੇ ਨਾਮ ਤੇ ਵੀ ਕਈ ਵਾਰੀ ਹੱਸਦਾ ਹੋਏਗਾ। ਇਹ ਉਹਨਾਂ ਦਾ ਨਾਮ ਹੈ ਜੀ। ਉੱਥੇ ਐਮਪੀ ਨੇ ਪਹਿਲੀ ਵਾਰੀ ਬਣੇ ਸੀਗੇ, ਨਾਰਦਰਨ ਕੈਨੇਡਾ ਦੇ ਵਿੱਚੋਂ ਬਣੇ ਹੈਗੇ ਨੇ ਜੀ। ਔਰ ਉਹ ਜਾਂਦੇ ਹੋਏ, ਇਹ ਵੀ ਇੱਕ ਸਾਈਨ ਆ ਜਿਹੜਾ ਇਲੈਕਸ਼ਨ ਆ ਰਹੀ ਹੈ, ਇਹਨਾਂ ਨੇ ਅਗਲੀ ਵਾਰੀ ਇਲੈਕਸ਼ਨ ਨਹੀਂ ਲੜਨੀ ਆ, ਔਰ ਜਾਂਦੀ ਆਪਦੀ ਫੇਅਰਵੈਲ ਸਪੀਚ ਦੇ ਗਈ ਹੈਗੀ। ਜੇ ਫੇਅਰਵੈਲ ਸਪੀਚ ਸਾਡੇ ਦੇਣ ਦੀ ਲੋੜ ਨਹੀਂ ਹੈਗੀ, ਕੋਈ ਤਾਂ 2 ਸਾਲ ਰਹਿੰਦੇ ਨੇ, 2.5 ਸਾਲ ਰਹਿੰਦੇ ਹੈਗੇ ਆ, ਕਿਉਂ ਫੇਅਰਵੈਲ ਸਪੀਚਸ ਤੋਂ ਲੱਗ ਰਿਹਾ ਇਲੈਕਸ਼ਨ ਆ ਰਹੀ ਹੈ। ਬਿਲਕੁਲ ਇਹਨੇ ਇਹ ਗੱਲ ਕਹੀ ਹੈ ਤਰਨ ਕਿ ਮੈਨੂੰ ਪਾਰਲੀਮੈਂਟ ਦੇ ਵਿੱਚ ਵੀ ਜਦੋਂ ਮੈਂ ਜਾਂਦੀ ਸੀਗੀ ਤਾਂ ਮੈਨੂੰ ਆਮ ਖੜਾ ਕੇ ਪੁੱਛਿਆ ਜਾਂਦਾ ਸੀ ਤੂੰ ਕੌਣ ਹੈ, ਵੀ ਨਹੀਂ ਪਤਾ, ਵੀ ਮੈਨੂੰ ਹੀ ਰੋਕਿਆ ਜਾਂਦਾ ਸੀ। ਮੇਰਾ ਖਿਆਲ ਨਹੀਂ ਹੈ ਕਿ ਇਕੱਲੇ ਨੂੰ ਰੋਕਿਆ ਜਾਂਦਾ, ਹੋਰਾਂ ਨੂੰ ਰੋਕਿਆ ਜਾਂਦਾ ਹੋਵੇਗਾ, ਪਰ ਇੱਕ ਗੱਲ ਜ਼ਰੂਰ ਹੈ, ਇਹ 'ਚ ਜਿਹੜੀ ਸਾਡੀ ਉਹਦੇ ਪਾਰਲੀਮੈਂਟ ਦੇ ਵਿੱਚ ਸਿਕਿਉਰਿਟੀ ਸਿਸਟਮ ਹੈਗਾ, ਜੇ ਤੁਹਾਨੂੰ ਸਰਟਨ ਆਇਡੈਂਟੀ ਦਿੱਤੀ ਗਈ ਹੈ, ਜੇ ਉਹ ਤੁਸੀਂ ਨਹੀਂ ਪਾ ਕੇ ਚੱਲ ਰਹੇ ਤਾਂ ਮੇਰੇ ਖਿਆਲ ਸਿਕਿਉਰਿਟੀ ਨੂੰ ਹੱਕ ਹੈਗਾ ਤੁਹਾਨੂੰ ਪੁੱਛਣ ਦਾ। ਜੇ ਤੁਹਾਡੇ ਆਇਡੈਂਟੀ ਪਾਈ ਹੋਈ ਹੈ ਤਾਂ ਕੋਈ ਤੁਹਾਨੂੰ ਕਿਉਂ ਰੋਕੇਗਾ। ਮੇਰੇ ਖਿਆਲ ਇਹ ਕਹਿੰਦੀ ਮੈਂ ਆਪਦੀ ਆਇਡੈਂਟੀ ਹੈਂਡੀ ਰੱਖਦੀ ਹੁੰਦੀ ਸੀ, ਕੋਲੇ ਰੱਖਦੀ ਹੁੰਦੀ ਸੀ, ਵੀ ਪਤਾ ਨਹੀਂ ਕਿੱਥੇ ਦਿਖਾਉਣ ਦੀ ਲੋੜ ਹੈ। ਜੇ ਤੁਹਾਡੇ ਪਾਈ ਹੋਈ ਹੈ, ਤੁਹਾਡੇ ਲਾਈ ਹੋਈ ਹੈ, ਤਾਂ ਤੁਹਾਨੂੰ ਕੋਈ ਕਿਉਂ ਪੁੱਛੇਗਾ। ਮੈਨੂੰ ਇਸ ਗੱਲ 'ਚ ਵੀ ਥੋੜੀ ਹੋਈ ਹੈ ਕਿ ਤੁਸੀਂ ਕਿਉਂ ਨਹੀਂ ਆਪਦੀ ਆਈਡੀ ਪਾ ਕੇ। ਨਵਾਂ ਐਮਪੀ ਹੈ, ਪਹਿਲੀ ਵਾਰੀ ਇਹ ਇਲੈਕਟ ਹੋਏ ਨੇ, ਉੱਥੇ ਇੰਨੇ 338 ਐਮਪੀ ਨੇ। ਜਿਹੜੀ ਸਿਕਿਉਰਿਟੀ ਹੈ ਉਹ ਕਿਹਦੀ ਸ਼ਕਲ ਯਾਦ ਰੱਖ ਸਕਦੀ ਹੈ, ਥੋੜੀ ਦੇਰ ਬਾਅਦ ਯਾਦ ਹੋਣ ਲੱਗ ਜਾਂਦੇ, ਪੁਰਾਣਿਆਂ ਦੇ ਨਾਲ ਸਾਰੇ ਯਾਦ ਰਹਿਣ। ਜਿਹੜਾ ਨਵਾਂ ਆਏਗਾ ਜੇ ਪੁੱਛ ਰਿਹਾ ਤਾਂ ਫਿਰ ਐਸੀ ਕਿਹੜੀ ਗੱਲ ਹੋਗੀ। ਜੇ ਤੁਸੀਂ ਉਹਨੂੰ ਜਿਵੇਂ ਇਹਨੇ ਗੱਲ ਕਹੀ ਹੈ ਕਿ ਮੇਰੇ ਆਈਡੀ ਮੈਂ ਤਾਂ ਕੋਲੇ ਰੱਖਦੀ ਸੀਗੀ, ਜੇ ਤੁਹਾਡੇ ਆਈਡੀ ਪਾਈ ਹੋਗੀ ਤਾਂ ਤੁਹਾਨੂੰ ਰੋਕੇਗਾ ਕਿਉਂ। ਜੇ ਫੇਰ ਰੋਕਦਾ then there's a problem। ਜਿਵੇਂ ਥੋੜਾ ਬਹੁਤ ਗੱਲ ਹੁੰਦੀ ਆਪਾਂ ਇੰਡੀਜੀਨੀਅਸ ਲੋਕਾਂ ਦੀ ਗੱਲ ਕਰਦੇ, ਉਹਨਾਂ ਦੇ ਪਹਿਰਾਵੇ ਦੀ ਗੱਲ ਕਰਦੇ ਹਾਂ, ਕਈ ਵਾਰੀ ਬਾਕੀਆਂ ਨਾਲ ਡਿਫਰੈਂਟ ਹੋਣ ਦੇ ਕਰਕੇ ਸ਼ਾਇਦ ਉਹਨਾਂ ਨੂੰ ਰੋਕਿਆ ਜਾਂਦਾ ਹੋਵੇ। ਦੈਟਸ ਰਾਈਟ, ਪਰ ਜ਼ਰੂਰੀ ਨਹੀਂ ਹੈ ਕਿ ਇਹ ਆਪਣਾ ਉਹ ਪਹਿਰਾਵਾ ਪਾ ਕੇ ਜਾਂਦੀ ਸੀ ਕਿ ਹਮੇਸ਼ਾ ਨਹੀਂ ਇਹਨੇ ਉਹ ਪਾਇਆ ਹੈਗਾ। ਤੁਸੀਂ ਪਹਿਰਾਵੇ ਦੀ ਗੱਲ ਕੀਤੀ ਹੈ, ਆਰਸੀਐਮਪੀ ਨੇ ਇਸ ਚੀਜ਼ ਨੂੰ
ਮੰਨਣ ਲੱਗ ਪਈ ਹੈ। RCMP ਆਪਦੀ ਪੋਸ਼ਾਕ ਦਾ ਜਦੋਂ ਸੈਰੇਮਨੀ ਕੋਈ ਮਨਾਉਣੀ ਆ ਤਾਂ ਉਹਦਾ ਹਿੱਸਾ ਮੰਨਣ ਲੱਗ ਪਈ ਹੈ ਕਿ ਜਿਹੜੇ RCMP ਦੇ ਆਫਿਸਰਸ ਹੈਗੇ ਜੇ ਕੋਈ ਇਹ ਪਾਉਣੀ ਚਾਹਵੇ ਉਹਨੂੰ ਰਿਬਨ ਸਕਰਟ ਕਹਿੰਦੇ ਆ। ਜਿਹੜੀ ਟ੍ਰੈਡੀਸ਼ਨਲ ਸਕਰਟਸ ਇੱਥੋਂ ਦੀ ਨੇਟਿਵ ਇੰਡੀਅਨ ਵੂਮਨ ਦੀ ਪਾਈ ਹੁੰਦੀ ਹੈ ਜੀ, ਉਹਨੂੰ ਰਿਬਨ ਸਕਰਟ ਕਹਿੰਦੀ ਹੈ। ਬੜੀਆਂ ਸੋਹਣੀਆਂ ਨੇ, ਬੜੀਆਂ ਰੰਗ ਬਰੰਗੀਆਂ ਨੇ ਉਹ ਜਿਹੜੀਆਂ ਪਾਈਆਂ ਜਾਂਦੀਆਂ ਨੇ। ਔਰ RCMP ਨੇ ਅਲਾਉ ਕੀਤਾ ਜੀ ਕਿਉਂਕਿ ਇੱਕ ਲੜਕੀ ਹੈ ਜੀ 10 ਸਾਲ ਦੀ, ਉਹ ਆਪਣੇ ਸਕੂਲ ਗਈ ਸੀਗੀ, ਉਸਨੇ ਕਿਹਾ ਸੀ ਕੈਜੂਅਲ ਤੁਸੀਂ ਕੱਪੜੇ ਪਾ ਕੇ ਆਉਣੇ ਆ। ਜੋ ਕੈਜੂਅਲ ਕੱਪੜੇ ਪਾਉਣੇ ਆ ਤਾਂ ਉਹ ਆਪਦੀ ਜਿਹੜੀ ਟ੍ਰੈਡੀਸ਼ਨਲ ਡਰੈਸ ਆ ਪਾ ਕੇ ਗਈ। ਉਹਦੀ ਟੀਚਰ ਨੇ ਉਹਨੂੰ ਇੱਕ ਤਰ੍ਹਾਂ ਦੀ ਝਾੜ ਪਈ, ਆ ਤੇਰੇ ਕੀ ਪਾਇਆ ਹੋਇਆ। ਉਹ ਚੀਜ਼ ਐਸੀ ਵਾਇਰਲ ਹੋਈ ਹੈ ਕਿ ਉਹ RCMP ਨੇ ਉਸ ਨੂੰ ਇੱਕ ਦਿਨ ਵਾਸਤੇ ਆਨਰਰੀ RCMP ਦੀ ਕੈਡਟ ਬਣਾਈ ਆ ਉਹ। ਤੇ ਉਹ ਹੁਣ ਜਿਉਂ-ਜਿਉਂ ਆ ਗੱਲਾਂ ਹੋ ਰਹੀਆਂ ਨੇ, ਗੱਲਾਂ ਬਾਹਰ ਆ ਰਹੀਆਂ ਨੇ, ਤੇ ਉਹ ਤਾਂ ਰੈਕਗਨੀਸ਼ਨ ਹੋਰ ਹੋ ਰਹੀ ਹੈ। ਔਰ ਇਹਦੇ ਵਿੱਚ ਇਹ ਫਾਇਦਾ ਹੋਏਗਾ ਹੀ ਹੋਏਗਾ। ਤਾਂ ਜਿਹੜੀ ਗੱਲ ਹੈਗੀ ਆ ਇਲੈਕਸ਼ਨ ਦੀ, ਉਹਨੇ ਜਾਂਦੀ ਹੋਈ ਨੇ ਆਪਦੀ ਇਹ ਗੱਲ ਕਹਿਤੀ ਹੈ, ਪਰ ਕਹਿੰਦੀ ਮੈਂ ਫੜੇ ਵੀ ਸੇਵਾ ਕਰਦੀ ਰਵਾਂਗੀ। ਦੂਸਰਾ ਸਾਈਨ ਇਲੈਕਸ਼ਨ ਦਾ ਮਿਸਟਰ ਨਵਦੀਪ ਬੈਂਸ, ਉਹ ਵੀ ਫੇਅਰਵੈਲ ਸਪੀਚ ਦੇਖੀ, ਉਹ ਆਪਦੀ ਫੇਅਰਵੈਲ ਸਪੀਚ ਦੇ ਆਏ ਨੇ ਜੀ ਪਾਰਲੀਮੈਂਟ ਦੇ ਵਿੱਚ। ਇੱਕ ਹੋਰ ਸਾਈਨ ਹੈ ਇਹ ਕਿ ਇਲੈਕਸ਼ਨ ਪੱਕੀ ਆ ਰਹੀ ਹੈ। ਜਿੰਨੇ ਵੀ MPs ਨੂੰ ਐਕਚੁਅਲੀ ਸਾਰੀਆਂ ਪਾਰਟੀਆਂ ਜਿੰਨੇ MPs ਨੇ, ਉਹਨਾਂ ਸਾਰੀਆਂ ਪਾਰਟੀਆਂ ਨੇ ਇਹ ਗੱਲ ਕਹੀ ਹੋਈ ਹੈ ਵੀ ਜਿਹਨੇ ਮੁੜ ਕੇ ਇਲੈਕਸ਼ਨ ਨਹੀਂ ਲੜ ਲਈ ਉਹ ਆਪਦੀ ਫੇਅਰਵੈਲ ਸਪੀਚ ਹੁਣ ਦੇ ਕੇ ਜਾਓ, ਕਿਉਂਕਿ ਸਭ ਨੂੰ ਪਤਾ ਕਿ ਇਲੈਕਸ਼ਨ ਆ ਰਹੀ ਹੈ। ਇਲੈਕਸ਼ਨ ਦੇ ਚਾਂਸਸ ਬਣਦੇ ਤੁਰੇ ਜਾ ਰਹੇ ਆ। ਆਪਾਂ ਅੱਗੇ NDP ਦੇ ਮੋਸ਼ਨਸ ਤੇ ਗੱਲ ਕਰਾਂਗੇ, ਉਹਦੇ ਨਾਲ ਵੀ ਇਹੀ ਜਿਹੀ ਗੱਲਾਂ ਕਰਾਂਗੇ। ਬਿਲਕੁਲ, NDP ਦੇ ਮੋਸ਼ਨਸ ਤੇ ਵੀ ਆਵਾਂਗੇ, RCMP ਦੀ ਵੀ ਆਪਾਂ ਗੱਲਬਾਤ ਕੀਤੀ ਹੈ। ਨਵਦੀਪ ਬੈਂਸ ਦੀ ਥੋੜੇ ਜਿਹਾ ਆਪਾਂ ਉਹਨਾਂ ਦੀ ਗੱਲ ਕਰ ਲਈ। ਲਿਬਰਲ ਦੀ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਹੈ, ਹੀ ਸੈਡ ਕਿ ਕਾਫੀ ਉਹਨਾਂ ਦਾ ਵਧੀਆ ਐਕਸਪੀਰੀਅੰਸ ਰਿਹਾ। ਆਪਣੀ ਫੈਮਿਲੀ, ਉਹਨਾਂ ਦੀ ਫੈਮਿਲੀ ਵੀ ਉਸ ਵਕਤ ਉੱਥੇ ਪਹੁੰਚੀ ਹੋਈ ਸੀ, ਉਹਨਾਂ ਦੀਆਂ ਬੇਟੀਆਂ, ਉਹਨਾਂ ਦੇ ਮਦਰ ਐਂਡ ਉਹਨਾਂ ਦੇ ਪੇਰੈਂਟਸ ਪਹੁੰਚੇ ਹੋਏ ਸੀ। ਸੋ ਕਾਫੀ ਉਹਨਾਂ ਨੇ ਭਾਵੁਕ ਸਪੀਚ ਦਿੱਤੀ ਹੈ ਤੇ ਉਹਨਾਂ ਨੇ ਥੈਂਕਸ ਕੀਤਾ ਹੈ। ਉਹ ਕਹਿੰਦੇ ਕਿ ਮੈਂ ਆਪਣਾ ਹੁਣ ਸਮਾਂ ਆਪਣੀ ਫੈਮਿਲੀ ਨਾਲ ਗੁਜ਼ਾਰਨਾ ਚਾਹੁੰਦਾ, ਬੱਚੀਆਂ ਨਾਲ ਗੁਜ਼ਾਰਨਾ ਚਾਹੁੰਦਾ। ਚੰਗੀ ਗੱਲ ਹੈ। ਦੇਖੋ ਹਰੇਕ ਦਾ ਆਪਦਾ ਫੈਸਲਾ ਜੀ। ਪਰਿਵਾਰ ਨੂੰ ਸਾਰੇ ਕਹਿੰਦੇ ਸਾਡਾ ਪਰਿਵਾਰ ਮੂਹਰੇ ਹੈਗਾ, ਜਿਹੜਾ ਕਿ ਉਹਨਾਂ ਨੇ ਫੈਸਲਾ ਕੀਤਾ ਸਿਰ ਮੱਥੇ। ਇਟਸ ਅਪ ਟੂ ਹਿਮ, ਗੁੱਡ ਲੱਕ ਟੂ ਹਿਮ ਐਜ਼ ਵੈਲ। ਕਿ ਐਕਚੁਅਲੀ ਜਿਹੜੀ ਲਿਬਰਲ ਪਾਰਟੀ ਹੈ ਗੋਇੰ ਟੂ ਮਿਸ ਅ ਵੈਰੀ ਗ੍ਰੇਟ ਕੈਂਡੀਡੇਟ, ਜਿਸ ਦੇ ਨਾਲ ਕਿ ਉਹਨਾਂ ਨੇ ਬੜਾ ਆਪਦੇ ਇਲਾਕੇ ਨੂੰ ਵੀ ਸਰਵ ਕੀਤਾ, ਪਰ ਹਜੇ ਵੀ ਉਹ ਪੋਲੀਟਿਕਸ ਦੇ ਵਿੱਚ ਸਟਿਲ ਇਨਵੋਲਵ ਨੇ ਜੀ। ਇਸ ਵੇਲੇ ਜਿਹੜੇ ਨੈਸ਼ਨਲ ਲੈਵਲ ਦੇ ਜਿਹੜੀ ਇਹ ਰਿਕਰੂਟਿੰਗ ਹੋ ਰਹੀ ਹੈ ਨਵੇਂ ਕੈਂਡੀਡੇਟਸ ਦੀ, ਉਹ ਸਾਰੇ ਕਾਸੇ ਦੇ ਉਹ ਜੁਆਇੰਟਲੀ ਜ਼ਿੰਮੇਵਾਰ ਨੇ। ਤੇ ਠੀਕ ਹੈ, ਪਾਰਲੀਮੈਂਟ ਦੇ ਵਿੱਚ ਨਹੀਂ ਜਾਣੇ, ਬਟ ਹੀ ਵਿਲ ਸਟਿਲ ਬੀ ਇਨ ਟੱਚ ਵਿਦ ਐਂਡ ਵੈਰੀ ਐਕਟਿਵਲੀ ਆਈ ਗੈਸ ਇਨ ਟੱਚ ਵਿਦ ਦ ਲਿਬਰਲ ਪਾਰਟੀ। ਬਿਲਕੁਲ, ਮੋਸ਼ਨਸ ਦੀ ਵੀ ਗੱਲ ਕਰ ਲਈਏ। NDP ਵੱਲੋਂ ਜੋ ਮੋਸ਼ਨਸ ਲਿਆਂਦੇ ਗਏ ਸੀਗੇ, ਖਾਸ ਤੌਰ ਤੇ ਸਭ ਤੋਂ ਪਹਿਲਾਂ ਡੈਂਟਲ ਕੇਅਰ ਦੀ ਗੱਲ ਕਰ ਲਈਏ। ਡੈਂਟਲ ਕੇਅਰ ਦੀ ਗੱਲ ਕੀਤੀ ਜਾ ਰਹੀ ਸੀ ਤਾਂ NDP ਕਹੀ ਜਾ ਰਹੀ ਸੀ ਕਿ ਇਸ ਨੂੰ ਵੀ ਜਿਹੜਾ ਆ ਬਾਕੀ ਸਾਡੀ ਜਿਹੜੀਆਂ ਕੇਅਰਸ ਦੀਆਂ ਜਿਹੜੀਆਂ ਸਾਡੀ ਹੈਲਥ ਫੈਸਿਲਿਟੀਜ਼ ਨੇ ਉਹਦੇ ਵਿੱਚ ਮੈਂਸ਼ਨ ਕਰਨਾ ਚਾਹੀਦਾ ਤੇ ਇਹ ਵੀ ਮੁਫਤ ਹੋਣਾ ਚਾਹੀਦਾ। ਡੈਂਟਲ ਕੇਅਰ ਵੀ ਕੁਝ ਹੱਦ ਤੱਕ ਜਿਹੜੇ ਪੈਸੇ ਨਹੀਂ ਦੇਣੇ ਚਾਹੀਦੇ ਹੈਗੇ। ਸੋ ਇਸ ਵਕਤ ਲਿਬਰਲਸ ਲਈ ਗਲੇ ਦੀ ਹੱਡੀ ਬਣਿਆ ਹੋਇਆ ਸੀ ਮੋਸ਼ਨਸ, ਇਹ ਜਿਹੜਾ NDP ਵੱਲੋਂ ਲਿਆਂਦਾ ਗਿਆ ਸੀ, ਪਰ ਲਿਬਰਲ MPs ਨੇ ਮਿਲ ਕੇ ਇਸ ਮੋਸ਼ਨ ਨੂੰ ਜਿਹੜਾ ਆ ਉਹ ਖੂਨ ਚਲਾ ਦਿੱਤਾ। ਬਿਲਕੁਲ ਤਰਨ, ਲਿਬਰਲਸ ਨੇ, ਕੰਜ਼ਰਵੇਟਿਵਸ ਨੇ, ਬਲਾਕ ਬਕਵਾ ਨੇ, ਸਭ ਨੇ ਇਸ ਦੇ ਅਗੇਂਸਟ ਵੋਟ ਪਾਈ ਹੈ। 285 ਵੋਟਾਂ ਅਗੇਂਸਟ ਗਈਆਂ ਸੀਗੀਆਂ, 36 ਇਹਦੇ ਹੱਕ 'ਚ ਗਏ। ਜਿਹੜੀ ਗ੍ਰੀਨ ਪਾਰਟੀ ਹੈ ਉਹਨਾਂ ਨੇ NDP ਦੇ ਨਾਲ ਹੱਕ ਦੇ ਵਿੱਚ ਵੋਟ ਪਾਈ ਸੀ। ਇੱਕ ਗੱਲ ਮੈਂ ਜ਼ਰੂਰ ਕਰਨ ਜਾਵਾਂਗਾ, ਬਾਅਦ 'ਚ ਗਮੀਤ ਹੋਣਾ ਦਾ ਬਿਆਨ ਵੀ ਆਇਆ ਜੀ, ਜਿਹੜੀ NDP ਐਂਡ ਲਿਬਰਲਸ ਜਿਹੜੀ ਇੱਕ ਦੂਜੇ ਨਾਲ ਵਾਅਦਾ ਕੀਤਾ ਸੀ ਅਸੀਂ ਤੁਹਾਡੀ ਸਪੋਰਟ ਕਰਾਂਗੇ, ਉਹ ਸਪੋਰਟ ਦੇ ਵਿੱਚ ਇੱਕ ਬੇਸਿਕ ਗੱਲ ਇਹ ਸੀਗੀ ਕਿ ਜਿਹੜੀ ਡੈਂਟਲ ਕਵਰੇਜ ਲਿਬਰਲ ਸਰਕਾਰ ਇਸ ਗੱਲ ਨੂੰ ਜ਼ਰੂਰ ਪਾਸ ਕਰੇਗੀ। ਇਹ ਇਹਨਾਂ ਦੀ ਕੰਡੀਸ਼ਨ ਸੀਗੀ, ਜਿਹੜੀ ਕਿ ਉਹ ਕੰਡੀਸ਼ਨ ਪੂਰੀ ਨਹੀਂ ਹੋਈ ਹੈ। ਪੂਰੀ ਨਾ ਹੋਣ ਦੇ ਕਈ ਕਾਰਨ ਹੋ ਸਕਦੇ ਆ, COVID-19 ਵੀ ਹੋ ਸਕਦਾ ਕਿ ਤੇ ਸਮਾਂ ਹੀ ਨਹੀਂ ਲੱਗਿਆ ਸਰਕਾਰਾਂ ਨੂੰ ਕੁਝ ਵੀ ਕਰਨ ਦਾ। ਇਹ ਇੱਕ ਬੜਾ ਵੱਡਾ ਐਕਸਕਿਊਜ਼ ਵੀ ਆ, ਸਮਾਂ ਵੀ ਨਹੀਂ ਲੱਗਿਆ। ਔਰ ਜਿਹੜੀ NDP ਹੈ ਉਹਨੂੰ ਕਾਹਲ ਇਹ ਸੀਗੀ ਕਿ ਅਸੀਂ ਇਹ ਗੱਲ ਕਰਾਉਣੀ ਚਾਹੁੰਦੇ ਹਾਂ। ਇਹਦੇ ਵਿੱਚ ਵੀ ਪੋਲਿਟਿਕਸ ਹੈ, ਕਿਉਂਕਿ ਹੁਣ NDP ਇਹ ਕਹਿ ਰਹੀ ਹੈ ਕਿ ਅਸੀਂ ਇਸ ਗੱਲ ਤੇ ਇਹਨਾਂ ਨੂੰ ਸਪੋਰਟ ਦਿੱਤੀ ਸੀ, ਲਿਬਰਲਸ ਇਸ ਗੱਲ ਨੂੰ ਮੰਨ ਨਹੀਂ ਰਹੇ ਆ। ਕੱਲ ਨੂੰ ਕੋਈ ਐਸੀ ਹੋਰ ਗੱਲ ਹੋਏਗੀ ਕਿ ਅਸੀਂ ਫਿਰ ਉਸ ਚੀਜ਼ ਦੀ ਸਪੋਰਟ ਨਹੀਂ ਕਰਨੀ। ਸੋ ਚਾਂਸਸ ਆਰ ਸਰਕਾਰ ਦੇ ਟੁੱਟਣ ਦੇ ਚਾਂਸਸ ਬਣਦੇ ਤੁਰੇ ਜਾ ਰਹੇ ਆ। ਇਹ ਹਰ ਰੋਜ਼ ਇੱਕ ਨਵਾਂ ਸਟੈਪ ਉਧਰ ਨੂੰ ਜਾ ਰਿਹਾ ਔਰ ਲੱਗ ਰਿਹਾ ਕਿ ਜਿਹੜੀ ਆ ਇਹਨਾਂ ਦੀ ਆਪਸ ਵਿੱਚ ਜਿਹੜੀ ਟੁੱਟ ਹੈਗੀ ਆ, ਕੰਜ਼ਰਵੇਟਿਵ ਨੇ ਸਪੋਰਟ ਨਹੀਂ ਕਰਨੀ ਬਹੁਤੀ ਲਿਬਰਲਸ ਦੀ। ਬਲਾਕ ਬਕਵਾ ਕਿਸੇ ਬੇਸ ਤੇ ਕਰੇਗੀ ਤਾਂ ਕਰੇਗੀ ਜੇ ਕੁਬੈਕ ਨੂੰ ਫਾਇਦਾ ਹੋ ਰਿਹਾ, ਤਾਂ ਨਹੀਂ ਕਰੇਗੀ। ਹੁਣ ਕੁਛ ਨਾ ਕੁਛ ਐਸੇ ਮੋਸ਼ਨਸ ਆਉਣਗੇ ਜਿਹਦੇ ਉੱਤੇ ਲਿਬਰਲਸ ਐਸੀ ਚੀਜ਼ ਲੈ ਕੇ ਆਉਣਗੇ ਜਿਹਦੇ ਤੇ ਕੋਈ ਵੀ ਰਾਜੀ ਨਹੀਂ ਹੋਏਗਾ। ਜਿੱਦਣ ਰਾਜੀ ਨਹੀਂ ਹੋਏਗਾ ਉਦੋਂ ਤਾਂ ਕੰਮ ਹੋ ਜਾਏਗਾ। ਬਿਲਕੁਲ, ਹੁਣ ਤਾਂ ਵੈਸੇ ਵੀ ਲਿਬਰਲ ਚਾਹ ਰਹੀ ਹੈ ਕਿ ਹੁਣ ਕੋਈ ਨਾ ਕੋਈ ਉਹ ਕਹਿੰਦੇ ਆ ਕਿ ਕੁਰਸੀ ਦਾ ਇੱਕ ਪਾਵਾ ਹਿੱਲੇ, ਕੁਰਸੀ ਡਿੱਗੇ ਤੇ ਅਸੀਂ ਦੁਬਾਰਾ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕਰੀਏ। ਹਾਂ, ਪਰ ਇਸ ਵੇਲੇ ਜਿੰਨੀ ਕੁ ਹੈ ਨਾ
ਜੇ ਸੋਚਿਆ ਜਾਵੇ ਲਿਬਰਲਸ ਨੂੰ ਸਰਕਾਰ ਤੋੜਨ ਦੀ ਕੋਈ ਲੋੜ ਨਹੀਂ ਹੈ। ਲਿਬਰਲਸ ਬੜੀ ਆਰਾਮ ਦੇ ਨਾਲ 4 ਸਾਲ ਪੂਰੇ ਕਰ ਸਕਦੇ ਨੇ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਲਿਬਰਲਸ ਨੂੰ ਕਾਹਲ ਕਿਹੜੀ ਗੱਲ ਦੀ ਹੈਗੀ ਹੈ ਵੀ ਅਸੀਂ ਸਰਕਾਰ ਤੋੜ ਕੇ ਅਸੀਂ 4 ਸਾਲ ਦੀ ਹੋਰ ਮੈਜੋਰਟੀ ਲੈ ਕੇ ਆਈਏ। ਜੇ ਮੈਜੋਰਟੀ ਨਾ ਹੋਈ, ਜੇ ਮਿਨੋਰਿਟੀ 'ਚ ਰਹਿ ਗਏ, ਫਿਰ ਕੀ ਕਰੋਗੇ? ਹਾਲਤ ਇਸ ਵੇਲੇ ਜਿਹੜੇ ਜਿੰਨੇ ਕੁ ਇਹਨਾਂ ਦੀ ਹੈ ਨਾ ਪਪੂਲੈਰਿਟੀ ਹੈਗੀ ਆ, ਇਟਸ ਵੈਰੀ ਐਟ ਦ ਬ੍ਰਿੰਕ ਆਫ majority and minority ਉਸ ਥਾਂ ਦੇ ਉੱਤੇ ਹੈ ਕਿਸੇ ਵੀ ਪਾਸੇ ਬਹਿ ਸਕਦਾ ਕਿਸੇ ਤੋਂ why they want to take a chance। ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਬੜੇ ਆਰਾਮ ਨਾਲ 3 ਪਾਰਟੀਆਂ ਨੇ, ਤਿੰਨਾਂ ਚੋਂ ਇੱਕ ਦੀ ਸਪੋਰਟ ਚਾਹੀਦੀ ਹੈ। ਜਿਹਨੂੰ ਜਿਹੜੀ ਮਰਜ਼ੀ ਗੱਲ ਪੂਰੀ ਕਰ ਦੇਣ ਉਹਦੀ ਸਪੋਰਟ ਕਰ ਦੇਣਗੇ। ਸਰਕਾਰ ਟੁੱਟਣ ਦੀ ਲੋੜ ਹੈ ਨਹੀਂ ਕਿ ਬਟ ਆਈ ਡੋਨਟ ਨੋ ਕਿਉਂ ਲਿਬਰਲਸ ਇਸ ਪਾਸੇ ਨੂੰ ਤੁਰੇ ਹੋਏ ਆ ਔਰ ਚਾਂਸਸ ਹੈ ਜੀ ਇਲੈਕਸ਼ਨ ਆ ਜ਼ਰੂਰ ਰਹੀ ਹੈ। ਬਿਲਕੁਲ ਆ ਰਹੀ ਹੈ, ਪਰ ਐਨਡੀਪੀ ਵੀ ਇੱਥੇ ਰੁਕਣ ਵਾਲੀ ਨਹੀਂ ਹੈਗੀ। ਐਨਡੀਪੀ ਵੀ ਇਹੋ ਜਿਹੇ ਮੁੱਦੇ ਲੈ ਕੇ ਆ ਰਹੀ ਹੈ ਜਿਹਦੇ ਤੇ ਇੱਕ ਸਰਕਾਰ ਨੂੰ ਘੇਰਿਆ ਜਾ ਸਕੇ। ਸੋ ਬੈਨੀਫਿਟਸ ਦੀ ਗੱਲ ਕਰ ਲੈਂਦੇ ਹਾਂ। $2000 ਦਾ ਜਿਹੜਾ ਬੈਨੀਫਿਟ ਇਸ ਵਕਤ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਰਿਲੀਫ ਨੂੰ ਲੈ ਕੇ। ਸੋ ਐਨਡੀਪੀ ਕਹਿ ਰਹੀ ਹੈ ਕਿ ਇਹ ਬੰਦ ਨਹੀਂ ਹੋਣਾ ਚਾਹੀਦਾ, ਇਸ ਨੂੰ ਜਾਰੀ ਰੱਖਣਾ ਚਾਹੀਦਾ ਹੈ। ਅਜੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਇਹਦੇ ਉੱਤੇ ਡਿਪੈਂਡੈਂਟ ਨੇ। ਦੇਖੋ ਜੀ ਹੁਣ 2000 ਮਿਲ ਲਿਆ, ਕੱਟ ਕਟਾ ਕੇ ਉਹ ਚ ਮੇਰੇ ਖਿਆਲ 1800 ਮਿਲਦਾ 2 ਹਫ਼ਤਿਆਂ ਦਾ। ਉਹ ਜੀ ਜੁਲਾਈ ਦੇ ਵਿੱਚ 1200 ਰਹਿ ਜਾਣਾ। 1200 ਚ ਤੁਹਾਡਾ ਕੱਟ ਕਟਾ ਕੇ ਫਿਰ ਪਤਾ ਨਹੀਂ ਕਿੰਨੇ ਬਣਨੇ ਉਹ। ਐਨੀ ਹਾਓ ਜਿਹੜੇ ਉਹ ਘਟ ਜਾਣੇ ਆ। ਸਰਕਾਰ ਨੇ ਜਦੋਂ ਐਕਸਟੈਂਸ਼ਨ ਦਿੱਤੀ ਸੀ, ਲਿਬਰਲ ਗਵਰਨਮੈਂਟ ਨੇ ਕਿਹਾ ਸੀਗਾ ਉਹ ਜੁਲਾਈ ਤੱਕ ਪੂਰੇ, ਉਸ ਤੋਂ ਬਾਅਦ 40% ਲੈਸ। ਤੇ ਉਹ ਸਮਾਂ ਆ ਰਿਹਾ ਅੱਜ। ਉਹ ਸਮਾਂ ਆਉਣ ਵੇਲੇ ਜਿਹੜੀ ਐਨਡੀਪੀ ਆ ਉਹਨੇ ਇਹ ਕਰਕੇ ਪ੍ਰਪੋਜ਼ਲ ਦਿੱਤੀ ਕਿ ਨਹੀਂ ਜੀ ਉਹ ਘਟਣੇ ਨਹੀਂ ਜੀ ਚਾਹੀਦੇ, ਪੂਰਾ 2000 ਹੋ ਹੀ ਮਿਲਣਾ ਚਾਹੀਦਾ ਹੈਗਾ ਅਗਲੇ ਸੈਪਟੈਂਬਰ ਤੱਕ ਹੈਗਾ ਇਹ। ਇਹਦੇ ਵਿੱਚ ਵੀ ਫਿਰ ਪੰਗਾ ਪੈਣ ਵਾਲੀ ਗੱਲ ਹੈਗੀ ਆ। ਇਹਦੇ 'ਚ ਜ਼ਰੂਰੀ ਨਹੀਂ ਹੈ ਕਿ ਲਿਬਰਲਸ ਇਸ ਗੱਲ ਨੂੰ ਮੰਨਣਗੇ। ਸੋ ਐਨਡੀਪੀ ਦੀ ਲਿਸਟ ਵੀ ਡਿਮਾਂਡ ਲਿਸਟ ਲੰਬੀ ਹੁੰਦੀ ਜਾ ਰਹੀ ਹੈ। ਇਲੈਕਸ਼ਨ ਦੇ ਵਿੱਚ ਫਿਰ ਇਹਨਾਂ ਸਵਾਲ ਪੁੱਛਣਗੇ ਵੀ ਤੁਸੀਂ ਤੁਹਾਨੂੰ ਕਿਹਾ ਸੀਗਾ, ਤੁਸੀਂ ਇਹ ਗੱਲ ਕਿਉਂ ਨਹੀਂ ਕੀਤੀ? ਅਸੀਂ ਤੁਹਾਨੂੰ ਡੈਂਟਲ ਬਾਰੇ ਆਪਣਾ ਵਾਅਦਾ ਕੀਤਾ ਨਾ, ਆਪਣਾ ਵਾਅਦਾ ਸੀਗਾ ਤੇ ਤੁਸੀਂ ਪੂਰਾ ਕਿਉਂ ਨਹੀਂ ਕੀਤਾ? ਹੁਣ ਇਲੈਕਸ਼ਨਸ ਦੇ ਵਿੱਚ ਜੋ ਇਹ ਲੈ ਕੇ ਆ ਰਹੇ ਨੇ ਜਿਹੜੇ ਮੁੱਦਿਆਂ ਦੇ ਉੱਤੇ ਲਿਬਰਲਸ ਖਰੀ ਨਹੀਂ ਉਤਰ ਰਹੀ, ਪੂਰੀ ਲਿਸਟ ਤਿਆਰ ਕਰ ਰਹੇ ਨੇ ਤਾਂ ਕਿ ਇਲੈਕਸ਼ਨਸ ਵੇਲੇ ਘਿਰਨ ਵੇਲੇ ਮਿਲਣ ਇਹ ਸਾਰੇ ਮੁੱਦੇ ਕਿ ਲਿਬਰਲਸ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਤੋਂ ਮੁੱਕਰੇ ਨੇ। ਐਨਡੀਪੀ ਆ ਲੈ ਕੇ ਆ ਜਿਹੜੀ ਡੈਂਟਲ ਵਾਲੀ ਗੱਲ ਆ ਇਹ ਬੜੀ ਵੱਡੀ ਗੱਲ ਆਏਗੀ। ਇਹ ਇੱਕ ਹੋਰ ਗੱਲ ਹੋ ਸਕਦੀ ਹੈ ਇਸ ਨੂੰ ਹੈਂਡਲ ਕਰਨ ਵਾਸਤੇ ਸ਼ਾਇਦ ਜਿਹੜੀ ਲਿਬਰਲਸ ਨੇ ਉਹ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਸ ਚੀਜ਼ ਨੂੰ ਕਿਤੇ ਨਾ ਕਿਤੇ ਜ਼ਰੂਰ ਲੈ ਕੇ ਆਉਣਗੇ ਕਿ ਕੱਲ ਨੂੰ ਐਨਡੀਪੀ ਨੇ ਸਾਨੂੰ ਘੇਰਨਾ। ਸਵਾਲ ਸਭ ਤੋਂ ਵੱਡਾ ਇਸੇ ਦਾ ਹੀ ਹੋਏਗਾ। ਜਿੱਦਣ ਡਿਬੇਟ ਹੋਣੀ ਆ ਤਿੰਨੇ ਲੀਡਰਸ ਦੀ, ਉਦੋਂ ਇਹ ਸਵਾਲ ਲਾਜ਼ਮੀ ਮਿਸਟਰ ਟਰੂਡੋ ਨੂੰ ਜਗਮੀਤ ਹੋਣੀ ਪੁੱਛਣਗੇ ਵੀ ਤੁਸੀਂ ਸਾਡਾ ਵਾਅਦਾ ਕੀਤਾ ਸੀ ਨਾ, ਤੁਸੀਂ ਪੂਰਾ ਨਹੀਂ ਕੀਤਾ। ਵਾਈ ਕੈਨੇਡੀਅਨ ਸ਼ੁੱਡ ਟਰਸਟ ਯੂ? ਇਹ ਸਵਾਲ ਇੱਥੇ ਆਏਗਾ। ਲੋਕਾਂ ਨੂੰ ਪੂਰਾ ਕਨਫਿਊਜ਼ ਕਰਨਗੇ ਕਿਉਂਕਿ ਡੈਂਟਲ ਦੀ ਜੇ ਗੱਲ ਆਉਂਦੀ ਤਾਂ ਕੰਜ਼ਰਵੇਟਿਵਸ ਨੇ ਵੀ ਇਹਦੇ ਵਿਰੋਧੀ ਵੋਟ ਪਾਈ ਹੈ। ਦੈਟਸ ਰਾਈਟ। ਅੱਛਾ ਜਿਹੜੀਆਂ ਇਹ ਪਾਰਟੀਆਂ ਨੇ ਉਹ ਪਾਰਟੀਆਂ ਕੰਜ਼ਰਵੇਟਿਵਸ ਨੇ ਕਿਉਂ ਵੋਟ ਪਾਈ ਅਗੇਂਸਟ? ਕੰਜ਼ਰਵੇਟਿਵਸ ਨੇ ਇਸ ਪਾਈ ਹੈ ਜੇ ਕੱਲ ਨੂੰ ਅਸੀਂ ਪਾਵਰ 'ਚ ਆਉਨੇ ਆ ਵੀ ਨਾਟ ਏਬਲ ਟੂ ਅਫੋਰਡ ਇਟ। ਜੀ ਇਹ ਪਤਾ ਅਸੀਂ ਅਫੋਰਡ ਨਹੀਂ ਕਰ ਸਕਦੇ। ਅਸੀਂ ਪਹਿਲਾਂ ਵਾਅਦਾ ਕਿਉਂ ਅਸੀਂ ਹੱਕ ਦੇ ਵਿੱਚ ਪਾਈਏ ਇਸ ਗੱਲ ਨੂੰ? ਇਹ ਕੰਜ਼ਰਵੇਟਿਵਸ ਨੇ ਇਸ ਕਰਕੇ ਆਪਦੇ ਕੋਲੇ ਰੱਖੀ ਹੈ। ਪਰ ਜਿਹੜਾ ਆਮ ਬੰਦਾ ਮੇਰੇ ਵਰਗਾ ਉਹ ਕਹਿੰਦਾ ਯਾਰ ਜਗਮੀਤ ਤਾਂ ਕਹਿੰਦਾ ਤੇਰੀ ਡੈਂਟਲ ਵੀ ਕਵਰੇਜ ਕਰਵਾ ਕੇ ਦਊਂਗਾ ਤੇ ਮੈਂ ਕਿਸੇ ਹੋਰ ਨੂੰ ਵੋਟ ਕਿਉਂ ਪਾਵਾਂ? ਉਹਦੇ ਬਰਾਬਰ ਕਰਨ ਵਾਸਤੇ ਟਰੂਡੋ ਨੂੰ ਕੁਛ ਨਾ ਕੁਛ ਇਹ ਜਿਹਾ ਲਿਬਰਲਸ ਨੂੰ ਕੋਈ ਨਾ ਕੋਈ ਜਿਹਨੂੰ ਕਹਿੰਦੇ ਆ ਲਾਲੀਪੌਪ ਜ਼ਰੂਰ ਇਹਨੂੰ ਟੈਕਲ ਕਰਨ ਵਾਸਤੇ ਲੈਣਾ ਪਵੇਗਾ। ਨਹੀਂ ਤਾਂ ਇਹ ਸਵਾਲ ਜਿਹੜੀ ਜਦੋਂ ਡਿਬੇਟ ਹੋਣੀ ਆ ਡਿਬੇਟ ਦੇ ਵਿੱਚ ਇਹ ਬੜਾ ਵੱਡਾ ਸਵਾਲ ਜਗਮੀਤ ਹੋਣਾ ਨੇ ਪੁੱਛਣਾ ਭਾਈ ਆਪਣਾ ਵਾਅਦਾ ਕੀਤਾ ਸੀਗਾ ਨਾ, ਤੁਸੀਂ ਇਹ ਪੂਰਾ ਨਹੀਂ ਕੀਤਾ, ਦੱਸੋ ਮੈਂ ਤੁਹਾਨੂੰ ਟਰਸਟ ਨਹੀਂ ਕਰਦਾ, ਤੁਹਾਨੂੰ ਬਾਕੀ ਕਿਹੜੇ ਬੇਸ ਤੇ ਨਾਲ ਟਰਸਟ ਕਰ? ਮੇਬੀ ਸ਼ਾਇਦ ਜਿਹੜੀ ਕੋਵਿਡ ਦੇ ਬੈਨੀਫਿਟ ਸਰਕਾਰ ਦੇ ਰਹੀ ਹੈ ਇਹਨਾਂ ਦੀ ਆੜ ਦੇ ਵਿੱਚ ਇਹਨੂੰ ਥੋੜਾ ਜਿਹਾ ਰਫਾ ਦਫਾ ਕਰ ਦਿੱਤਾ ਜਾਵੇ। ਬਾਕੀ ਦੇਖੋ ਕੀ ਬਣਦਾ ਆ। ਇੱਕ ਗੱਲ ਹੋਰ, ਵਧਾਉਣੇ ਕਿਉਂ ਨਹੀਂ? 2000 ਕਿਉਂ ਨਹੀਂ ਰੱਖਣਾ? ਜਿਹੜੀ ਬਿਜ਼ਨਸ ਕਮਿਊਨਿਟੀ ਆ ਉਹਦੇ ਚੋਂ ਬੜਾ ਵੱਡਾ ਹਿੱਸਾ ਬਿਜ਼ਨਸ ਕਮਿਊਨਿਟੀ ਦਾ ਹੈਗਾ ਜਿਹੜੀ ਚਾਹੁੰਦੀ ਨਹੀਂ ਕਿ ਵਧਾਇਆ ਜਾਵੇ। ਕਿਉਂ ਨਹੀਂ ਚਾਹੁੰਦੀ? ਲੋਕ ਹੁਣ ਆਪਾਂ ਕੁਝ ਦਿਨ ਪਹਿਲਾਂ ਗੱਲ ਕੀਤੀ ਸੀ ਕਿ ਰੈਸਟੋਰੈਂਟਸ ਖੁੱਲਣ ਲੱਗੇ ਨੇ। ਰੈਸਟੋਰੈਂਟਸ ਵਾਸਤੇ ਜਿਹੜੀ ਲੇਬਰ ਹੈਗੀ ਆ ਉਹ ਚ ਲੋਕਾਂ ਨੇ ਜਿਹੜਾ ਕੰਮ ਕਰਨਾ ਉਹ ਅਵੇਲੇਬਲ ਹੈ ਨਹੀਂਗੇ। ਕਿਉਂ ਨਹੀਂ ਅਵੇਲੇਬਲ ਹੈਗੇ? ਹਰੇਕ ਨੂੰ ਪੈਸੇ ਮਿਲ ਰਹੇ ਆ, ਅਗਲਾ ਕਹਿੰਦਾ ਘਰ ਬੈਠਾ ਮੈਂ, ਜਦੋਂ ਮੁੱਲ ਹਟ ਜਾਣਗੇ ਉਹ ਜੌਬ ਲੱਭ ਲਾਂ। ਜੌਬਸ ਆਰ ਦੇयर ਮੋਰ ਜੌਬਸ ਅਵੇਲੇਬਲ ਰਾਈਟ ਨਾਓ ਦੈਨ ਬਿਫੋਰ ਦਾ ਪੈਂਡੈਮਿਕ, ਕਿਉਂਕਿ ਲੋਕੀ ਵਾਪਸ ਨਹੀਂ ਜਾ ਰਹੇ ਹੈਗੇ। ਔਰ ਉਹ ਜਿਹੜੀਆਂ ਬਿਜ਼ਨਸ ਕਮਿਊਨਿਟੀਜ਼ ਹੈਗੀਆਂ ਨੇ ਉਹ ਇਹ ਸਰਕਾਰ ਨੂੰ ਕਹਿ ਰਹੇ ਨੇ ਇਹ ਬੰਦ ਕਰਨਾ ਚਾਹੀਦਾ, ਸਾਰਾ ਬੰਦ ਕਰੋ। ਜਦੋਂ ਤੱਕ ਬੰਦ ਨਹੀਂ ਹੋਏਗਾ ਜਿਹੜੇ ਲੋਕ ਘਰੇ ਬੈਠੇ ਉਹ ਕੰਮ ਤੇ ਨਹੀਂ ਆਉਣਗੇ। ਜੇ ਕੋਵਿਡ ਤੇ ਕੰਟਰੋਲ ਵੱਧ ਰਿਹਾ ਹੈਗਾ ਤਾਂ ਕਿਸੇ ਨਾ ਕਿਸੇ ਢੰਗ ਦੇ ਵਿੱਚ ਉਹ ਚੀਜ਼ ਬੰਦ ਕਰ ਦੇਣੀ ਚਾਹੀਦੀ ਹੈ। ਪਰ ਇਹ ਬੰਦ ਨਹੀਂ ਹੋਏਗੀ, ਸਤੰਬਰ ਤੱਕ ਜ਼ਰੂਰ ਜਾਏਗਾ।
ਘੱਟ ਵਾਲੇ ਪੈਸਿਆਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਲਿਬਰਲ ਸਰਕਾਰ ਹੈਗੀ ਹੈ ਇਸ ਨੂੰ ਮੁੜ ਕੇ 2000 ਤੇ ਲੈ ਕੇ ਆਵੇਗੀ। ਅੰਟਿਲ ਅਨਲੈਸ ਜਦੋਂ ਤੱਕ ਪੂਰਿਆਂ ਨੂੰ ਡਬਲ ਡੋਜ਼ ਵੈਕਸੀਨ ਦੀ ਨਹੀਂ ਲੱਗ ਜਾਂਦੀ, ਜਦ ਤੱਕ ਸਰਕਾਰ ਇਹਨੂੰ ਲਮਕਾਉਣ ਦੀ ਕੋਸ਼ਿਸ਼ ਕਰੇਗੀ। ਇਲੈਕਸ਼ਨਸ ਦੀ ਕਾਲ ਦੇ ਨੇੜੇ ਤੇੜੇ ਮੇਰੇ ਖਿਆਲ 'ਚ ਇਹਨੂੰ ਸ਼ਾਇਦ ਬੰਦ ਕਰਨ ਦੀ ਹੋ ਸਕਦੀ ਹੈ ਕਿ ਕੋਈ ਡੇਟ ਆਲਰੇਡੀ ਹੈਗੀ ਤਾਂ ਸੈਪਟੈਂਬਰ ਦੇ ਵਿੱਚ, ਸੈਪਟੈਂਬਰ ਤੱਕ ਹੀ ਹੈ ਇਹ ਜਿਹੜੀ ਵਧਾਇਆ ਗਿਆ। ਵਧਾਇਆ ਨਹੀਂ ਚਾਹੀਦਾ ਇਸ ਤੋਂ। ਉਹਨੂੰ ਸੈਪਟੈਂਬਰ ਤੋਂ ਬਾਅਦ ਐਕਸਟੈਂਡ ਕਰਦੀ ਹੈ ਜਾਂ ਨਹੀਂ ਕਰਦੀ, ਆਈ ਡਾਊਟ ਇਟ ਕਿ ਉਹ ਐਕਸਟੈਂਡ ਹੋਏਗਾ, ਕਿਉਂਕਿ ਉਦੋਂ ਤੱਕ ਜਿਹੜੀ ਇਕਨੋਮੀ ਹੈ ਥੋੜੇ ਬਹੁਤੇ ਉਹ ਸਪੀਡ ਫੜਨੀ ਸ਼ੁਰੂ ਹੋ ਜਾਏਗੀ। ਦੈਟਸ ਵਾਟ ਵੀ ਆਰ ਪ੍ਰੈਡਿਕਟਿੰਗ। ਹੋਪਫੁਲੀ ਐਵੇਂ ਹੋਏਗਾ। ਹੋਪਫੁਲੀ ਹਾਲਾਂਕਿ ਜਿਹੜਾ ਵੇਰੀਐਂਟ ਹੈਗਾ ਵਾਟਰਲੂ ਦੇ ਵਿੱਚ ਵੱਧ ਗਿਆ, ਜਿਹੜਾ ਡੈਲਟਾ ਵੇਰੀਐਂਟ ਹੈਗਾ ਇਸ ਵੇਲੇ ਉਹਦੇ 'ਚ ਇਕੱਲੇ ਵਾਟਰਲੂ ਦੇ ਏਰੀਆ ਦੇ ਵਿੱਚ ਜ਼ਿਆਦਾ ਅਸਰ ਹੋਇਆ, ਬਹੁਤ ਸਾਰੇ ਕੇਸਿਸ ਉੱਥੇ ਆ ਗਏ ਨੇ। ਇਹ ਜੇ ਆਉਣਗੇ ਪਰ ਬਾਕੀ ਥਾਵਾਂ ਤੇ ਠੀਕ ਆ, ਕਿਤੇ ਨਾ ਕਿਤੇ ਵਧਣਗੇ। ਉਸ ਕਰਕੇ ਵੈਨ ਇਟਸ ਐਵਰੀਥਿੰਗ ਇਜ਼ ਅੰਡਰ ਕੰਟਰੋਲ ਤੇ ਉਦੋਂ ਉਸ ਤੋਂ ਬਾਅਦ ਇਹ ਜਿਹੜੀ ਸਾਨੂੰ ਪੈਸੇ ਹੈਗੇ ਆ ਉਹ ਮਿਲਣੋਂ ਹਟ ਜਾਣਗੇ। ਬਿਲਕੁਲ। ਉਧਰ ਟੋਰਾਂਟੋ ਹਸਪੀਟਲ ਦੀ ਗੱਲ ਕਰੀਏ, ਉੱਥੇ ਆਈਸੀਯੂ 'ਚ ਫਸਟ ਟਾਈਮ ਹੋਇਆ ਪਿਛਲੇ 18 ਮਹੀਨਿਆਂ ਵਿੱਚ ਵੀ ਕੋਈ ਵੀ ਕੋਵਿਡ ਦਾ ਹੋਰ ਕੇਸ ਨਹੀਂ ਆਇਆ ਹੈ। ਹਾਂ, ਅੱਜ ਉਹਨਾਂ ਨੇ ਕੱਲ ਇਹ ਅਨਾਉਂਸਮੈਂਟ ਕੀਤਾ ਜੀ ਉੱਥੇ ਜਿਹੜਾ ਸਿਸਟਮ ਹੈਗਾ ਉੱਤੇ ਵੀਡੀਓ ਇੱਕ ਨਰਸ ਨੇ ਪਾਈ ਹੈ ਤੇ ਵੀ ਅਸੀਂ ਵੀ ਆਰ ਕੋਵਿਡ ਫ੍ਰੀ। ਐਕਚੁਅਲੀ ਕੋਵਿਡ ਫ੍ਰੀ ਇਹ ਕਰਕੇ ਨਹੀਂ, ਉਹ ਤਾਂ ਸਾਰੇ ਕੋਵਿਡ ਦੇ ਪੇਸ਼ੈਂਟਸ ਚਲੇ ਗਏ ਨੇ। ਨਵੇਂ ਆਈਸੀਯੂ ਦੇ ਵਿੱਚ ਹੋਰ ਪੇਸ਼ੈਂਟ ਕੋਵਿਡ ਦੇ ਪੇਸ਼ੈਂਟਸ ਦੇ ਉੱਥੇ ਹੈਗੇ ਨੇ ਜੀ। ਆਈਸੀਯੂ ਦੇ ਵਿੱਚ ਕੋਵਿਡ ਪੇਸ਼ੈਂਟਸ ਟੋਰਾਂਟੋ ਜਨਰਲ ਹਸਪੀਟਲ ਜਸਟ ਉਹਦੇ ਵਿੱਚ ਉਹਦਾ ਆਈਸੀਯੂ ਜਿਹੜਾ ਹੈਗਾ ਉਹਦੇ ਵਿੱਚ ਹੁਣ ਹੈ ਨਹੀਂ ਗੇ ਜੀ, ਪਰ ਕੋਵਿਡ ਦੇ ਪੇਸ਼ੈਂਟਸ ਦੇ ਆਰ ਸਟਿਲ ਇਨ ਦਾ ਹਸਪੀਟਲ। ਪਰ ਇੱਕ ਬੜੀ ਵੱਡੀ ਪ੍ਰਾਪਤੀ ਹੈ ਤਰਨ ਜਿਹੜਾ ਆਈਸੀਯੂ ਦੇ ਵਿੱਚ ਤੁਹਾਡੇ ਥਾਵਾਂ ਖਾਲੀ, ਜਿੱਥੇ ਕਿ ਸਭ ਤੋਂ ਵੱਧ ਕੇਸਿਸ ontario ਦੇ ਮੁਕਾਬਲੇ ਆ ਰਹੇ ਨੇ। ਬਿਲਕੁਲ। ਆ ਜਿਹੜੇ ਤੁਹਾਨੂੰ ਆਈਸੀਯੂ ਦੇ ਬੈੱਡਸ ਖਾਲੀ ਹੋਣ ਲੱਗ ਪਏ ਨੇ, ਇੱਕ ਬੜੀ ਵੱਡੀ ਪ੍ਰਾਪਤੀ ਹੈ। ਬਿਲਕੁਲ ਸਰ। ਇੱਕ ਥੋੜੀ ਜਿਹੀ ਖਬਰ ਹੋਰ ਆਪਾਂ ਡਿਸਕਸ ਕਰਨ ਲੱਗੇ ਹਾਂ। ਲਗਾਤਾਰ ਕਿੰਨੇ ਦਿਨਾਂ ਤੋਂ ਆਪਾਂ ਇਹ ਡਿਸਕਸ ਕਰ ਰਹੇ ਹਾਂ, ਇਸਲਾਮੋਫੋਬੀਆ ਦੀ ਗੱਲ ਹੋ ਰਹੀ ਹੈ। ਕੈਨੇਡਾ ਵਿੱਚ ਲਗਾਤਾਰ ਇਨਸੀਡੈਂਟਸ ਵੱਧ ਰਹੇ ਨੇ। ਲੰਡਨ ਤੋਂ ਬਾਅਦ ਮਸਜਿਦਾਂ ਤੇ ਹਮਲਾ ਹੋਇਆ, ਅਟੈਕ ਹੋਇਆ, ਉਸ ਤੋਂ ਬਾਅਦ ਕਿਤੇ ਸਵਾਸਤਿਕ ਦਾ ਨਿਸ਼ਾਨ ਬਣਾਇਆ ਗਿਆ ਤੇ ਅੱਜ ਜਿਹੜੀ ਖਬਰ ਸਾਹਮਣੇ ਆਈ ਹੈ, ਅੱਜ ਇੱਕ ਮੁਸਲਿਮ ਇੱਕ ਮਦਰ ਤੇ ਉਹਨਾਂ ਦੀ ਡਾਟਰ 13 ਸਾਲ ਦੀ ਡਾਟਰ ਸੀ, ਕਿੰਗਸਟਨ ਦੀ ਖਬਰ ਹੈ ਜੀ। ਕੈਨੇਡੀਅਨ ਟਾਇਰ ਕਰਬਸਾਈਡ ਪਿਕਅਪ ਕਰਨ ਲਈ ਉੱਥੇ ਕੋਈ ਸਮਾਨ ਲੈਣ ਲਈ ਗਏ ਸੀ ਤਾਂ ਉੱਥੇ ਇੱਕ ਵਾਈਟ ਲੇਡੀ ਵੱਲੋਂ ਉਹਨਾਂ ਉੱਤੇ ਕਾਫੀ ਜ਼ਿਆਦਾ ਅਪਸ਼ਬਦ ਬੋਲੇ ਗਏ ਨੇ, ਨਸਲੀ ਵਿਤਕਰਾ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਪੁਲਿਸ ਨੇ ਇਸ ਨੂੰ ਹੇਟ ਕ੍ਰਾਈਮ ਮੰਨਦੇ ਹੋਏ ਉਸ ਲੇਡੀ ਨੂੰ ਗ੍ਰਿਫਤਾਰ ਕਰ ਲਿਆ। ਤਰਨ ਜੈਨਾ ਬਡਵਾਈ ਹੈ ਜਿਹੜੀ 13 ਸਾਲ ਦੀ ਲੜਕੀ ਹੈਗੀ ਜੀ, ਉਹ ਕੈਨੇਡਾ ਚ ਆਪਦੀ ਮਦਰ ਦੇ ਨਾਲ ਗਏ, ਦੋਨਾਂ ਦੇ ਹਿਜਾਬ ਪਾਏ ਹੋਏ ਸੀਗੇ ਤੇ ਔਰ ਇੱਕ ਬੰਦਾ ਆਇਆ, ਉਹ ਕਹਿੰਦਾ ਸਿੱਧਾ ਹੀ ਬੋਲਿਆ ਜੀ ਯੂ ਆਰ ਨਾਟ ਵਾਈਟ, ਯੂ ਆਰ ਨਾਟ ਅਲਾਉਡ ਹੀਅਰ, ਤੁਸੀਂ ਇੱਥੇ ਕੀ ਕਰਦੇ ਹੋ। ਬੜੀ ਆਪਾਂ ਜਿੱਦਣ ਲੰਡਨ ਵਾਲੀ ਗੱਲ ਹੋਈ ਆ ਉਹਦੇ ਨੇ ਗੱਲ ਕੀਤੀ ਸੀ ਕਿ ਕਾਪੀ ਕੈਟਸ ਹੋਣਗੇ ਔਰ ਇਹ ਜੇ ਲੋਕਾਂ ਨੂੰ ਕਈਆਂ ਨੂੰ ਹਵਾ ਮਿਲਦੀ ਹੈ ਜੇ ਗੱਲ ਦੇ ਨਾਲ। ਸੋ ਸਾਨੂੰ ਇੱਥੇ ਵੀ ਹੋ ਸਕਦਾ ਵੀ ਗਟ ਟੂ ਬੀ ਵੈਰੀ ਕੇਅਰਫੁਲ ਫॉर द ਮੀਨ ਟਾਈਮ ਇਹ ਹੈਗਾ। ਪਰ ਉਹਨੂੰ ਹੁਣ ਫੜ ਲਿਆ ਗਿਆ ਔਰ ਉਹਨੂੰ ਹੇਟ ਕ੍ਰਾਈਮ ਦੇ ਵਿੱਚ ਚਾਰਜ ਕੀਤਾ ਗਿਆ। ਇਹ ਬੜੀ ਵੱਡੀ ਗੱਲ ਹੈਗੀ ਜਿਹੜੀ ਹੇਟ ਕ੍ਰਾਈਮ ਦੇ ਵਿੱਚ ਚਾਰਜ ਕੀਤਾ। ਇਹ ਇੱਕ ਤਰ੍ਹਾਂ ਦਾ ਲੈਸਨ ਹੈ ਦੂਜਿਆਂ ਲੋਕਾਂ ਵਾਸਤੇ ਵੀ, ਜਿਹੜਾ ਕੋਈ ਅਜਿਹਾ ਕੁਛ ਕਰੇਗਾ ਤਾਂ ਉਹਨਾਂ ਨੂੰ ਚਾਰਜ ਕੀਤਾ ਜਾਵੇਗਾ। ਪੁਲਿਸ ਨੇ ਜਿਹੜੀ ਕੰਮ ਕੀਤੀ, ਹਾਲਾਂਕਿ ਜਿਹੜੀ ਕਿੰਗਸਟਨ ਦੀ ਕਮਿਊਨਿਟੀ ਹੈ ਨਾ ਤਰਨ, ਉੱਥੇ ਪ੍ਰੋਬਲਮਸ ਹੈਗੀ ਆ ਉੱਥੇ ਵੀ ਤੇ ਕਿੰਗਸਟਨ ਵੀ ਐਂਡ ਲੰਡਨ ਵੀ, ਦੋਨਾਂ ਥਾਵਾਂ ਦੇ ਉੱਤੇ ਪਹਿਲਾਂ ਵੀ ਅਜਿਹੀਆਂ ਪ੍ਰੋਬਲਮਸ ਆਉਂਦੀਆਂ ਨੇ ਕਿਉਂਕਿ ਮੋਸਟਲੀ ਦੋਨੇ ਥਾਵਾਂ ਤੇ ਜਿਹੜੀ ਕਮਿਊਨਿਟੀ ਹੈ ਇੱਕ ਸਰਟਨ ਕਮਿਊਨਿਟੀ ਬਹੁਤ ਜ਼ਿਆਦਾ ਹੈਗੀ ਹੈ ਔਰ ਉੱਥੇ ਈਵਨ ਜਿਹੜੀ ਉੱਥੋਂ ਦੀ ਯੂਨੀਵਰਸਿਟੀ ਹੈਗੀ ਹੈ, ਯੂਨੀਵਰਸਿਟੀ ਵਿੱਚ ਵੀ ਇਹੀ ਕੁਛ ਕਿਹਾ ਜਾਂਦਾ ਹੈ। ਕਿੰਗਸਟਨ ਦੀ ਬੜੀ ਵਧੀਆ, ਬਹੁਤ ਵਧੀਆ ਯੂਨੀਵਰਸਿਟੀ ਹੈ ਜੀ, ਐਸੀ ਗੱਲ ਨਹੀਂ ਹੈ। ਬੜੀ ਰਿਸਪੈਕਟਡ, ਵੈਰੀ ਰਿਪਿਊਟਡ ਯੂਨੀਵਰਸਿਟੀ ਹੈਗੀ ਆ। ਉੱਥੇ ਵੀ ਕਈ ਵਾਰੀ ਇਹ ਦੋਸ਼ ਲੱਗੇ ਗਏ ਨੇ ਕਿ ਉਹ ਇੱਕੋ ਰੰਗ ਨਸਲ ਦੇ ਲੋਕਾਂ ਦਾ ਜ਼ਿਆਦਾ ਖਿਆਲ ਕੀਤਾ ਜਾਂਦਾ ਹੈਗਾ। ਸੋ ਇਹ ਜਿਹੜੀ ਗੱਲ ਹੋਈ ਹੈ, ਘਟਨਾ ਵਾਪਰੀ ਹੈ, ਆਪਾਂ ਨੂੰ ਸਭ ਨੂੰ ਇਹਦੇ ਨਾਲ ਵੀ ਆਰ ਵਿਜ਼ੀਬਲ ਮਾਈਨੋਰਿਟੀਜ਼, ਸਾਰੇ ਲੋਕ, ਬਹੁਤ ਸਾਰੇ ਲੋਕ ਸਿਆਣੇ ਜੀ, ਕੁਛ ਥੋੜੇ ਜਿਹੇ ਆ ਜਿਹੜੇ ਸਿਰਫ ਹੁੰਦੇ ਆ। ਇਹੋ ਜਿਹੇ ਮੌਕੇ ਤੇ ਅਗਲੇ ਨੂੰ ਸ਼ਹਿ ਮਿਲਦੀ ਹੈ, ਆਪਾਂ ਨੂੰ ਵਿਚਾਰ ਰੱਖਣਾ ਚਾਹੀਦਾ। ਬਿਲਕੁਲ ਸਰ। ਪਰ ਇਹ ਹੈ ਕਿ ਕੁਝ ਚੀਜ਼ਾਂ ਹੇਟ ਕ੍ਰਾਈਮ ਦੀ ਜਦੋਂ ਗੱਲ ਕਰਦੇ ਹਾਂ, ਕੁਝ ਚੀਜ਼ਾਂ ਨੇ ਸਾਹਮਣੇ ਕੀ ਹੁੰਦੀਆਂ ਨੇ, ਦਿਖ ਜਾਂਦੀਆਂ ਨੇ, ਅੱਖ ਨਾਲ ਅਸੀਂ ਦੇਖ ਸਕਦੇ ਹਾਂ। ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕੰਮ ਵਾਲੀ ਥਾਵਾਂ ਤੇ ਤੁਸੀਂ ਫੇਸ ਕਰਦੇ ਹੋ। ਸੋ ਜੇ ਅਸੀਂ ਕਹੀਏ ਕਿ ਇਹ ਮੁਲਕ ਵੀ ਬਿਲਕੁਲ ਫ੍ਰੀ ਆ, ਮਲਟੀਕਲਚਰਲ ਸੋਸਾਇਟੀ ਆ ਉਰੇ, ਤੇ ਇੱਥੇ ਸਿਰਫ ਕੁਝ ਕੁ ਲੋਕ ਨੇ ਅਜਿਹੇ ਜਿਹੜਾ ਕਰਦੇ ਨੇ, ਕਈ ਕੰਮ ਵਾਲੀਆਂ ਥਾਵਾਂ ਤੇ ਐਵੇਂ ਦਾ ਡਿਸਕ੍ਰਿਮੀਨੇਸ਼ਨ ਹੁੰਦਾ ਆ, ਚਾਹੇ ਤੁਹਾਨੂੰ ਪ੍ਰਮੋਸ਼ਨ ਵੇਲੇ ਹੋਵੇ, ਤੁਹਾਨੂੰ ਕੰਮ ਦੇਣ ਵਾਲੀ ਹੋਵੇ, ਕੰਮ ਵੰਡਣ ਵੇਲੇ ਹੋਵੇ, ਬਹੁਤ ਹੀ ਵਾਰੀ ਇਦਾਂ ਦੇਖਣ ਨੂੰ ਮਿਲਿਆ। ਕੱਲਾ ਇੱਥੇ ਨਹੀਂ ਹੈ, ਦਿਸ ਇਜ਼ ਆਲ ਓਵਰ ਦ ਵਰਲਡ। ਆਪਾਂ ਜਿੱਥੋਂ ਆਏ ਹਾਂ ਉੱਥੇ ਵੀ ਇਹ ਕੁਛ ਹੈਗਾ। ਇਹ ਹੁਣ ਗੱਲ ਉੱਥੇ ਵੀ ਆਮ ਕੀਤੀ ਜਾਂਦੀ ਹੈ ਕਿ ਸਰਟਨ ਕਮਿਊਨਿਟੀ ਜਿੱਥੇ ਹੈਗੀ ਆ ਉਹ ਉਹਨਾਂ ਨੂੰ ਤਰੱਕੀ ਮਿਲਦੀ ਹੈ, ਦੂਜਿਆਂ ਨੂੰ ਪਿੱਛੇ ਰੱਖ ਦਿੱਤਾ ਜਾਂਦਾ ਹੈ। ਸਰਟਨ ਜ਼ਾਤ ਹੈ ਉਹ ਅੱਗੇ ਤਰੱਕੀ ਕਰ ਰਹੀ ਹੈ ਜਾਂ ਇੰਨੀਆਂ ਵੱਡੀਆਂ ਪੋਸਟਾਂ ਉੱਤੇ ਵੀ ਸਰਟਨ ਜ਼ਾਤ ਹੀ ਬੈਠੀ ਹੈ। ਇਹ ਆਮ ਡਿਸਕਸ਼ਨਸ ਆਪਣੇ ਹੁੰਦੀ ਹੈ, ਆਪਣੇ ਪਰਿਵਾਰਾਂ 'ਚ ਕਿਤੇ ਬੈਠੇ ਆ ਜਾਂ ਹੁਣ ਅੱਜ ਕੱਲ੍ਹ ਤਾਂ ਫੋਨ ਤੇ ਗੱਲਾਂ ਕਰਨੀਆਂ ਪੈਂਦੀਆਂ ਨੇ, ਇਹ ਡਿਸਕਸ਼ਨ ਹੁੰਦੀ ਹੈ ਵੀ ਦੇਖਿਆ ਆ ਵੀ ਉਹੀ ਹੈ, ਆ ਵੀ ਉਹੀ ਹੈ ਨਾ,
ਉਹ ਲਾਸਟ ਨੇਮਸ ਲੈ ਕੇ ਗੱਲ ਕੀਤੀ ਜਾਂਦੀ ਹੈ। ਇਹ ਸਾਰੀ ਦੁਨੀਆ 'ਚ ਹੀ ਹੈ, ਇੱਥੇ ਵੀ ਉਵੇਂ ਹੀ ਹੈ। ਇੱਥੇ ਇੰਨਾ ਕੁ ਜ਼ਰੂਰ ਹੈਗਾ, ਤੁਹਾਡੀ ਸੁਣਵਾਈ ਹੈਗੀ ਹੈ ਜੇ ਤੁਸੀਂ ਪ੍ਰੋਪਰ ਚੈਨਲ ਰਾਹੀਂ, ਠੀਕ ਹੈ, ਧੱਕਾ ਹੋਏਗਾ। ਮੈਂ ਆਮ ਨਾਟ ਡਿਫੈਂਡਿੰਗ ਦਿਸ ਥਿੰਗ, ਪਰ ਇੱਥੇ ਸੁਣਵਾਈ ਜ਼ਰੂਰ ਹੈ ਜੇ ਤੁਸੀਂ ਥਰੂ ਪ੍ਰੋਪਰ ਚੈਨਲ ਸੁਣਵਾਈ ਕਰਦੇ ਹੋ ਤਾਂ ਹੀ ਇਹ ਗੱਲਾਂ ਹੋਈਆਂ ਨੇ। ਐਵੇਂ ਨਹੀਂ ਇਸ ਵੇਲੇ RCMP ਦੇ ਵਿੱਚ ਦਸਤਾਰਧਾਰੀ ਨੇ, ਹਿਜਾਬ ਵਾਲੇ ਲੋਕ ਨੇ, ਐਵੇਂ ਨਹੀਂ ਇੱਥੋਂ ਦੀਆਂ ਪੁਲਿਸ ਫੋਰਸਿਸ ਦੇ ਵਿੱਚ ਦਸਤਾਰਧਾਰੀ, ਹਿਜਾਬ ਵਾਲੇ, ਸਾਰੇ ਉਸ ਕਿਸਮ ਦੇ ਲੋਕ ਐਵੇਂ ਨਹੀਂ ਆਏ ਹੋਏ, ਕਿਉਂਕਿ ਸਭ ਨੇ ਇਸ ਗੱਲ ਨੂੰ I say they fought for it and they were able to convince ਵੀ ਅਸੀਂ ਉਹ ਲੋਕ ਨਹੀਂ ਆ ਤੁਸੀਂ ਜਿਹਨੂੰ ਸਮਝਦੇ ਆ ਅਸੀਂ। ਔਰ we're proud of this thing। ਇਕੱਲੇ ਇੱਥੇ ਨਹੀਂ, ਹਰ ਮਹਿਕਮੇ ਦੇ ਵਿੱਚ ਸਾਡੇ ਹੁਣ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਹੈ ਉਹ ਪੜ੍ਹ ਗਈ ਹੈ। ਅਸੀਂ ਮੈਂ ਅੱਗੇ ਵੀ ਆਪਾਂ ਕਹਿੰਦੇ ਹੁੰਦੇ ਹਾਂ, ਮੇਰੀ ਸਭ ਨੂੰ ਤਾਕੀਦ ਇਹ ਹੈ ਜੀ, ਬੱਚਿਆਂ ਨੂੰ ਪੜ੍ਹਾਓ। ਜੂਇਸ਼ ਕਮਿਊਨਿਟੀ ਕਿਉਂ ਇੰਨੀ ਤਰੱਕੀ ਕਰ ਗਈ ਹੈ? ਥੋੜੀ ਜਿਹੀ ਕੌਮ ਹੈ, ਸਾਰੀ ਦੁਨੀਆ ਤੇ ਰਾਜ ਕਰ ਰਹੀ ਹੈ। ਜਿੱਦਣ ਜੂਇਸ਼ ਕਮਿਊਨਿਟੀ ਦੀ ਛੁੱਟੀ ਹੁੰਦੀ ਹੈ ਨਾ, ਸਾਰੀ ਦੁਨੀਆ, ਜਿਹੜਾ ਵੈਸਟਰਨ ਵਰਲਡ ਹੈ ਉਹਦੇ 'ਚ ਸਭ ਕੁਝ ਸਲੋ ਹੋ ਜਾਂਦਾ। ਜਿੱਦਣ ਜੂਇਸ਼ ਹੌਲੀਡੇ ਹੁੰਦੀ ਹੈਗੀ ਆ, ਉਹ ਕਿਉਂ ਕੀਤਾ ਉਹਨਾਂ ਨੇ? ਕਿੰਨੀ ਉਹਨਾਂ ਨਾਲ ਹੋਈ ਹੈ? ਉਹਨਾਂ ਨਾਲ ਹੌਲੋਕਾਸਟ ਦੀਆਂ ਗੱਲਾਂ ਕਰ ਰਹੇ ਨੇ, ਇੰਨਾ ਕੁਛ ਹੈ, ਹਿਟਲਰ ਨੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਕਿਉਂ ਤਰੱਕੀ ਕਰ ਗਈ? ਉਹਨਾਂ ਨੇ ਕੰਮ ਇਹੀ ਕੀਤਾ, ਉਹਨਾਂ ਨੇ ਆਪਦੇ ਬੱਚੇ ਪੜ੍ਹਾਤੇ। ਬੱਚੇ ਪੜ੍ਹ ਕੇ ਇਸ ਵੇਲੇ ਕੈਨੇਡਾ ਦੇ ਵਿੱਚ ਤੁਹਾਨੂੰ ਖਾਸ ਕਰਕੇ ਦੱਸਦਾ, ਹੁਣ ਬਦਲਣ ਲੱਗਿਆ ਥੋੜ੍ਹਾ ਬਹੁਤਾ। ਮੋਸਟਲੀ ਪਹਿਲਾਂ ਡਾਕਟਰਸ ਜਿਊਸ਼ ਹੋਣਗੇ ਜੀ, ਵਕੀਲ ਜਿਊਸ਼ ਹੋਣਗੇ ਜੀ, ਜੱਜਸ ਜਿਊਸ਼ ਹੋਣਗੇ ਜੀ, ਜਿੰਨੀਆਂ ਅਜਿਹੀਆਂ ਥਾਵਾਂ 'ਤੇ ਕਿਉਂ ਉਹਨਾਂ ਨੇ ਪੜ੍ਹਾਤੇ। ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ, ਬੱਚਿਆਂ ਨੂੰ ਪੜ੍ਹਾਓ। ਬੱਚਿਆਂ ਦੇ ਅਕਾਊਂਟਾਂ 'ਚ ਪੈਸੇ ਜਮ੍ਹਾਂ ਕਰਾਉਣ ਦੀ ਇਸ ਗੱਲ ਦਾ ਖਿਆਲ ਰੱਖੋ ਕਿ ਮੈਂ ਬੱਚੇ ਨੂੰ ਘਰ ਵੱਡਾ ਸਾਰਾ ਛੱਡ ਕੇ ਚਲਾ ਜਾਵਾਂ ਜਾਂ ਦੋ ਘਰ ਛੱਡ ਜਾਂ ਕੁਛ ਹੋਰ ਕਰ ਜਾ। ਜਿਹੜੀ ਐਜੂਕੇਸ਼ਨ ਹੈ, ਐਜੂਕੇਸ਼ਨ ਦੇ ਦਿਓ। ਐਜੂਕੇਸ਼ਨ ਦੇ ਨਾਲ ਦੀ ਰੀਸ ਨਹੀਂ, ਐਜੂਕੇਸ਼ਨ ਕੋਈ ਚੋਰੀ ਨਹੀਂ ਕਰ ਸਕਦਾ। ਔਰ ਜਿੱਥੇ ਤੁਸੀਂ ਐਜੂਕੇਸ਼ਨ 'ਚ ਮੁਕਾਬਲਾ ਕਰਦੇ ਹੋ, ਤੁਸੀਂ ਜੇ ਡਿਜ਼ਰਵਿੰਗ ਹੈਗੇ ਹੋ, ਤਾਂ ਚਾਂਸਸ ਹੈ ਤੁਹਾਡੇ ਬੱਚਿਆਂ ਨੂੰ ਉਹ ਜਗ੍ਹਾ ਮਿਲੇਗੀ। ਸੋ ਪਲੀਜ਼ ਪੜ੍ਹਾਈ ਵਾਲੇ ਪਾਸੇ ਜ਼ਰੂਰ ਧਿਆਨ ਦਿਓ। ਬਿਲਕੁਲ, ਪਰ ਕਹਿੰਦੇ ਆ ਕਿ ਉਸ ਪੋਜੀਸ਼ਨ ਤੱਕ ਪਹੁੰਚਣ ਲਈ ਵੀ, ਜਿਵੇਂ ਤੁਸੀਂ ਕਿਹਾ ਕਿ ਪੜ੍ਹਾਈ ਤੱਕ ਪਹੁੰਚੋ, ਉੱਪਰ ਤੱਕ ਪਹੁੰਚੋ, ਕੁਛ ਨਾ ਕੁਛ ਮਿਲੇਗਾ ਜ਼ਰੂਰ। ਤੇ ਉੱਥੇ ਤੱਕ ਪਹੁੰਚਣ ਲਈ ਵੀ ਕਈ ਵਾਰੀ ਬਹੁਤ ਤੁਹਾਨੂੰ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਆ। ਕਈ ਵਾਰੀ ਇਹ ਹੁੰਦਾ ਕਿ ਅਸੀਂ ਕਹਿ ਦਿੰਦੇ ਹਾਂ ਕਿ ਫਲਾਣਾ ਬੰਦਾ ਉੱਥੇ ਪਹੁੰਚ ਗਿਆ। ਅਸੀਂ ਜਦੋਂ ਮਿਸਟਰ ਟਰੂਡੋ ਦੀ ਕੈਬਨਿਟ ਵਿੱਚ 4 ਸਿੱਖ ਮੰਤਰੀ ਉੱਥੇ ਪਹੁੰਚੇ ਨੇ, ਤੇ ਅਸੀਂ ਹਮੇਸ਼ਾ ਕਿਹਾ ਕਿ ਮਾਣ ਵਾਲੀ ਗੱਲ ਹੈ, ਮਾਣ ਵਾਲੀ ਗੱਲ ਹੈ। ਪਰ ਉਹਨਾਂ ਦੇ ਪਰਿਵਾਰਾਂ ਨੇ ਜਦੋਂ ਇੱਥੇ ਪਹਿਲੀ ਵਾਰੀ ਪਹੁੰਚੇ ਹੋਣੇ ਆ, ਉਹਨਾਂ ਨੇ ਵੀ ਕਿੰਨਾ ਡਿਸਕ੍ਰਿਮੀਨੇਸ਼ਨ ਜਾਂ ਕੀ ਸਿਆ ਹੋਣਾ ਹੈ, ਉਹੀ ਜਾਣ ਸਕਦੇ ਆ। ਸੋ ਅੱਜ ਪ੍ਰਧਾਨ ਮੰਤਰੀ ਸਾਹਿਬ ਦੀ ਅਸੀਂ ਗੱਲ ਕਰੀਏ, ਇੱਕ ਪਾਸੇ ਅੱਜ ਜਿਸ ਟਾਈਮ ਦੇ ਵਿੱਚ ਮੁਸਲਿਮ ਕੌਮ ਦੇ ਉੱਤੇ ਇਸਲਾਮੋਫੋਬੀਆ ਦਾ ਮੁੱਦਾ ਗਰਮਾਇਆ ਹੋਇਆ ਕੈਨੇਡਾ ਦੇ ਵਿੱਚ, ਤਾਂ ਉਹਨਾਂ ਨੇ ਇੱਕ ਮੁਸਲਿਮ ਜੱਜ ਨੂੰ, ਉਹਨਾਂ ਨੂੰ ਇਸ ਵਕਤ ਸੁਪਰੀਮ ਕੋਰਟ ਦੇ ਜੱਜ ਲਈ ਨੋਮੀਨੇਟ ਕਰਨ, ਉਹਨਾਂ ਦਾ ਨਾਮ ਨੋਮੀਨੇਟ ਕੀਤਾ ਜੀ। ਜੱਜ ਦਾ ਨਾਮ ਹੈ ਮਹਿਮੂਦ ਜਮਾਲ। ਤੇ ਗੱਲ ਇਹ ਹੈ ਕਿ ਉਹਨਾਂ ਨੇ ਖੁਦ ਆਖਿਆ ਕਿ ਕਿਸੇ ਸਮੇਂ ਉਹਨਾਂ ਨੇ ਵੀ ਆਪਣੇ ਬਚਪਨ ਦੇ ਵਿੱਚ, ਆਪਣੀ ਜਵਾਨੀ ਦੇ ਵਿੱਚ ਡਿਸਕ੍ਰਿਮੀਨੇਸ਼ਨ ਸਹਿਆ। ਬਿਲਕੁਲ, ਤਰ੍ਹਾਂ ਕੈਨੀਆ ਦੇ ਪੈਦਾ ਹੋਏ ਨੇ ਜੀ। ਇਹਨਾਂ ਦੀ ਐਕਚੁਅਲ ਬੈਕਗਰਾਉਂਡ ਇੰਡੀਆ ਤੋਂ ਹੈਗੀ ਹੈ। ਤੇ ਉਹਨੂੰ ਇਹ ਨੋਮੀਨੇਟ ਕੀਤਾ, ਬੜੇ ਵੱਡੇ ਮਾਣ ਦੀ ਗੱਲ ਹੈ ਕਿ ਉਹ ਕਹਿੰਦੇ ਮੈਂ ਇੱਥੇ ਜਿਹੜੇ ਸਕੂਲਸ ਨੇ ਇੱਥੋਂ ਦੇ ਲੋਕਲ ਸਕੂਲ 'ਚ ਉਵੇਂ ਉਹ 'ਚ ਪੜ੍ਹਿਆ, ਉਹ 'ਚ ਡਿਸਕ੍ਰਿਮੀਨੇਸ਼ਨ ਹੁੰਦੀ ਰਹੀ ਹੈ, ਨੈਚੁਰਲੀ ਹੋਏਗੀ। ਮੈਂ ਤੁਹਾਨੂੰ ਆਹ ਦੀ ਗੱਲ ਦੱਸ ਦਿੰਦਾ, ਮੈਂ ਜਿਹੜੇ ਸਕੂਲ 'ਚ ਪੜ੍ਹਦਾ ਸੀਗਾ, ਮੈਂ ਆਪਣੀ ਕਲਾਸ ਦੇ ਵਿੱਚ ਇਕੱਲਾ ਇੱਕੋ ਹੀ ਸਿੱਖਾਂ ਦਾ ਮੁੰਡਾ ਸੀ। ਬਾਕੀ ਮੇਰੇ ਨਾਲ ਦੇ ਲੜਕੀਆਂ 'ਚੋਂ 2 ਲੜਕੀਆਂ ਸੀ ਜਿਹੜੀ ਸਿੱਖ ਪਰਿਵਾਰ ਨਾਲ ਸੰਬੰਧਿਤ ਸੀ, ਬਾਕੀ ਸਾਰੇ ਹਿੰਦੂ ਪਰਿਵਾਰ ਨਾਲ ਸੰਬੰਧਿਤ ਸੀਗੇ। ਕਿਤੇ ਨਾ ਕਿਤੇ ਹੋ ਜਾਂਦੀ ਸੀਗਾ, ਬਹੁਤੀ ਨਹੀਂ ਸੀ ਹੁੰਦੀ, ਕਿਤੇ ਨਾ ਕਿਤੇ ਇਹ ਗੱਲ ਹੋ ਜਾਂਦੀ ਸੀਗੀ ਵੀ ਅਗਲਾ ਇਹੋ ਜਿਹੀ ਗੱਲ ਕਰਦਾ। ਸੋ ਤੁਸੀਂ ਇਹਨੂੰ ਕਿੱਥੇ ਤੱਕ ਲੈ ਕੇ ਆਉਣਾ? ਹੋਏਗੀ, ਅਸੀਂ ਵੀ ਕਰਦੇ ਹਾਂ। ਸਾਡੀ ਪੱਠਲ ਹੈ, ਉਹ ਕੇਜਰੀਵਾਲ ਉਦੋਂ ਕਿਤੇ ਵੈਲ ਐਜੂਕੇਟਡ, ਕਿਤੇ ਸਿਆਣਾ ਵਾਲਾ ਬੰਦਾ, ਉਹਨੂੰ ਬਈਆ ਬੋਲਦੀ ਆ, ਉਹਨੂੰ ਭਈਆ ਵੀ ਨਹੀਂ ਕਹਿਣਾ ਆਉਂਦਾ। ਇਹ ਕੀ ਚੀਜ਼ ਹੈਗੀ ਆ? ਹੁਣ ਤੱਕ ਪੰਜਾਬ ਦੇ ਚੀਫ ਮਿਨਿਸਟਰ ਜੱਟ ਹੀ ਬਣੇ ਨੇ। ਇੱਕ ਸ਼ਾਇਦ ਬਣੇ ਸੀਗੇ ਸਭ ਤੋਂ ਪਹਿਲੇ ਜਿਹੜੇ ਸੀ, ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ, ਹਿੰਦੂ ਜੈਂਟਲਮੈਨ ਸੀਗਾ। ਬਾਕੀ ਸਾਰੇ ਜੱਟ ਹੀ ਬਣੇ ਨੇ। ਕੀ ਗੱਲ ਵੀ ਹੋਰ ਕਿਉਂ ਨਹੀਂ ਬਣ ਸਕਦਾ? ਅਸੀਂ ਕਿਸੇ ਨੂੰ ਵੰਡ ਦਿੰਦੇ ਹਾਂ? ਅਸੀਂ ਇੱਥੇ ਆ ਕੇ ਤਾਂ ਇਹ ਗੱਲਾਂ ਜ਼ਰੂਰ ਕਰਦੇ ਹੈਗੇ ਆ। ਹੁਣ ਵੀ ਆਪਦੇ ਰਾਜਨੀਤਿਕ ਫਾਇਦੇ ਲਈ ਕਿਹਾ ਜਾ ਰਿਹਾ ਵਾ ਕਿ ਕਿਸੇ ਸ਼ੈਡਿਊਲ ਕਲਾਸ ਦੇ ਪਰਸਨ ਨੂੰ ਅਸੀਂ ਡਿਪਟੀ ਸੀਐਮ ਬਣਾ ਦਿੰਦੇ। ਫਾਇਦੇ ਵਾਸਤੇ ਗੱਲ ਕੀਤੀ ਜਾ ਰਹੀ ਹੈ, ਅਦਰਵਾਈਜ਼ ਤਾਂ ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਪਰ ਜੇ ਜੱਟ ਬਣੇ ਰਹੇ ਨੇ, ਜੱਟਾਂ ਦਾ ਕੀ ਫਾਇਦਾ ਕਰਤਾ ਉਹਨਾਂ ਨੇ? ਸੋਚਣ ਵਾਲੀ ਇਹ ਵੀ ਗੱਲ ਹੈਗੀ ਆ। ਪਰ ਜਿਹੜੀ ਆਹ ਕੰਟਰੀ ਹੈ, ਇੱਥੇ ਦੀ ਗੱਲ ਮੈਂ ਜ਼ਰੂਰ ਕਰਾਂ, ਕੋਈ ਸਮਾਂ ਸੀਗਾ ਕਮਾਗਾਟਾ ਮਾਰੂ ਜਿਹੜਾ ਸੀਗਾ, ਵਾਪਸ ਮੋੜਿਆ ਗਿਆ ਸੀਗਾ। ਇਸ ਵੇਲੇ ਉਸੇ ਦੇ ਲੋਕ ਇੱਥੋਂ ਦੀ ਸਰਕਾਰਾਂ ਦੇ ਵਿੱਚ ਭਾਈਵਾਲ ਨੇ। ਇੱਕ ਗੱਲ ਮੈਂ ਥੋੜੀ ਨਾਲ ਹੋਰ ਕਰਦੇ ਹਾਂ, ਆਹ ਜਿਹੜੀ ਪਾਰਲੀਮੈਂਟ ਆ, ਇਹ ਪਾਰਲੀਮੈਂਟ ਜਦੋਂ ਬਰਖਾਸਤ ਹੋ ਗਈ,
ਅਗਲੀ ਪਾਰਲੀਮੈਂਟ ਦੇ ਵਿੱਚ ਸ਼ਾਇਦ ਸਿੱਖ ਕਮਿਊਨਿਟੀ ਨਾਲ ਸੰਬੰਧਿਤ ਉਹਨੇ ਮੈਂਬਰ ਪਾਰਲੀਮੈਂਟਸ ਨਾ ਹੋਣਗੇ। ਕਿਉਂ? ਸੋਹੀ ਹੁਣੀ ਹਾਰ ਕੇ ਚਲੇ ਗਏ ਨੇ, ਉੱਥੇ ਟਿਮ ਪੁਲ ਆ ਗਿਆ, ਠੀਕ ਹੈ, ਦੈਟਸ ਫਾਈਨ। ਸਾਡੇ ਨਵਦੀਪ ਬੈਂਸ ਹੁਣੀ ਚਲੇ ਗਏ ਨੇ, ਇੱਕ ਹੋਰ ਵੀ ਸੀਗੇ ਉਹ ਚਲੇ ਗਏ, ਮਿਸਟਰ ਸੰਘਾ, ਇਹ ਰਮੇਸ਼ਵਰ ਸੰਘਾ, ਇਹ ਚਲੇ ਗਏ ਨੇ। ਹੋਰ ਵੀ ਮਿਸਟਰ ਦਰਸ਼ਨ ਵੀ ਆਈ ਥਿੰਕ ਪਹਿਲਾਂ ਪਿਛਲੀਆਂ ਕੈਲਗਰੀ ਦੇ ਵਿੱਚ ਨਹੀਂ, ਉਹਨਾਂ ਦੀ ਨਹੀਂ ਜੀ ਐਸਵੀ। ਹਾਂ, ਕੁਝ ਇਹ ਘਟਣ ਅੱਗੇ ਨਾਲੋਂ ਸ਼ਾਇਦ ਘਟ ਜਾਣ। ਗੱਲ ਕਰਾਂਗੇ ਦਰਸ਼ਨ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਨਾਟ ਸਾਹਿਬ, ਮੈਂ ਰਜਿੰਦਰ ਸਿੰਘ ਦੇਵਾਨਾ ਮਿੰਟਨ ਤੋਂ। ਸਤਿ ਸ੍ਰੀ ਅਕਾਲ ਜੀ। ਸਰ ਜੀ, ਤੁਸੀਂ ਕੱਲ ਭੁੱਲ ਗਏ, ਗਿਆਨੀ ਜੈਲ ਸਿੰਘ ਵੀ ਜੱਟ ਨਹੀਂ ਸੀ। Yeah, that's right. ਹਾਂਜੀ, that's right. Thank you. So nice of you. Thank you. ਜੀ, thank you ਜੀ, ਯਾਦ ਕਰਾਉਣ ਵਾਸਤੇ ਬੜੀ ਵਧੀਆ ਗੱਲ ਕੀਤੀ ਜੀ, ਥੈਂਕ ਯੂ। ਜਾਂ ਪਰ ਮੋਸਟਲੀ ਉਹੀ ਆਏ ਨੇ ਜੀ, ਉਸੇ ਕੌਮ ਦੇ ਨਾਲ ਸੰਬੰਧਿਤ ਨੇ। ਉਹਨਾਂ ਨੇ ਭਲਾ ਭੁਲਾ ਤਾਂ ਕੋਈ ਨਹੀਂ ਕੀਤਾ। ਸਮਾਂ ਹੁਣ ਤਾਂ ਸਾਈਨ ਵੀ ਕਰ ਗਏ, ਜਿਹਦਾ ਇੰਨਾ ਰੌਲਾ ਪੈਂਦਾ ਤੇ ਹੁਣ ਵਾਲੇ ਉੱਤੇ ਸਾਈਨ ਵੀ ਕਰਕੇ ਤੇ ਰਿਜ਼ਾਈਨ ਵੀ ਕਰ ਗਏ। ਰਿਜ਼ਾਈਨ ਤਾਂ ਕੀਤੇ, ਅਗਲੀ ਵਾਰੀ ਗੱਲ ਨਹੀਂ ਬਣਨੀ, ਅਗਲੀ ਵਾਰੀ ਸਾਈਨ ਕਰਨ ਦੇ ਕਾਬਿਲ ਹੋਣ। ਦੈਟਸ ਰਾਈਟ। ਬਿਲਕੁਲ ਜੀ। ਅਗਲੀ ਖਬਰ ਜੀ ਇੰਡੀਆ ਦੀ ਥੋੜੀ ਜੀ ਕਰ ਲਈ ਹੈ ਇੱਥੇ। ਮਿਸਟਰ ਟਰੰਪ ਸਾਹਿਬ ਇਸ ਵਕਤ ਇੰਡੀਆ ਦਾ ਕਾਫੀ ਜ਼ਿਆਦਾ ਫਿਕਰ ਕਰ ਰਹੇ ਨੇ। ਕਿਉਂ ਨਾ ਕਰਨ, ਕਿਉਂਕਿ ਕਿਸੇ ਸਮੇਂ ਉਹਨਾਂ ਨੇ ਮਿਸਟਰ ਮੋਦੀ ਨੂੰ ਮਾਈ ਫਰੈਂਡ ਜੋ ਆਖਿਆ ਸੀ। ਸੋ ਦੋਸਤ ਹੀ ਦੋਸਤ ਤੇ ਮੁਸੀਬਤ ਵੇਲੇ ਕੰਮ ਆਉਂਦਾ। ਸੋ ਇਸ ਵਕਤ ਭਾਰਤ ਵੱਲੋਂ ਗੁਹਾਰ ਲਗਾ ਰਹੇ ਨੇ ਮਿਸਟਰ ਟਰੰਪ ਕਿ ਚਾਈਨਾ ਨੇ ਭਾਰਤ ਦਾ ਬਹੁਤ ਜ਼ਿਆਦਾ ਬੁਰਾ ਕੀਤਾ। ਚਾਈਨਾ ਨੇ ਇਸ ਤਰੀਕੇ ਨਾਲ ਬੁਰਾ ਕੀਤਾ ਕਿਉਂਕਿ ਕਰੋਨਾ ਵਾਇਰਸ ਇਸ ਵਕਤ ਜਿਹੜੀ ਉਤਪੰਨ ਹੋਇਆ ਸੀ, ਪੈਦਾ ਹੋਇਆ ਸੀ, ਚਾਈਨਾ ਤੋਂ ਪੈਦਾ ਹੋਇਆ ਸੀ। ਕਿਵੇਂ ਪੈਦਾ ਹੋਇਆ, ਕਿਉਂ ਪੈਦਾ ਹੋਇਆ ਜਾਂ ਪੈਦਾ ਕੀਤਾ ਗਿਆ, ਇਹ ਹਜੇ ਜਾਂਚ ਦਾ ਵਿਸ਼ਾ। ਪਰ ਉਹਨਾਂ ਨੇ ਕਿਹਾ ਕਿ ਚੀਨ ਨੂੰ ਚਾਹੀਦਾ ਆ ਕਿ ਦੁਨੀਆ ਵਿੱਚ ਜੋ ਤਬਾਹੀ ਮਚਾਈ ਆ, ਘੱਟੋ ਘੱਟ ਜੇ ਯੂਐਸ ਦੀ ਗੱਲ ਕਰੀਏ ਤਾਂ 10 ਟ੍ਰਿਲੀਅਨ ਡਾਲਰ ਜਿਹੜੇ ਆ ਯੂਐਸ ਨੂੰ ਅਦਾ ਕਰੇ। ਯੂਐਸ ਦਾ ਨੁਕਸਾਨ ਹਾਲਾਂਕਿ ਇਸ ਤੋਂ ਕਿਤੇ ਜ਼ਿਆਦਾ ਵੱਡਾ ਹੋਇਆ, ਪਰ ਚੀਨ ਇਸ ਤੋਂ ਵੱਡੀ ਰਕਮ ਦੇਣ ਦੇ ਕਾਬਿਲ ਨਹੀਂ ਹੈਗਾ। ਸੋ 10 ਟ੍ਰਿਲੀਅਨ ਡਾਲਰ ਜਿਹੜੇ ਆ ਸਾਨੂੰ ਦਿੱਤੇ ਜਾਣ, ਬਾਕੀ ਜਿਹੜੀਆਂ ਕੰਟਰੀਜ਼ ਭਾਰਤ ਵਰਗਾ ਦਾ ਨੁਕਸਾਨ ਹੋਇਆ ਉਹਨਾਂ ਨੂੰ ਭਰਪਾਈ ਕੀਤੀ ਜਾਵੇ। ਦੇਖੋ ਤਰਨ, ਟਰੰਪ ਸਾਹਿਬ ਇਸ ਗੱਲ ਕਰਕੇ ਖਬਰਾਂ 'ਚ ਤਾਂ ਆਏ ਨੇ ਨਾ। ਇਸ ਤੋਂ ਪਹਿਲਾਂ ਟਰੰਪ ਦੀ ਖਬਰ ਆ ਨਹੀਂ ਰਹੀ, ਖਤਮ ਹੀ ਆ ਕਾਈਂਡ ਆਫ। ਜੋ ਉਹਦਾ ਟਵਿੱਟਰ ਅਕਾਊਂਟ ਕੀਤਾ, ਮਗਰ ਉਹਨਾਂ ਨੇ ਆਪਦਾ ਬਲੌਗ ਸ਼ੁਰੂ ਕੀਤਾ ਸੀ, ਉਹ ਵੀ ਥੋੜੀ ਦੇਰ ਬੰਦ ਕਰਨਾ ਪੈ ਗਿਆ। ਹੁਣ ਆਹ ਫੌਕਸ ਕੁਝ ਚੰਗਾ ਤਾਂ ਬੋਲੇ, ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਟੀਵੀ ਦੀ ਆਵਾਜ਼ ਨੂੰ ਬੰਦ ਕਰ ਦਿਓ। ਸਵਾਗਤ ਹੈ ਜੀ। ਫੋਨ ਤੇ ਨਾ ਜੀ, ਫੋਨ ਤੇ ਸਾਨੂੰ ਸੁਣੋ ਜੀ ਪਲੀਜ਼। ਜੀ ਸ਼ਾਇਦ ਫੋਨ ਡਿਸਕਨੈਕਟ ਕਰ ਦਿੱਤਾ, ਕੋਈ ਗੱਲ ਨਹੀਂ। ਤੁਸੀਂ ਖਬਰ ਤੇ ਵਿਚਾਰ ਦੇਣਾ ਚਾਹੁੰਦੇ ਸੀ, ਦੂਸਰੀ ਖਬਰ ਸਟਾਰਟ ਹੋ ਗਈ ਹੈ, ਪਰ ਤੁਸੀਂ ਦੇ ਸਕਦੇ ਹੋ। ਰਿਕੁਐਸਟ ਹੈ ਜੀ ਤੁਹਾਨੂੰ, ਇੱਕ ਜਦੋਂ ਫੋਨ ਕਰਦੇ ਹੋ ਨਾ, ਤੁਸੀਂ ਫੋਨ ਤੇ ਹੀ ਸਾਨੂੰ ਸੁਣਿਆ ਕਰੋ, ਕਿਉਂਕਿ ਤੁਸੀਂ ਜੇ ਟੀਵੀ ਤੇ ਸਾਨੂੰ ਸੁਣਦੇ ਹੋ ਉਹ 'ਚ ਡਿਲੇ ਆ ਥੋੜੀ ਜੀ, ਸਿਸਟਮ 'ਚ ਥੋੜੀ ਡਿਲੇ ਕੀਤੀ ਹੋਈ, ਅਸੀਂ ਜਾਣ ਕੇ ਕੀਤੀ ਹੋਈ ਹੈ। ਔਰ ਇਸ ਕਰਕੇ ਤੁਸੀਂ ਪਲੀਜ਼ ਸਾਨੂੰ ਫੋਨ ਤੇ ਗੱਲ ਕਰਿਆ ਕਰੋ, ਸਾਨੂੰ ਉੱਥੇ ਸੁਣਨਾ ਸੌਖਾ ਹੁੰਦਾ। ਉਹਨਾਂ ਨੇ ਹੁਣ ਗੱਲ ਜਿਹੜੀ ਕੀਤੀ ਹੈ ਮਿਸਟਰ ਟਰੰਪ ਨੇ, ਹਾਂ ਦੇਖੋ ਫਿਰ ਜੇ ਉਹ ਅਗਲੀ ਵਾਰ ਟਰੰਪ ਕੀ ਸਰਕਾਰ ਕਿਹਾ ਜਾ ਸਕਦਾ, ਘੱਟੋ ਘੱਟ ਇਹ ਗੁਹਾਰ ਤਾਂ ਲਾ ਦਿਓ ਵੀ ਉਹਨਾਂ ਨੂੰ ਤੁਹਾਨੂੰ ਪੈਸੇ ਦੇਣੇ ਚਾਹੀਦੇ ਆ। ਚੰਗੀ ਗੱਲ ਕੀਤੀ ਹੈ, ਦੋਸਤ ਹੀ ਦੋਸਤ ਤੇ ਕੰਮ ਆਉਂਦਾ। ਮਿਸਟਰ ਟਰੰਪ ਨੇ ਜਿਹੜੀ 10 ਟ੍ਰਿਲੀਅਨ ਡਾਲਰ ਮੰਗਿਆ ਆਪਦੇ ਵਾਸਤੇ ਵੀ, ਇਹ ਮਾੜੀ ਕਰਨੀ ਹੈ, ਆਪਦੇ ਦੇਸ਼ ਵਾਸਤੇ ਮੰਗਿਆ। ਤੇ ਕੀ ਗੱਲ ਵੀ ਇੰਡੀਆ ਕਿਉਂ ਨਹੀਂ 10 ਟ੍ਰਿਲੀਅਨ ਮੰਗ ਸਕਦਾ ਵੀ ਉਹਨੂੰ ਤਾਂ ਘੱਟ ਦੇ ਦਿਓ, ਕੋਈ ਐਸੀ ਗੱਲ ਹੈ ਨਹੀਂ। ਵਾਏ ਸੋਚਣ ਵਾਲੀ ਗੱਲ ਹੈਗੀ ਹੈ ਨਾ ਵੀ ਸਾਨੂੰ ਇਹਨਾਂ ਜ਼ਰੂਰ ਚਾਹੀਦਾ ਹੈ ਤਾਂ ਮਿੱਤਰ ਹੀ ਆ, ਪਰ ਤੁਹਾਨੂੰ ਕੋਈ ਨਾ ਬਾਅਦ 'ਚ ਥੋੜੇ ਬਹੁਤ ਜੇ ਤੁਸੀਂ ਮੰਗੋ ਇਹਨਾਂ ਤੋਂ। ਬਿਲਕੁਲ, ਤੁਸੀਂ ਵੀ ਮੰਗੋ, ਅਸੀਂ ਵੀ ਮੰਗ ਰਹੇ ਹੈਗੇ। ਤੇ ਚਾਈਨਾ ਉਹ ਕੋਈ ਕਹਿੰਦਾ ਸੀਗਾ ਨਾ ਵੀ ਫਲਾਣਾ ਸਿਆ ਤੈਨੂੰ ਦੁਨੀਆ ਟੱਚ ਨਹੀਂ ਜਾਣਦੀ, ਉਹ ਕਹਿੰਦਾ ਮੈਂ ਦੁਨੀਆ ਨੂੰ ਟੱਚ ਨਹੀਂ ਜਾਣਦਾ। ਚਾਈਨਾ ਦੀ ਵੀ ਇਹੀ ਗੱਲ। ਬਿਲਕੁਲ, ਤੁਸੀਂ ਇਹ ਦੇਖੋ ਕਿ ਉਹਨਾਂ ਨੇ ਨਾਲ ਇਹ ਵੀ ਆਖਿਆ ਕਿ ਹਾਲਾਂਕਿ ਮੈਂ ਜਾਣਦਾ ਕਿ ਕਿਵੇਂ ਆਇਆ ਇਹ ਵਾਇਰਸ, ਕਿਵੇਂ ਆਇਆ, ਕਿੱਥੋਂ ਆਇਆ। ਹਾਲਾਂਕਿ ਇਹ ਗੱਲ ਵੀ ਕਹਿਣਾ ਹਟੇ ਨਹੀਂ ਕਿ ਮੈਂ ਜਾਣਦਾ ਆ, ਮੈਨੂੰ ਪਤਾ ਕਿੱਥੋਂ ਆਇਆ ਇਹ ਵਾਇਰਸ। ਦੇਖੋ ਨਾ ਉਹਨਾਂ ਨੇ ਇਹ ਗੱਲ ਕਹਿਣੋਂ ਹਟਣੀ ਆ, ਨਾ ਉਹਨਾਂ ਨੇ ਇਹ ਗੱਲ ਕਹਿਣੋਂ ਹਟਣੀ ਆ ਕਿ ਜਿਹੜੀ ਇਲੈਕਸ਼ਨ ਆ ਹੇਰਾਫੇਰੀ ਹੋਈ ਹੈ, ਇਹ ਪੱਕੀ ਹੋਈ ਕਹੀ ਜਾਣੀ ਆ। ਔਰ ਇਹ ਉਹਨਾਂ ਨੂੰ ਕਹਿਣਾ ਪੈਣਾ। ਅੱਗੇ ਵੀ ਆਪਾਂ ਗੱਲ ਕੀਤੀ ਹੈ, ਨਹੀਂ ਉਹ ਆਲਰੇਡੀ ਟਰਬਲ 'ਚ ਹੈਗੇ, ਉਹ ਟਰਬਲ 'ਚੋਂ ਜਿੰਨੀ ਦੇਰ ਤੱਕ ਇਹੋ ਜਿਹਾ ਕੁਝ ਕਰੀ ਜਾਣਗੇ ਉਨੀ ਦੇਰ ਸ਼ਾਇਦ ਟਰਬਲ 'ਚੋਂ ਬਾਹਰ ਰਹਿਣਗੇ, ਸੁਰਖੀਆਂ ਛਾਈ ਰਹਿਣਗੇ। ਅਦਰਵਾਈਜ਼ ਔਖਾ ਟਰੰਪ ਵਾਸਤੇ। ਚਲੋ ਨੈਕਸਟ ਟਾਈਮ ਦੇਖਦੇ ਹਾਂ ਇਲੈਕਸ਼ਨਸ 'ਚ ਕੀ ਬਣਦਾ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ? ਟੀਵੀ ਤੇ ਨਾ ਸੁਣੋ ਜੀ, ਸਿੱਧੀ ਗੱਲ ਕਰੋ। ਮੈਂ ਕਹਿਣਾ ਚਾਹੁੰਦਾ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਤੋਂ। ਸਤਿ ਸ਼੍ਰੀ ਅਕਾਲ ਜੀ। ਮੈਂ ਕਹਿਣਾ ਚਾਹੁੰਦਾ ਵੀ ਜਿਹੜੀ ਆਪਾਂ ਗੱਲਾਂ ਕਰਦੇ ਹਾਂ ਵੀ ਅਗਲੀ ਵਾਰ ਵੀ ਸ਼ਾਇਦ ਐਮਪੀ ਨਾ ਬਣਨ ਕੈਨੇਡਾ 'ਚ ਆਪਣੇ ਪੰਜਾਬੀ ਤੇ ਇੰਡੀਅਨ, ਤੇ ਬਣਨ ਜਾਂ ਨਾ ਬਣਨ, ਇਹ ਕੈਨੇਡਾ ਹੈ ਵੀ ਇੱਥੇ ਜਿਹੜਾ ਵੀ ਬੰਦਾ ਐਮਪੀ ਬਣਦਾ ਹੈ, ਐਮਐਲਏ ਬਣਦਾ ਹੈ,
ਐਮਐਲਏ ਨੂੰ ਤਾਂ ਦੇਖਣਾ ਪੈਂਦਾ, ਪ੍ਰੋਵਿੰਸ ਦਾ ਸਾਰੀ ਦਾ, ਉਹ ਇਹ ਨਹੀਂ ਹੈਗਾ ਵੀ ਇਕੱਲੀ ਕਮਿਊਨਿਟੀ ਦੇ ਦੇਖੂਗਾ। ਬਿਲਕੁਲ ਇਹ ਆਪਣੇ ਲੋਕ ਚਾਹੁੰਦੇ ਵੀ ਸਾਡੀ ਕਮਿਊਨਿਟੀ ਦਾ ਬਣ ਗਿਆ ਸਾਡੇ ਬਾਰੇ ਸੋਚੂਗਾ, ਨਹੀਂ, ਇਹ ਸਾਡੀ ਸੋਚ ਗਲਤ ਹੈ। ਜੇ ਐਮਪੀ ਬਣ ਗਿਆ ਤਾਂ ਕਹਿੰਦੇ ਸਾਡਾ ਬੰਦਾ ਸਾਡੇ ਪੰਜਾਬੀਆਂ ਬਾਰੇ ਸੋਚੂਗਾ, ਇੰਡੀਆ ਬਾਰੇ, ਉਹ ਵੀ ਗਲਤ ਹੈ, ਕਿਉਂਕਿ ਉਹਨਾਂ ਸਾਰੇ ਕਮਿਊਨਿਟੀ ਦੇ ਬਾਰੇ ਸੋਚਣਾ, ਸਾਰੇ ਮੁਲਕ ਬਾਰੇ ਸੋਚਣਾ। ਜਿੱਦਾਂ ਪ੍ਰਧਾਨ ਮੰਤਰੀ ਇੱਕੋ ਹੀ ਹੁੰਦਾ ਤੇ ਉਹ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ। ਬਿਲਕੁਲ ਤੇ ਏਦਾਂ ਹੀ ਸਾਰੀਆਂ ਕਮਿਊਨਿਟੀਆਂ ਨੂੰ ਹਰੇਕ ਬੰਦੇ ਨੂੰ ਨਾਲ ਲੈ ਕੇ ਚੱਲਣਾ ਪੈਂਦਾ, ਐਮਪੀ ਹੋ ਚਾਹੇ ਮਿਨਿਸਟਰ ਹੋਵੇ, ਕੁਛ ਵੀ ਹੋਏ। ਸਹੀ ਗੱਲ ਹੈ। ਆਪਾਂ ਆਪਣੇ ਬੰਦੇ ਦੀ ਸੋਚ ਥੋੜੀ ਜਿਹੀ ਡਿਫਰੈਂਟ, ਅਸੀਂ ਕਹਿੰਦੇ ਨੇ ਬੱਲੇ ਬੱਲੇ ਵੀ ਸਾਡੇ ਇੰਨੇ ਮੰਤਰੀ ਬਣ ਗਏ, ਇੰਨੇ ਮੰਤਰੀ ਬਣ ਗਏ। ਉਹ ਮੰਤਰੀ ਦਾ ਕੋਈ ਵੀ ਬਣੇ ਜਿਹੜਾ ਸਾਡਾ ਕੰਮ ਕਰੂ, ਸਾਰੇ ਕਮਿਊਨਿਟੀ ਰਲ ਕੇ ਕੰਮ ਕਰੂਗਾ। ਨਫ਼ਰਤ ਜਿਹੜੀ ਆਪਣੇ ਹੋ ਰਹੀ ਹੈ ਆਪਣੇ ਪੰਜਾਬੀਆਂ ਨਾਲ ਜਾਂ ਪਾਕਿਸਤਾਨੀਆਂ ਨਾਲ, ਜਿੰਨੇ ਮੁਸਲਮਾਨਾਂ ਨਾਲ, ਕਾਲਿਆਂ ਨਾਲ, ਇਹ ਨਹੀਂ ਹੋਣੀ ਚਾਹੀਦੀ। ਇਹ ਸੁਧਾਰ, ਇਹ ਮੁਲਕ ਇਹ ਗੱਲੋਂ ਠੀਕ ਹੈ, ਇੰਡੀਆ ਵਾਲਾ ਕੰਮ ਨਹੀਂ ਹੈਗਾ ਵੀ ਇੰਡੀਆ ਸੋਚਦੇ ਆ ਅਸੀਂ ਵੀ ਜਿਹੜੀ ਵੀ ਸਟੇਟ ਦਾ ਪ੍ਰਧਾਨ ਮੰਤਰੀ ਬਣੂਗਾ ਵੀ ਸਾਡੇ ਵੱਲ ਨੂੰ ਸੋਚੇ। ਮਨਮੋਹਨ ਸਿੰਘ ਬਣਿਆ ਸੀਗਾ, ਮਨਮੋਹਨ ਸਿੰਘ ਪੰਜਾਬ ਬਾਰੇ ਨਹੀਂ ਸੋਚਿਆ, ਸਾਰੇ ਮੁਲਕ ਦੇ ਬਾਰੇ ਸੋਚਿਆ। ਮੋਦੀ ਸਿਰਫ ਗੁਜਰਾਤ ਵੱਲ ਸੋਚਦਾ, ਗੁਜਰਾਤ ਬਾਰੇ ਵੀ ਨਹੀਂ ਸੋਚਦੇ ਹੁਣ ਤਾਂ। ਜੀ ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ ਕਾਲ ਕਰਨ। ਇਹਨਾਂ ਦੀ ਗੱਲ ਸਹੀ ਹੈ ਕਿ ਤੁਸੀਂ ਔਰ ਨਵਦੀਪ ਬੈਂਸ ਨੇ ਇਸ ਬੇਸ ਤੇ ਕੰਮ ਕੀਤਾ। ਨਵਦੀਪ ਬੈਂਸ ਨੇ ਇਸ ਬੇਸ ਤੇ ਨਹੀਂ ਕੰਮ ਕੀਤਾ ਕਿ ਉਹ ਇਕੱਲੀ ਕਮਿਊਨਿਟੀ, ਇਹ ਠੀਕ ਹੈ, ਉਹਨੂੰ ਜਿਤਾਉਣ ਵਾਸਤੇ ਕਮਿਊਨਿਟੀ ਨੇ ਬਹੁਤ ਕੁਝ ਕੀਤਾ ਸੀਗਾ, ਪਰ ਉਹਨਾਂ ਨੇ ਆਪਦੇ ਏਰੀਆ ਨੂੰ ਰਿਪਰੈਜ਼ੈਂਟ ਕੀਤਾ ਐਜ਼ ਏ ਮਿਨਿਸਟਰ, ਉਹਨੇ ਕੰਟਰੀ ਨੂੰ ਰਿਪਰੈਜ਼ੈਂਟ ਕੀਤਾ ਔਰ ਉਵੇਂ ਰਿਪਰੈਜ਼ੈਂਟ ਕੀਤਾ। ਇਹ ਨਹੀਂ ਹੈ ਵੀ ਕਿਸੇ ਨੂੰ ਕੋਈ ਵਾਧੂ ਗੱਲਾਂ ਕੀਤੀਆਂ ਗਈਆਂ ਹੋਣ। ਜੀ ਬਿਲਕੁਲ, ਆਪਾਂ ਮਿਸਟਰ ਟਰੰਪ ਦੀ ਗੱਲ ਕਰ ਰਹੇ ਸੀਗੇ। ਸੋ ਇਲੈਕਸ਼ਨਸ 'ਚ ਦੇਖਦੇ ਹਾਂ ਅੱਗੇ ਕੀ ਬਣਦਾ ਆ, ਨੋਮੀਨੇਸ਼ਨ ਤੱਕ ਪਹੁੰਚਦੇ ਆ, ਕਿਵੇਂ ਹੁੰਦਾ ਆ, ਜਾਂ ਫਿਰ ਕੋਈ ਦੋਸ਼ ਇਹਨਾਂ ਤੇ ਸਾਬਿਤ ਹੁੰਦੇ ਨੇ। ਮੈਨੂੰ ਲੱਗਦਾ ਉਹ ਤੋਂ ਪਹਿਲਾਂ ਕੋਈ ਨਾ ਕੋਈ ਦੋਸ਼ ਸਾਬਿਤ ਹੋ ਜਾਣਾ ਤਰਨ, ਕਿਉਂਕਿ 2 ਸਾਲ ਪਹਿਲਾਂ ਸ਼ੁਰੂ ਹੁੰਦਾ ਅਜੇ 2 ਸਾਲ ਹੋਏ ਨਹੀਂ, ਕਿਉਂਕਿ ਤਾਂ ਹੁਣ ਜਨਵਰੀ 'ਚ ਹੀ ਸਰਕਾਰ ਆਈ ਹੈਗੀ ਆ, ਹਲੇ 2 ਸਾਲ ਤੋਂ ਮਗਰੋਂ ਨੋਮੀਨੇਸ਼ਨ ਦਾ ਆਮ ਇਹ ਚੀਜ਼ ਧੂਲ ਫੜਦੀ ਹੁੰਦੀ ਹੈ। ਕਾਲ ਲੈ ਲਈ ਜੀ ਬਿਲਕੁਲ, ਸ਼ਾਇਦ ਸਾਡੇ ਇਸ ਵਕਤ ਸਰਵਰ ਟੀਮ ਅਟੈਂਡ ਕਰੀਏ। ਸਰ ਅਗਲੀ ਖਬਰ ਵੀ ਥੋੜੀ ਜੀ ਭਾਰਤ ਨਾਲ ਸੰਬੰਧਿਤ ਹੀ ਹੈ, ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਬ੍ਰੈਂਟਨ ਤੋਂ ਬੋਲ ਰਹੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਜੀ ਟਰੰਪ ਸਾਹਿਬ ਨੇ ਤਾਂ ਕਦੀ ਕਰੋਨਾ ਵਾਇਰਸ ਕਿਹਾ ਹੀ ਨਹੀਂ, ਉਹ ਤਾਂ ਚਾਈਨੀਜ਼ ਵਾਇਰਸ ਹੀ ਕਹਿੰਦੇ ਆ ਹਮੇਸ਼ਾ, ਉਹਨਾਂ ਦੇ ਤਾਂ ਚਾਈਨੀਜ਼ ਵਾਇਰਸ ਹੀ ਉਹ ਹਲੇ ਤੱਕ ਵੀ। ਬਿਲਕੁਲ ਜੀ, ਔਰ ਇਸੇ ਕਰਕੇ ਉਹਨਾਂ ਨੇ ਜਿਹੜੀ ਹੇਟ ਕ੍ਰਾਈਮ ਹੈ ਉਸ ਨੂੰ ਤੂਲ ਬੜੀ ਦਿੱਤੀ ਆ। ਉਹਨਾਂ ਦੀਆਂ ਇਹ ਸਟੇਟਮੈਂਟਸ ਕਰਕੇ ਚਾਈਨੀਜ਼ 4 ਵੂਮਨ ਦੀ ਡੈਥ ਹੋ ਗਈ ਸੀਗੀ, ਤੇ ਇੱਕ ਆਪਾਂ ਬਜ਼ੁਰਗ ਨੂੰ ਦੇਖਿਆ ਸੀ ਕਿਸੇ ਨੇ ਧੱਕਾ ਮਾਰਿਆ ਸੀ। ਹੋਰ ਵੀ ਚਾਈਨੀਜ਼ ਕਮਿਊਨਿਟੀ ਦੇ ਨਾਲ ਉਸ ਕੰਟਰੀ ਦੇ ਵਿੱਚ ਧੱਕਾ ਹੋਇਆ ਜਸਟ ਬਿਕਾਜ਼ ਆਫ ਜਿਹੜੀ ਪੈਟਰੋਲ ਪੀ ਕੇ ਮਿਸਟਰ ਟਰੰਪ ਬੋਲਦੇ ਸੀਗੇ, ਉਹਦਾ ਸਰਟਨ ਲੋਕਾਂ ਦੇ ਉੱਤੇ ਅਸਰ ਹੋਇਆ। ਵਿੱਚ ਜਿਹੜਾ ਆਮ ਲੀਡਰ ਹੈ, ਸਾਰੇ ਕੰਟਰੀ ਨੂੰ ਰਿਪਰੈਜ਼ੈਂਟ ਕਰਦਾ, ਉਹਨੇ ਇਹ ਗੱਲਾਂ ਕਰਨੀਆਂ ਨਹੀਂ ਸੀ ਚਾਹੀਦੀਆਂ। ਜੀ ਸ਼ੁਕਰੀਆ ਜੀ, ਜੀ ਥੈਂਕ ਯੂ ਕਾਲ ਕਰਨ ਲਈ। ਜੀ ਸਰ, ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀ ਮਿਸਟਰ ਟਰੰਪ ਦੀ, ਤੁਸੀਂ ਗੱਲ ਕੀਤੀ ਆ, ਪਰ ਕਿਸੇ ਹੱਦ ਤੱਕ ਇਹ ਠੀਕ ਵੀ ਹੈ, ਕਿਉਂਕਿ ਜੇਕਰ ਕਿਸੇ ਮੁਲਕ ਦੇ ਕਰਕੇ ਬਾਕੀ ਪੂਰੀ ਦੁਨੀਆ ਤਬਾਹ ਹੋ ਰਹੀ ਆ, ਥੋੜੀ ਬਹੁਤ ਉਹਨਾਂ ਨੂੰ ਵੀ ਕੰਨ ਕਰਨੇ ਮਿਲਣੇ ਚਾਹੀਦੇ ਆ ਕਿ ਉਹਨਾਂ ਨੂੰ ਥੋੜੀ ਬਹੁਤੀ ਸਖਤੀ ਉਹਨਾਂ ਤੇ ਹੋਣੀ ਚਾਹੀਦੀ ਆ। ਇੱਕ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਰਜਿੰਦਰ ਸਿੰਘ ਹੈਮਿਲਟਨ ਤੋਂ ਦੁਬਾਰਾ ਕਾਲ ਕਰ ਰਿਹਾ। ਇੱਕ ਬੜੀ ਜ਼ਰੂਰੀ ਇਨਫੋਰਮੇਸ਼ਨ ਮੇਰੇ ਦਿਮਾਗ ਵਿੱਚ ਆਈ ਸੀ, ਮੈਂ ਕਿਹਾ ਜ਼ਰੂਰ ਸ਼ੇਅਰ ਕਰਾਂ। ਡਾਕਟਰ ਸਾਹਿਬ, ਹਾਂਜੀ, 2 ਵਾਰੀ ਮੁਸਲਮਾਨ ਰਾਸ਼ਟਰਪਤੀ ਬਣੇ ਇੰਡੀਆ ਦੇ, ਇੱਕ ਜ਼ਾਕਿਰ ਹੁਸੈਨ, ਇੱਕ ਫਖਰੁਦੀਨ ਅਲੀ ਅਹਿਮਦ। ਦੋਨਾਂ ਦੇ ਟਾਈਮ ਤੇ ਮੁਸਲਮਾਨਾਂ ਦੀ ਕਮਬਖਤੀ ਆਈ। ਇੱਕ ਵਾਰੀ ਸਿੱਖ ਪ੍ਰੈਜ਼ੀਡੈਂਟ ਬਣਿਆ ਇੰਡੀਆ ਦਾ, ਗਿਆਨੀ ਜੈਲ ਸਿੰਘ, ਤੇ ਸਿੱਖਾਂ ਦੇ 84 ਵਿੱਚ ਕੀ ਹੋਇਆ ਉਹਦੇ ਪ੍ਰੈਜ਼ੀਡੈਂਸੀ, ਤੁਹਾਨੂੰ ਪਤਾ। ਜਿਹੜੀ ਕੌਮ ਦਾ ਰਾਸ਼ਟਰਪਤੀ ਬਣਦਾ ਹੈ, ਜੇ ਸੋਚੋ ਕਿ ਉਹ ਆਪਣੀ ਕੌਮ ਦਾ ਕੁਝ ਕਰੇਗਾ ਤੇ ਰੱਬ ਹੀ ਮਾਰੇਗਾ। ਇੱਕ ਅਬਦੁਲ ਕਲਾਮ ਸਾਹਿਬ ਵੀ ਸੀਗੇ ਜੀ, ਉਹ ਤੇ ਬੜਾ ਸੈਕੂਲਰ ਜਾਂ ਡਿਫਰੈਂਟ ਸੀ, ਬੇਸ਼ੱਕ ਨਾਮ ਦਾ ਜ਼ਰੂਰ ਮੁਸਲਮਾਨ ਸੀ, ਬਟ ਹੀ ਇਜ਼, ਉਹ ਗੀਤਾ ਵੀ ਪੜ੍ਹਦਾ ਸੀ, ਦੈਟ ਵਾਜ਼ ਅ ਸੈਪਰੇਟ ਕਾਈਂਡ ਆਫ ਪਰਸਨੈਲਿਟੀ। ਥੈਂਕ ਯੂ। ਬਟ ਅਦਰਵਾਈਜ਼ 2 ਰਾਸ਼ਟਰਪਤੀ ਮੁਸਲਮਾਨ, ਫਖਰੁਦੀਨ ਅਲੀ ਅਹਿਮਦ ਔਰ ਜ਼ਾਕਿਰ ਹੁਸੈਨ, ਦੋਨਾਂ ਦੇ ਬਾਥਰੂਮ ਵਿੱਚ ਪੈਰ ਸਲਿਪ ਹੋ ਕੇ ਡੈਥ ਹੋਈ, ਉਹ ਸੈਪਰੇਟ ਗੱਲ ਹੈ। ਲੇਕਿਨ ਦੋਨਾਂ ਦੇ ਰਾਜ ਵਿੱਚ ਮੁਸਲਮਾਨਾਂ ਦੀ ਕਮਬਖਤੀ ਆਈ ਸੀ। ਗਿਆਨੀ ਜੈਲ ਸਿੰਘ ਦੇ ਰਾਜ ਵਿੱਚ ਅਸੀਂ ਬਹੁਤ ਰੁਕਦੇ ਹਾਂ। ਬਿਲਕੁਲ, ਥੈਂਕ ਯੂ ਜੀ ਕਾਲ ਕਰਨ ਲਈ। ਜੀ ਥੈਂਕ ਯੂ ਕਾਲ ਕਰਨ ਲਈ। ਸਰ ਗੱਲ ਕਰ ਰਹੀ ਸੀ ਕਿ ਜਦ ਤੱਕ ਉਹਨਾਂ ਨੇ ਮੁੱਦਾ ਨਾ ਛੇੜਦੇ, ਸ਼ਾਇਦ ਚੀਨ ਦੇ ਉੱਤੇ ਨਾ ਤਾਂ WHO ਇਨਕੁਆਇਰੀ ਪਾਉਂਦਾ, ਨਾ ਹੀ ਬਾਕੀ ਮੁਲਕ ਇਕੱਠੇ ਹੋ ਕੇ ਇਸ ਗੱਲ ਤੇ ਜ਼ੋਰ ਦਿੰਦੇ, ਕਿਉਂਕਿ ਕੱਲ ਨੂੰ ਕੋਈ ਵੀ ਦੇਸ਼ ਆ ਕਿਤੋਂ ਵਾਇਰਸ ਆਉਂਦਾ ਆ, ਬਾਕੀ ਪੂਰੀ ਦੁਨੀਆ ਫਿਰ ਤਬਾਹ ਹੁੰਦੀ ਆ। ਕਮ ਸੇ ਕਮ ਕੰਨ ਖੜੇ ਹੋਣਗੇ ਕਿ ਫਲਾਣੇ ਮੁਲਕ ਤੋਂ ਏਦਾਂ ਹੋਇਆ ਸੀ, ਆ ਚੀਜ਼ ਹੋਈ ਆ, ਕੱਲ ਨੂੰ ਸਾਡੇ ਨਾਲ ਏਦਾਂ ਨਹੀਂ ਹੋਣਾ ਚਾਹੀਦਾ। ਸਾਵਧਾਨੀ ਜ਼ਰੂਰੀ ਹੈ। ਜਿਹੜਾ WHO ਤੇ ਜਿਹੜਾ ਹੈਗਾ
ਇੰਨਾ ਦਬਾਅ ਪਿਆ ਹੈ, ਇਕੱਲੇ ਮਿਸਟਰ ਟਰੰਪ ਕਰਕੇ ਨਹੀਂ ਪਿਆ ਹੈਗਾ, ਬਾਕੀ ਦੇਸ਼ਾਂ ਨੇ ਵੀ ਜ਼ਰੂਰ ਕੀਤਾ, ਹਰ ਕੋਈ ਪਹਿਲ ਹਾਲਾਂਕਿ ਉਹਨਾਂ ਵੱਲੋਂ ਕੀਤੀ ਗਈ ਹੈ ਤਾਂ ਜਾ ਕੇ ਬਾਕੀ ਮੁਲਕ ਇਕੱਠੇ ਹੋਏ। ਆਸਟ੍ਰੇਲੀਆ ਨੇ ਵੀ ਇਸ ਮੁੱਦੇ ਉੱਤੇ ਆ ਕੇ ਆਪਣੀ ਸਹਿਮਤੀ ਜਤਾਈ, ਸਾਰੇ ਮੁਲਕ ਇਕੱਠੇ ਹੋਏ। ਉਹਨੇ ਕੈਨੇਡਾ ਸੌਰੀ ਯੂਕੇ ਨੇ ਵੀ ਇਹ ਗੱਲ ਕੀਤੀ ਹੈ। ਸਾਰੇ ਇਹ ਚਾਹੁੰਦੇ ਹੁਣ ਵੀ ਚੱਲ ਰਹੀ ਹੈਗੀ ਹੈ, ਪਰ ਉਹ ਜਿਹੜੀ WHO ਦੀ ਟੀਮ ਗਈ ਸੀਗੀ ਉਹ ਨਹੀਂ, ਜਿਹੜੀਆਂ ਪਹਿਲੀਆਂ ਰਿਪੋਰਟਸ ਆਈਆਂ ਉਹ ਰਿਪੋਰਟਸ ਦੇ ਵਿੱਚ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਵੀ ਸ਼ੁਰੂ ਉੱਥੋਂ ਹੋਇਆ, ਠੀਕ ਹੈ, ਪਰ ਇਹ ਲੈਬ ਚੋਂ ਨਹੀਂ ਸ਼ੁਰੂ ਹੋਇਆ। ਹੁਣ ਜਿਹੜੀਆਂ ਹੋਰ ਐਕਸਟੈਂਸਿਵ ਚੱਲਣਗੀਆਂ ਉਹਦੇ 'ਚ ਸ਼ਾਇਦ ਹੋਰ ਪਤਾ ਲੱਗੇਗਾ, ਪਰ ਜਿਹੜੀਆਂ ਪਹਿਲੀਆਂ ਰਿਪੋਰਟਸ ਆਈਆਂ ਨੇ ਉਹਦੇ 'ਚ ਇਹੀ ਕਿਹਾ ਗਿਆ। ਹਾਲਾਂਕਿ ਜਦੋਂ WHO ਦੀ ਟੀਮ ਜਾਣ ਨੂੰ ਫਿਰਦੀ ਸੀ ਚਾਈਨਾ ਨੇ, ਉਦੋਂ ਪਹਿਲਾਂ ਉਹਨੂੰ ਅਲਾਉ ਨਹੀਂ ਸੀ ਕੀਤਾ। ਮੰਨ ਸਕਦੇ ਹਾਂ ਕਿ ਕਨਸਪੀਰੇਸੀ ਨਹੀਂ ਵੀ ਸੀ, ਪਰ ਫਿਰ ਵੀ ਇੱਕ ਦੇਸ਼ ਨੂੰ ਸਬਕ ਜ਼ਰੂਰ ਮਿਲਣਾ ਚਾਹੀਦਾ ਕਿ ਤੁਹਾਡੇ ਕਰਕੇ ਪੂਰੀ ਦੁਨੀਆ 'ਚ ਇੰਨੀਆਂ ਮੌਤਾਂ ਹੋਈਆਂ ਨੇ, ਕਮ ਸੇ ਕਮ ਕੱਲ ਨੂੰ ਕੋਈ ਐਵੇਂ ਦੇ ਵਾਇਰਸ ਦੁਬਾਰਾ ਪੈਦਾ ਹੋਣ ਦੇ ਕੋਈ ਸੰਭਾਵਨਾ ਹੀ ਨਾ ਬਣੇ। ਜਿਸ ਤਰੀਕੇ ਨਾਲ ਉਸ ਤੋਂ ਬਾਅਦ ਵਾਈਲਡ ਮਾਰਕੀਟ ਦੇ ਉੱਤੇ ਉੱਥੇ ਰੋਕ ਲਗਾਈ ਗਈ ਆ ਤਾਂ ਕਿ ਕੋਈ ਹੋਰ ਵਾਇਰਸ ਦੁਬਾਰਾ ਨਾ ਪੈਦਾ ਹੋਵੇ ਤੇ ਇਹੋ ਜਿਹੇ ਹਾਲਾਤ ਮੁੜ ਕੇ ਨਾ ਬਣਨ। ਦੇਸ਼ਾਂ ਨੂੰ ਵੀ ਥੋੜਾ ਬਹੁਤ ਸਬਕ ਮਿਲੇਗਾ ਇਸ ਚੀਜ਼ ਦੇ ਨਾਲ, ਜਦੋਂ ਜਾ ਕੇ ਜਾਂਚ ਹੁੰਦੀ ਹੈ ਕਿ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ। ਕੱਲ ਨੂੰ ਕੋਈ ਵੀ ਚੀਜ਼ ਹੁੰਦੀ ਹੈ ਆਪਣੇ ਕਮ ਸੇ ਕਮ ਦੇਸ਼ ਵਿੱਚ ਸਾਂਭਣ ਨੂੰ ਹੋਣਗੇ। ਬਿਲਕੁਲ ਤਰ੍ਹਾਂ ਜਿਹੀ ਗੱਲ ਹੋਣੀ ਜ਼ਰੂਰ ਚਾਹੀਦੀ ਹੈ, ਪਰ ਇਹ ਜਿਹੜੀਆਂ ਇੰਟਰਨੈਸ਼ਨਲ ਸੰਸਥਾਵਾਂ ਨੇ ਇਹਨਾਂ 'ਚ ਕਿੰਨਾ ਕਦਮ ਹੈਗਾ, ਇਹ ਕੀ ਕਰ ਸਕਦੀਆਂ ਨੇ। ਇਹ ਜਿਹੜੇ ਇੰਡੀਵਿਜੂਅਲ ਕੰਟਰੀਜ਼ ਆ ਉਹ ਚਾਰ ਰਲ ਕੇ ਤਾਂ ਉਹਦੇ ਅਗੇਂਸਟ ਚਲੇ ਜਾਣਗੇ। ਹੁਣ ਯੂਨਾਈਟਿਡ ਨੇਸ਼ਨਸ ਆ, ਕੋਈ ਕੰਮ ਐਸੇ ਬਿਲਕੁਲ ਨਿਪੁੰਸਕ ਹੈ, ਕੁਝ ਵੀ ਨਹੀਂ ਕਰ ਸਕਦੀ ਹੈਗੀ, ਉਹ ਨਕਨਾਉਂਦੀ ਹੈਗੀ। ਔਰ ਇਸੇ ਕਰਕੇ ਹੁਣ ਕਈ ਵਾਰੀ ਗੱਲ ਸ਼ੁਰੂ ਹੋ ਗਈ ਹੈ ਵੀ ਸਾਨੂੰ ਯੂਨਾਈਟਿਡ ਨੇਸ਼ਨਸ ਦੀ ਲੋੜ ਨਹੀਂ ਹੈ, ਜਾਂ ਉਹਦਾ ਜਿਹੜਾ ਕਨਸਟੀਟਿਊਸ਼ਨ ਆ ਉਹਦੇ 'ਚ ਅਮੈਂਡਮੈਂਟਸ ਹੋਣੀਆਂ ਚਾਹੀਦੀਆਂ। ਜਦੋਂ ਬਣੀ ਸੀਗੀ ਉਦੋਂ ਗੱਲਾਂ ਹੋਰ ਸੀ, ਹੁਣ ਗੱਲਾਂ ਹੋਰ ਨੇ, ਉਹ ਚੇਂਜਸ ਆਉਣੀਆਂ ਚਾਹੀਦੀਆਂ ਜਿਹਦੇ ਨਾਲ ਕਿ ਹੁਣ ਦਾ ਜਿਹੜਾ ਨਵੀਂ ਦੁਨੀਆ ਉਹਦੇ ਮੁਤਾਬਕ ਕਾਨੂੰਨ ਬਣੇ ਹੋਣ। ਜੀ ਭਾਰਤ ਦੀ ਗੱਲ ਕਰੀਏ ਥੋੜੀ ਜਿਹੀ, 21ਵੀਂ ਸਦੀ ਦਾ ਭਾਰਤ ਆ, ਅਸੀਂ ਕਹਿੰਦੇ ਆ ਕਿ 21ਵੀਂ ਸਦੀ ਦੇ ਭਾਰਤ ਵਿੱਚ ਹਰ ਕੋਈ ਪੜ੍ਹਿਆ ਲਿਖਿਆ ਆ, ਕਾਫੀ ਜ਼ਿਆਦਾ ਉੱਥੇ ਹਾਲਾਤ ਬਦਲ ਚੁੱਕੇ ਨੇ, ਸੋ ਲੋਕਾਂ ਦੀ ਸੋਚ ਵੀ ਕਾਫੀ ਬਦਲ ਚੁੱਕੀ ਆ, ਪਰ ਕੁੜੀਆਂ ਨੂੰ ਲੈ ਕੇ ਸੋਚ ਅਜੇ ਤੱਕ ਨਹੀਂ ਬਦਲੀ ਹੈਗੀ। ਸੋ ਭਾਰਤ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਨਹਿਰ ਦੇ ਵਿੱਚ ਇੱਕ ਨਵਜਨਮੀ ਬੱਚੀ ਨੂੰ ਬਹਾ ਦਿੱਤਾ ਜਾਂਦਾ ਆ, ਪਰ ਗਨੀਮਤ ਇਹ ਰਹੀ ਕਿ ਇੱਕ ਕਿਸ਼ਤੀ ਵਾਲੇ ਵੱਲੋਂ ਉਸ ਨੂੰ ਬਚਾ ਲਿਆ ਜਾਂਦਾ ਆ। ਸਰ ਇਹ ਜੀ 21 ਦਿਨਾਂ ਦੀ ਬੱਚੀ ਆ, ਉਹ ਇੱਕ ਬਾਕਸ ਦੇ ਵਿੱਚ ਬੰਦ ਕੀਤੀ ਗਈ ਆ। ਉਹ ਬਾਕਸ ਦੇ ਅੰਦਰ ਜਿਹੜੀਆਂ ਆਪਣੀਆਂ ਹਿੰਦੂ ਦੇਵਤਿਆਂ ਦੀਆਂ ਫੋਟੋਜ਼ ਲਾਈਆਂ ਗਈਆਂ ਨੇ, ਨਾਲ ਇੱਕ ਛੋਟੀ ਜਿਹੀ ਮੂਰਤੀ ਰੱਖੀ ਆ, ਉਹਨੂੰ ਲਾਲ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਹੈਗਾ, ਔਰ ਉਸ ਦਾ ਜਿਹੜੀ ਜਨਮ ਪੱਤਰੀ ਹੈਗੀ ਆ ਉਹ ਵੀ ਉਸ ਡੱਬੇ ਦੇ ਵਿੱਚ ਪਾਈ ਹੋਈ ਹੈਗੀ ਆ। ਉਹਨੂੰ ਪਾਣੀ ਦੇ ਵਿੱਚ ਵਹਾ ਦਿੱਤਾ ਗਿਆ। ਪਤਾ ਨਹੀਂ ਕਿਉਂ ਕਿਸੇ ਨੇ ਐਸੀ ਗੱਲ ਕੀਤੀ ਹੈ, ਸਾਂਭ ਨਹੀਂ ਸਕਦੇ ਹੋਣੇ, ਅਫੋਰਡੇਬਿਲਟੀ ਨਹੀਂ ਹੋਣੀ, ਜਾਂ ਕੀ ਵਹਿਮ ਹੋਏਗਾ ਜਾਂ ਕੀ ਹੋਏਗਾ। ਨਾਲ ਉਹਦਾ ਨਾਮ ਵੀ ਲਿਖਿਆ ਹੋਇਆ ਗੰਗਾ, ਉਹਨੂੰ ਗੰਗਾ 'ਚ ਹੀ ਬਹਾਇਆ ਗਿਆ ਹੈਗਾ। ਉਹਦੇ 'ਚ ਉਹਨੇ ਜਾਂ ਤਾਂ ਛੱਡਤੀ ਹੋਣੀ, ਕਿਸਮਤ ਹੋਗੀ ਬਚੇਗੀ, ਉਹ ਵਿਚਾਰੀ ਕਿਸੇ ਕੰਢੇ ਤੇ ਆ ਲੱਗੀ ਹੈ ਤੇ ਬਾਕਸ ਬੰਦ ਹੈ। ਉਹ ਜਿਹੜਾ ਕਿਸ਼ਤੀ ਤੇ ਬੰਦਾ ਹੈਗਾ ਉਹਨੂੰ ਲੱਗਦਾ ਜਿਵੇਂ ਬੱਚੇ ਦੀ ਆਵਾਜ਼ ਆ ਰਹੀ ਹੈ, ਉਹ ਦੇਖਦਾ ਤੇ ਉਹ ਵਿੱਚ ਬੱਚੀ ਹੈਗੀ ਹੈ, ਬੱਚੀ 21 ਦਿਨਾਂ ਜਿਵੇਂ ਤੁਹਾਨੂੰ ਦੱਸਿਆ। ਔਰ ਉਹਦੀ ਜਿਹੜੀ ਉੱਥੋਂ ਦਾ ਚੀਫ ਮਿਨਿਸਟਰ ਹੈਗਾ ਆਦਿੱਤਿਆਨਾਥ, ਉਹ ਕਹਿੰਦਾ ਵੀ ਅਸੀਂ ਉਸ ਬੱਚੀ ਦਾ ਖਿਆਲ ਰੱਖਾਂਗੇ। ਜੀ ਗੱਲ ਕਰਾਂਗੇ ਸਰ ਇਹਦੇ ਬਾਰੇ। ਇੱਕ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣੀ ਆਪਣਾ ਫੇਸਬੁੱਕ ਤੇ ਨਹੀਂ ਕਈ ਦਿਨ ਦਾ ਪ੍ਰੋਗਰਾਮ ਚੱਲਦਾ ਹੈਗਾ ਜੀ? ਬਿਲਕੁਲ, ਨੈਕਸਟ ਵੀਕ ਤੋਂ ਜੀ ਚੱਲਣਾ ਸ਼ੁਰੂ ਹੋ ਜਾਏਗਾ। ਕੁਝ ਸਮੇਂ ਲਈ ਫੇਸਬੁੱਕ ਤੇ ਪ੍ਰੋਗਰਾਮ ਨੂੰ ਔਨ ਹੋਲਡ ਪਾਇਆ ਗਿਆ ਵਾ, ਸੋ ਨੈਕਸਟ ਵੀਕ ਤੋਂ ਦੁਬਾਰਾ ਸਟਾਰਟ ਹੋ ਜਾਏਗਾ। ਤੁਸੀਂ ਉਹਨਾਂ ਤੁਸੀਂ YouTube ਤੇ ਜਦ ਤੱਕ ਦੇਖ ਸਕਦੇ ਹੋ। YouTube ਤੇ ਵੀ ਹੈ ਜੀ, ਤੇ ਓਕੇ YouTube ਤੇ ਵੀ ਇਹ ਸੇਮ ਬਾਮਾ ਜੀ? ਹਾਂ ਸੇਮ ਹੈ ਜੀ, YouTube ਤੇ ਵੀ। ਐਂਡ ਜੇ ਤੁਸੀਂ ਆਪਦੇ ਵੈਬਸਾਈਟ ਤੇ ਜਾਂਦੇ ਹੋ, ਹਮਦਰਦ TV ਪਾਉਂਦੇ ਹੋ, ਉਹ ਤੇ ਲਾਈਵ ਤੇ ਕਲਿੱਕ ਕਰੋ, ਉਸ ਤੇ ਵੀ ਚੱਲ ਰਿਹਾ ਜੀ। ਜੀ ਆਪਣੇ ਫੋਨ ਤੇ ਜਾਓ, ਹਮਦਰਦ TV ਦੀ ਵੈਬਸਾਈਟ ਕਲਿੱਕ ਕਰੋ, ਉਹਦੇ ਤੇ ਲਾਈਵ TV ਚੱਲ ਰਿਹਾ ਸਾਡਾ, ਨਾਲ ਦੀ ਨਾਲ ਤੁਸੀਂ YouTube ਤੇ ਵੀ ਲਾਈਵ ਨਾਲ ਦੇਖ ਸਕਦੇ ਹੋ ਸਾਡਾ। ਥੈਂਕ ਯੂ ਜੀ। ਓਕੇ ਜੀ, ਥੈਂਕ ਯੂ ਫॉर ਕਮਿੰਗ ਜੀ। ਉਹ ਲੜਕੀ ਦੀ ਜਾਂ ਕੋ ਰੱਖ ਕੇ ਸਾਈਆਂ, ਬੱਚੀ ਬਚ ਗਈ ਹੈ, ਪਤਾ ਨਹੀਂ ਕਿੰਨੀ ਕਿਸਮਤ ਵਾਲੀ ਹੋਏਗੀ। ਖਬਰਾਂ ਉਸ ਦੇਸ਼ ਦੇ ਵਿੱਚ ਕੀ ਲੈ ਕੇ ਆਏਗੀ, ਯੂ ਨੈਵਰ ਨੋ। ਕੋਈ ਐਸੀਆਂ ਗੱਲਾਂ ਦੀ ਆਮ ਕਹੀ ਨਹੀਂ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮਦਰ ਦੀ ਆਮ ਇਹ ਉਦਾਹਰਨ ਦਿੱਤੀ ਜਾਂਦੀ ਹੈ, ਜਾਨਕੀ ਦੀ ਉਦਾਹਰਨ ਦਿੱਤੀ ਜਾਂਦੀ ਹੈ। ਰਾਜਾ ਜਨਕ ਕਹਿੰਦਾ ਉਹ ਵਾਹ ਰਿਹਾ ਸੀਗਾ ਤੇ ਖੇਤ ਦੇ ਵਿੱਚੋਂ ਮਟਕਾ ਲੱਭਿਆ ਤੇ ਉਹਦੇ ਵਿੱਚ ਜਾਨਕੀ ਸੀਗੀ। ਪਤਾ ਨਹੀਂ ਕਿੰਨਾ ਵੱਡਾ ਕੋਈ ਨਾਂ ਕਰੇਗੀ, ਪਰਮਾਤਮਾ ਕਰੇ ਉਹਦੀ ਉਮਰ ਲੰਬੀ ਹੋਵੇ, ਕਿਸਮਤ ਵਾਲੀ ਹੋਵੇ, ਉਹਨੂੰ ਸਾਂਭਣ ਵਾਲੇ ਚੰਗੇ ਹੋਣ ਜੀ। ਤੇ ਉਹਨੂੰ ਤੁਸੀਂ ਕਹਿ ਰਹੇ ਹੋ ਕਿ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਉਹਨਾਂ ਦਾ ਖਰਚਾ ਹੋ ਚੁੱਕਾ ਹੈ। ਹਾਂਜੀ, ਆਦਿੱਤਿਆਨਾਥ ਨੇ ਇਹ ਗੱਲ ਕਹੀ ਹੈ ਕਿ ਅਸੀਂ ਉਹਦਾ ਖਰਚਾ ਚੁੱਕਣਾ। ਚੰਗੀ ਗੱਲ ਕਹੀ ਹੈ ਜੀ ਉਹਨੇ। ਕੋਈ ਤਾਂ ਕਿਤੇ ਚੰਗੀ ਗੱਲ ਕਰਦਾ, ਚੰਗੀ ਗੱਲ ਹੈ ਬੱਚਿਆਂ ਦਾ। ਬਾਕੀ ਜਿਹੜੇ ਬੱਚੇ ਹੋਰ ਅਨਾਥ ਹੋਏ ਨੇ ਉਹਨਾਂ ਦਾ ਵੀ ਪਲੀਜ਼ ਖਿਆਲ ਕਰੋ। ਕੋਵਿਡ ਕਰਕੇ ਜਿਨ੍ਹਾਂ ਦੇ ਦੋਨੇ ਪੇਰੈਂਟ ਚਲੇ ਗਏ ਨੇ, ਬਹੁਤ ਵੱਡਾ
ਇਟਸ ਅਮੇਜ਼ਿੰਗ। ਇਹ ਬਹੁਤ ਹੀ ਖਬਰ ਬਾਹਰ ਆ ਨਹੀਂ ਰਹੀ ਹੈ। ਹਜ਼ਾਰਾਂ ਬੱਚੇ ਅਨਾਥ ਹੋ ਗਏ ਨੇ ਇੰਡੀਆ ਦੇ ਵਿੱਚ, ਉਹਨਾਂ ਦਾ ਕੋਈ ਖਿਆਲ ਨਹੀਂ ਹੈ, ਉਹਨਾਂ ਬਾਰੇ ਕੋਈ ਵੀ ਸਰਕਾਰ, ਨਾ ਪ੍ਰੋਵਿੰਸ਼ੀਅਲ ਸਰਕਾਰਾਂ ਨਾ ਫੈਡਰਲ ਸਰਕਾਰ, ਕਿਸੇ ਨੇ ਹੁਣ ਤੱਕ ਇਹ ਬਿਆਨ ਦਿੱਤਾ ਵੀ ਜਿਹੜੇ ਬੱਚੇ ਅਨਾਥ ਹੋ ਗਏ ਸੀ ਉਹਨਾਂ ਦਾ ਖਿਆਲ ਰੱਖਾਂ। ਹਾਲਾਂਕਿ ਐਜੂਕੇਸ਼ਨ ਨੂੰ ਲੈ ਕੇ ਮੇਰੇ ਖਿਆਲ 'ਚ ਹੈ ਕਿ ਉਹਨਾਂ ਨੇ ਕਿਹਾ ਵਾ ਕਿ ਉਹਨਾਂ ਨੂੰ ਫ੍ਰੀ 'ਚ ਐਜੂਕੇਸ਼ਨ ਦਿੱਤੀ ਜਾਏਗੀ, ਜਿਹੜੇ ਬੱਚੇ ਇਸ ਤਰੀਕੇ ਨਾਲ ਜਿਨ੍ਹਾਂ ਦੇ ਪੇਰੈਂਟਸ ਐਜੂਕੇਸ਼ਨ ਦਾ 10ਵੀਂ ਤੱਕ ਵੈਸੇ ਫ੍ਰੀ ਹੈ, ਕਹਿਣ ਨੂੰ ਹੀ ਹੈ ਸਰ, ਉਹ ਨੋਟਸ ਦੇ ਵਿੱਚ ਹੀ ਹੈ। ਜੇ ਸੋਚਿਆ ਜਾਵੇ ਉਹ ਤਾਂ ਹੈਗੀ ਹੈ। ਤੁਸੀਂ ਅੱਗੇ ਦੀ ਗੱਲ ਕਰੋ, ਉਹਨਾਂ ਬੱਚਿਆਂ ਦਾ ਭਵਿੱਖ ਹੋਰ ਕਿਵੇਂ ਹੋ ਸਕਦਾ, ਬੱਚਾ ਉਹਨਾਂ ਕੋਲ ਰਹਿਣ ਵਾਸਤੇ ਥਾਂ ਭਵਿੱਖ ਕਿਵੇਂ ਉੱਜਲ ਹੋ ਸਕਦਾ, ਉਹਨੂੰ ਕਿਸੇ ਬੈਟਰ ਐਜੂਕੇਸ਼ਨ ਕਿਵੇਂ ਦਿੱਤੀ ਜਾਏ, ਉਹਦੀ ਸਿਹਤ ਕਿਵੇਂ ਠੀਕ ਰੱਖੀ ਜਾ ਸਕਦੀ ਹੈ। ਹਜ਼ਾਰਾਂ ਗੱਲਾਂ ਕਰਨ ਵਾਲੀ ਨੇ, ਕੋਈ ਬਿਆਨ ਨਹੀਂ ਆ ਰਿਹਾ। ਜਿਹੜੀ ਤੋੜ ਭੰਨ ਹੈਗੀ ਆ ਇਹ ਜ਼ਰੂਰ ਚੱਲ ਰਹੀ ਹੈ। ਮਮਤਾ ਬੈਨਰਜੀ ਨੇ ਚੈਲੰਜ ਕਰਤਾ, ਉਹਦਾ ਜਿਹੜਾ ਫੈਸਲਾ ਆਇਆ ਸੀਗਾ ਉਹਨੇ ਹਾਰਨ ਦਾ ਉਹਨਾਂ ਦਾ, ਬਿਲਕੁਲ ਜੀ। ਤੇ ਤੁਸੀਂ ਇਹ ਦੇਖੋ ਕਿ ਮਿਸਟਰ ਆਦਿੱਤਿਆਨਾਥ ਨੇ ਆਪਣੇ ਆਪ ਨੂੰ ਲਾਈਮਲਾਈਟ 'ਚ ਲਿਆਉਣ ਲਈ ਉਹਦਾ ਖਰਚਾ ਚੱਕਣ ਦੀ ਤਾਂ ਗੱਲ ਆਖ ਦਿੱਤੀ ਹੈ। ਯੂਪੀ ਦੇ ਵਿੱਚ ਹਰ ਦੂਸਰੇ ਦਿਨ ਉੱਥੇ ਬਰੂਟਲੀ ਕੋਈ ਰੇਪ ਹੋ ਰਿਹਾ, ਕਿਤੇ ਲੜਕੀਆਂ ਨੂੰ ਮਾਰ ਰਿਹਾ, ਕਮ ਸੇ ਕਮ ਉੱਥੇ ਸਿਕਿਉਰਿਟੀ ਉਹ ਵਧਾ ਦਿਓ, ਕਮ ਸੇ ਕਮ ਇੰਨੀ ਤਾਂ ਦੇ ਦੇਵੋ ਕਿ ਕੁੜੀਆਂ ਖੁੱਲੇ ਤਰੀਕੇ ਨਾਲ ਉੱਥੇ ਰਹਿ ਸਕਣ, ਆਪਣਾ ਘੁੰਮ ਫਿਰ ਸਕਣ। ਇਹਨਾਂ ਡਰਾਂ ਤੋਂ ਫਿਰ ਪੇਰੈਂਟਸ ਆਹ ਕਦਮ ਚੁੱਕਦੇ ਆ। ਇਸ ਬਾਰੇ ਤਰਨ ਇਹ ਬੜੀ ਉਸ ਕੰਟਰੀ ਦੀ ਤਰਾਸਦੀ ਹੈ ਕਿ ਆਮ ਬੰਦੇ ਬਾਰੇ ਉੱਥੇ ਸੋਚੇ ਨਹੀਂ ਜਾ ਰਿਹਾ। ਮੈਂ ਇੱਕ ਸਰਕਾਰ ਦੀ ਗੱਲ ਨਹੀਂ ਕਰਦਾ, ਥਰੂ ਆਊਟ ਇੰਡੀਆ ਸ਼ਾਇਦ ਕੋਈ ਇੱਕਾ ਦੁੱਕਾ ਸਰਕਾਰ ਪ੍ਰੋਵਿੰਸ਼ੀਅਲ ਹੋਏਗੀ ਜਿਹੜੀ ਇਹ ਜਿਹਾ ਕੋਈ ਸੋਚਦੀ ਹੋਏਗੀ, ਨਹੀਂ ਤਾਂ ਸਭ ਨੂੰ ਆਪਦੀ ਕੁਰਸੀ ਦਾ ਹੀ ਫਿਕਰ ਹੈ। ਨੰਨੀ ਛਾਂ ਵੈਸੇ ਚੱਲੀ ਸੀ, ਉਹ ਕਿੱਥੇ ਆ ਹੁਣ? ਅਸਤੀਫਾ ਦੇਤਾ ਸਰ, ਹੁਣ ਕੀ ਕਰ ਸਕਦੇ ਨੇ? ਨੌ ਵੇਚਣ ਵਾਸਤੇ ਬਹੁਤ ਕੁਛ ਹੈ ਜੀ ਇਹਨਾਂ ਦਾ ਵੀ। ਪਰਮਾਤਮਾ ਮਿਹਰ ਕਰੇ, ਸਭ ਨੂੰ ਸਮਤ ਬਖਸ਼ੇ। ਆਖਰੀ ਖਬਰ ਆਪਾਂ ਡਿਸਕਸ ਕਰ ਲਈਏ ਤੇ ਕੱਲ ਦੀ ਆਪਾਂ ਗੱਲ ਕਰ ਰਹੇ ਸੀ ਚੀਨ ਦਾ ਸਮਾਨ ਬਾਈਕਾਟ ਕਰਨਾ ਬਹੁਤ ਮੁਸ਼ਕਿਲ ਹੈ, ਪਰ ਪਹਿਲ ਸ਼ੁਰੂ ਹੋ ਚੁੱਕੀ ਹੈ। ਸੋ ਖਬਰ ਇਹ ਸਾਹਮਣੇ ਆ ਰਹੀ ਹੈ ਜੀ, ਜਿੱਥੇ ਕਿ ਐਕਸ-ਰੇ ਮਸ਼ੀਨਸ ਜਿਹੜੀਆਂ ਨੇ ਐਮਪੀਸ ਦੇ ਵੱਲੋਂ ਕਿਹਾ ਕਿ ਐਕਸ-ਰੇ ਮਸ਼ੀਨਸ ਰਿਪਲੇਸ ਕਰ ਦਿੱਤੀਆਂ ਜਾਣ। ਸਿਕਿਉਰਿਟੀ ਦੀ ਗੱਲ ਹੁੰਦੀ ਹੈ ਜਿੱਥੇ, ਤਾਂ ਉੱਥੇ ਕਿਹਾ ਗਿਆ ਕਿ ਫਿਲਹਾਲ ਚੀਨ ਦਾ ਸਮਾਨ ਲੈਣਾ ਇੱਥੇ ਬੰਦ ਕੀਤਾ ਜਾਵੇ, ਇਹਨੂੰ ਰਿਪਲੇਸ ਕੀਤਾ ਜਾਵੇ। ਇਹ ਠੀਕ ਗੱਲ ਹੈ। ਚਾਈਨਾ ਤੇ ਹੁਣ ਅਤਬਾਰ ਚੱਕਿਆ ਗਿਆ, ਜਿਹੜੇ ਚਾਈਨਾ ਤੋਂ ਮਸ਼ੀਨ ਕੋਈ ਵੀ ਆਉਂਦੀ ਹੈ, ਪਤਾ ਨਹੀਂ ਉਹ 'ਚ ਕੋਈ ਚਿਪ ਵੀ ਆਉਂਦਾ ਜਿੱਤੇ ਉਹ ਸਪਾਈਂਗ ਕਰ ਰਿਹਾ ਹੋਵੇ। ਯੂ ਨੈਵਰ ਨੋ। ਚਾਈਨਾ ਨੇ ਜੋ ਕੁਛ ਕੀਤਾ ਹੁਣ ਤੱਕ ਉੱਥੇ ਬੇਤਵਾਰੀ ਹੋਣ ਕਰਕੇ ਸਾਡੀਆਂ ਐਮਬੈਸੀ ਦੇ ਵਿੱਚ ਜਿੱਥੇ ਵੀ ਚਾਈਨੀਜ਼ ਮਸ਼ੀਨਸ ਲੱਗੇ ਹੋਏ ਨੇ, ਜਿਹੜੀ ਸਾਡੀ ਪਾਰਲੀਮੈਂਟ ਮੈਂਬਰ ਆਫ ਪਾਰਲੀਮੈਂਟ ਸੀ ਜਿਹਨਾਂ ਦੀ ਕਮੇਟੀ ਹੈਗੀ ਹੈ ਜਿਹੜੀ ਇਸ ਚੀਜ਼ ਨੂੰ ਰਿਕਮੈਂਡ ਕਰਦੀ ਹੈ, ਉਹਨਾਂ ਨੇ ਸਰਕਾਰ ਨੂੰ ਰਿਕਮੈਂਡ ਕੀਤਾ ਕਿ ਚਾਈਨਾ ਦਾ ਸਮਾਨ ਕਿਉਂ ਚਾਈਨਾ ਦਾ ਸਮਾਨ ਆਇਆ। ਉਹਦਾ ਰੀਜ਼ਨ ਇਹ ਹੈ ਕਿ ਚਾਈਨਾ ਦੀ ਬਿਡ ਸਭ ਤੋਂ ਲੋ ਹੁੰਦੀ ਹੈ ਤੇ ਸਰਕਾਰ ਚਾਹੁੰਦੀ ਜਿੱਥੇ ਪੈਸੇ ਬਚਦੇ ਉਹ ਬਚਾਓ। ਇਹ ਕਰਕੇ ਨਹੀਂ ਵੀ ਸਾਡਾ ਚਾਈਨਾ ਨਾਲ ਕੋਈ ਸੰਬੰਧ ਬੈਟਰ ਹੈਗੇ, ਨੋ। ਲੋਐਸਟ ਬਿਡ ਵਾਲੇ ਨੂੰ ਬਿਡ ਭਰੀ ਗਈ ਹੈ, ਸਮਾਨ ਆ ਗਿਆ, ਸਮਾਨ 'ਚ ਨੁਕਸ ਨਿਕਲਿਆ ਜੀ, ਸਮਾਨ 'ਚ ਨੁਕਸ ਨਿਕਲਿਆ। ਇਹ ਕਿਸਮਤ ਮਾੜੀ ਚਾਈਨਾ ਵਾਲਿਆਂ ਦੀ। ਔਰ ਕਮੇਟੀ ਨੇ ਰਿਕਮੈਂਡੇਸ਼ਨ ਕੀਤੀ ਹੈ ਕਿ ਜਿੱਥੇ ਵੀ ਸਾਡੀਆਂ ਐਕਸ-ਰੇ ਮਸ਼ੀਨਸ ਹੈਗੀਆਂ ਨੇ ਉਹਨੂੰ ਅਸੀਂ ਸਿਕਿਉਰਿਟੀ ਪੱਖੋਂ ਸੋਚ ਕੇ ਉਸ ਸੋਰਸ ਤੋਂ ਲਿਆ ਜਾਵੇ ਜਿੱਥੇ ਸਾਨੂੰ ਅਤਬਾਰ ਹੈਗਾ, ਜਿੱਥੋਂ ਸਾਨੂੰ ਇਹ ਹੈਗਾ ਸਾਡੇ ਚੋਂ ਕਿਸੇ ਵੀ ਕਿਸਮ ਦੀ ਕੋਈ ਵੀ ਇਨਫੋਰਮੇਸ਼ਨ ਸਾਡੀ ਲੀਕ। ਐਮਬੈਸੀ ਦੇ ਵਿੱਚ ਤੁਸੀਂ ਦੇਖੋ ਤਰਨ ਚ ਕਿ ਤੁਹਾਡੀ ਇਨਫੋਰਮੇਸ਼ਨ ਲੀਕ ਹੋ ਰਹੀ ਹੈ। ਐਮਬੈਸੀ ਦੇ ਵਿੱਚ ਚਾਈਨਾ ਵਾਲੀ ਆਪਾਂ ਅੱਗੇ ਗੱਲ ਕੀਤੀ ਸੀਗੀ, ਉੱਥੋਂ ਦੀ ਪੁਲਿਸ ਦੇ ਬੰਦੇ ਕੰਮ ਕਰਦੇ ਹੈਗੇ ਆ, ਚਾਈਨਾ ਦੀ ਪੁਲਿਸ ਦੇ, ਤੇ ਤੁਹਾਡੀ ਸਿਕਿਉਰਿਟੀ ਕੀ ਹੈਗੀ ਆ ਉਹ ਹੈਂਡਲ ਕਰ ਰਿਹਾ ਉਸ ਚੀਜ਼, ਸਾਰਾ ਡਾਟਾ ਪਹੁੰਚ ਰਿਹਾ ਉੱਥੇ। ਬਿਲਕੁਲ। ਸੋ ਤੁਸੀਂ ਸਰਕਾਰਾਂ ਤੇ ਮੈਨੂੰ ਕਈ ਵਾਰੀ ਆਉਂਦਾ ਵੀ ਤੁਸੀਂ ਕੁਝ ਤਾਂ ਸੋਚੋ। ਹਾਲਾਂਕਿ ਆਪਣੀ ਵਾਰੀ ਉਹ ਫਿਰ ਚਾਈਨਾ ਵਾਲੇ ਬਿਲਕੁਲ ਹਰ ਚੀਜ਼ ਤੇ ਭਰੋਸਾ ਨਹੀਂ ਕਰਦੇ ਹੈਗੇ। ਆਪਾਂ ਟੈਸਲਾਸ ਕਾਰ ਦੀ ਕਿੰਨਾ ਦੀ ਗੱਲ ਕੀਤੀ ਸੀ ਕਿ ਕੈਮਰਾਸ ਜਦੋਂ ਉਹਨਾਂ ਨੇ ਕਿਹਾ ਸੀ ਕਿ ਲਗਾਉਣ ਤੋਂ ਮਨਾ ਕਰ ਦਿੱਤਾ ਸੀ ਕਿ ਇੱਥੇ ਕੈਮਰਾਸ ਨਹੀਂ ਹੋਣਗੇ। ਦੈਟਸ ਰਾਈਟ। ਹਾਂ, ਤੁਸੀਂ ਮੈਨੂੰ ਯਾਦ ਕਰਾਈਏ। ਟੈਸਲਾ ਜਿਹੜੀ ਕਾਰ ਹੈ ਜੀ, ਜਿਹੜੀ ਚਾਈਨਾ ਚੱਲਦੀ ਹੈ ਜੀ, ਉਹਦੇ 'ਚ ਜਿਹੜੇ ਕੈਮਰੇਜ਼ ਲੱਗੇ ਹੋਏ ਨੇ, ਚਾਈਨਾ ਨੇ ਕਿਹਾ ਕੈਮਰੇ ਬੰਦ ਕਰੋ। ਟੈਸਲਾ ਨੂੰ ਆਪਦੇ ਕੈਮਰੇ ਉਹ 'ਚ ਬੰਦ ਕਰਨੇ ਪਏਗਾ। ਕਿਉਂ? ਚਾਈਨਾ ਕਹਿੰਦਾ ਜੀ ਤੁਸੀਂ ਉਹਨਾਂ ਕੈਮਰੇ ਦਾ ਸਪਾਈਂਗ ਕਰ ਰਹੇ ਹੋ ਤੇ ਤੁਸੀਂ ਭਲੇ ਹੋ, ਤੁਸੀਂ ਕਿਹੜਾ ਘੱਟ ਗੁਜ਼ਾਰਦੇ ਹੋ, ਜਿੱਥੇ ਤੁਹਾਡਾ ਸੂਤ ਆਉਂਦਾ ਉੱਥੇ ਉਵੇਂ ਕਰਦੇ ਹੋ। ਜੇ ਤੁਸੀਂ ਇੰਨਾ ਕੁਝ ਕਰ ਸਕਦੇ ਹੋ, ਇਹ ਬਾਕੀ ਦੇ ਕੰਟਰੀਜ਼ ਨੂੰ ਚਾਈਨਾ ਬਾਰੇ ਇਟਸ ਅ ਵੈਰੀ ਸੀਰੀਅਸ ਮੈਟਰ। ਇਹ ਸੋਚਣਾ ਪਏਗਾ ਵੀ ਹਾਲਤ ਕੀ ਹੈ। ਬਿਲਕੁਲ ਜੀ। ਤੇ ਸਰ ਹੁਣ ਖਬਰਾਂ ਦਾ ਵੀ ਸਿਲਸਿਲਾ ਆਪਾਂ ਇੱਥੇ ਸਮਾਪਤ ਕਰਦੇ ਹਾਂ। ਬਿਲਕੁਲ ਜੀ। ਸੋ ਸਮਾਂ ਹੋ ਚੁੱਕਿਆ ਇਜਾਜ਼ਤ ਲੈਣ ਦਾ। ਜਿਹੜੇ ਦਰਸ਼ਕ ਆਪਾਂ ਨੂੰ ਦੇਖ ਰਹੇ ਨੇ, ਕੁਝ ਕਹਿਣਾ ਚਾਹੋਗੇ ਤੁਸੀਂ? ਅਸੀਂ ਜੋ ਕੁਝ ਚੇਂਜਸ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਦੇ ਵਿੱਚ, ਤੇ ਤੁਹਾਨੂੰ ਕਿਵੇਂ ਲੱਗਦੀਆਂ ਨੇ, ਅਸੀਂ ਤੁਹਾਡੀ ਫੀਡਬੈਕ ਚਾਹੁੰਦੇ ਹਾਂ। ਤੁਸੀਂ ਸਾਨੂੰ ਮੈਸੇਂਜਰ ਤੇ ਫੋਨ ਕਰ ਸਕਦੇ ਹੋ, ਜਿਹੜਾ ਸਾਡਾ ਨੰਬਰ ਹੈ ਜੀ ਮੇਨ, ਉਹ 'ਤੇ ਤੁਸੀਂ ਫੋਨ ਕਰ ਸਕਦੇ ਹੋ। ਜਿਹੜਾ ਸਕਰੀਨ 'ਤੇ ਦੇਖ ਰਹੇ ਨੰਬਰ, ਉਹ 'ਤੇ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸਾਨੂੰ ਤੁਹਾਡੀ ਫੀਡਬੈਕ ਚਾਹੀਦੀ, ਤੁਹਾਨੂੰ ਸਾਡਾ ਪ੍ਰੋਗਰਾਮ ਲੱਗਦਾ ਕਿਵੇਂ ਹੈ, ਇਹ 'ਚ ਕੋਈ ਚੇਂਜਸ ਲੈ ਕੇ ਆਉਣੀਆਂ ਚਾਹੁੰਦੇ ਹੋ। ਇਹਨੂੰ ਸੁਧਾਰਨ ਦੇ ਹਮੇਸ਼ਾ ਹੀ ਜਗ੍ਹਾ ਹੁੰਦੀ ਹੈ ਜੀ। ਦੇਰ ਇਜ਼ ਆਲਵੇਜ਼ ਰੂਮ ਫॉर ਇੰਪਰੂਵਮੈਂਟ। ਵੀ ਆਰ ਨਾਟ ਪਰਫੈਕਟ। ਹਜੇ ਤਾਂ ਬਹੁਤ ਦੂਰ ਤੱਕ ਜਾਣਾ, ਬੜਾ ਕੁਝ ਕਰਨ ਵਾਲਾ ਹੈਗਾ। ਸਾਨੂੰ ਤੁਹਾਡਾ ਸਾਥ ਜ਼ਰੂਰ ਚਾਹੀਦਾ ਜੀ। ਜਿਹੜਾ ਤੁਸੀਂ ਸਾਡੇ ਨਾਲ ਜੁੜਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ। ਫਿਰ ਆਪਾਂ ਲਈ ਫਿਰ ਇਜਾਜ਼ਤ ਨਾਲ ਜੀ। ਤੇ ਉਹ ਜੀ ਇਜਾਜ਼ਤ ਫਿਲਹਾਲ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ੍ਰੀ ਅਕਾਲ।